ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਅਤੇ ਨਵਾਜੀ ਸਾਧ ਸੰਗਤ ਜੀਓ, ਅਸੀਂ ਜੀਵ ਬੜੇ ਹੀ ਵਡਭਾਗੇ ਹਾਂ ਜੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਆਪਣੇ ਆਪਣੇ ਮਨ ਦੀ ਕਹਾਣੀ ਨੂੰ ਸਮਝਣ ਦੇ ਲਈ ਇੱਕ ਸੰਗਤ, ਇੱਕ ਪਰਿਵਾਰ ਦੇ ਰੂਪ ਦੇ ਵਿੱਚ ਇਕੱਠੇ ਹੋਏ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਆਪਣਾ ਸਾਰਿਆਂ ਦਾ ਹੀ ਮਾਰਗਦਰਸ਼ਨ ਕਰਦੇ ਨੇ। ਮਾਰਗਦਰਸ਼ਨ ਕਰਦਿਆਂ ਹੋਇਆ ਸਾਨੂੰ ਜੋ ਜੀਵ ਅਸੀਂ ਭੁੱਲ ਚੁੱਕੇ ਹਾਂ, ਉਸ ਅਕਥ ਕਹਾਣੀ ਨੂੰ, ਸਾਡੇ ਮਨ ਦੀ ਕਹਾਣੀ ਨੂੰ ਪ੍ਰੇਰਨਾ ਸਰੋਤ ਦੇ ਵਿੱਚ, ਪ੍ਰੇਰਨਾ ਰੂਪ ਦੇ ਵਿੱਚ ਸਾਨੂੰ ਸਾਡੇ ਸਾਰਿਆਂ ਦੇ ਹੀ ਮਨ ਦੀ ਕਹਾਣੀ ਨੂੰ ਫਿਰ ਤੋਂ ਦੁਬਾਰਾ ਸਾਨੂੰ ਜਾਗਰੂਕ ਅਵਸਥਾ ਦੇ ਵਿੱਚ ਲਿਆਉਣ ਦੇ ਲਈ ਸਾਨੂੰ ਉਹ ਸਮੁੱਚੀ ਸੰਗਤ ਨੂੰ ਸੱਚਾ ਉਪਦੇਸ਼ ਦਿੰਦੇ ਨੇ। ਮਹਾਰਾਜ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਸੋ ਗੁਰਮੁਖ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੂੰ ਧੁਰ ਕੀ ਬਾਣੀ ਕਿਹਾ ਗਿਆ ਹੈ। ਧੁਰ ਭਾਵ ਸਾਡਾ ਜੋ ਮੁੱਢ, ਸਾਡਾ ਜੋ ਮੂਲ ਹੈ, ਜਿਸ ਮੁੱਢ ਤੋਂ, ਜਿਸ ਮੂਲ ਤੋਂ ਸਾਡੇ ਮਨਾਂ ਦਾ ਜਨਮ ਹੋਇਆ ਹੈ, ਜਿਸ ਮੁੱਢ ਤੋਂ ਸਾਡੇ ਮਨ ਨੂੰ ਇਸ ਤ੍ਰਿਲੋਕੀ ਦੇ ਵਿੱਚ ਖੇਡ ਖੇਡਣ ਦੇ ਲਈ ਭੇਜਿਆ ਗਿਆ, ਉਸ ਧੁਰ ਨੂੰ, ਉਸ ਮੁੱਢ ਨੂੰ ਗੁਰਬਾਣੀ ਗੁਰੂ ਦੇ ਵਿੱਚ ਸੱਚ ਕਿਹਾ ਗਿਆ ਹੈ। ਮਹਾਰਾਜ ਫਰਮਾਉਂਦੇ ਨੇ, ਆਦਿ ਸੱਚ ਜੁਗਾਦ ਸੱਚ। ਸੋ ਆਦਿ ਭਾਵ ਸ਼ੁਰੂ ਤੋਂ ਹੀ, ਮੁੱਢ ਤੋਂ ਹੀ, ਕਿੰਨਾ ਸ਼ੁਰੂ ਤੋਂ, ਇਸ ਬਾਰੇ ਕਿਸੇ ਨੂੰ ਵੀ ਭੇਦ ਹੀ ਨਹੀਂ, ਕਿਉਂਕਿ ਜਦੋਂ ਇੱਥੇ ਆਕਾਰ ਨਹੀਂ ਸਨ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਆਪ ਤੋਂ ਆਕਾਰਾਂ ਨੂੰ ਪੈਦਾ ਨਹੀਂ ਕੀਤਾ ਸੀ, ਉਦੋਂ ਉਹ ਆਪ ਹੀ ਆਪ, ਉਹ ਸੱਚ ਹੀ ਸੱਚ, ਉਹ ਪ੍ਰਕਾਸ਼ ਹੀ ਪ੍ਰਕਾਸ਼ ਇੱਥੇ ਸੀ। ਸੋ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚ ਮਾਲਕ ਨੂੰ ਸੱਚ ਕਿਹਾ ਗਿਆ ਹੈ, ਉਹ ਆਦਿ ਸੱਚ ਹੈ, ਫਿਰ ਉਹ ਜੁਗਾਂ ਜੁਗਾਂ ਤੋਂ ਵੀ ਸੱਚ ਹੀ ਰਹੇ ਆ। ਸਭ ਤੋਂ ਜੋ ਸੋਚਣ ਵਾਲੀ ਗੱਲ ਹੈ, ਜੋ ਅਸੀਂ ਜੀਵ ਹੁਣ, ਸਾਨੂੰ ਆਪਦੇ ਪਿਛਲੇ ਜਨਮ ਦਾ ਪਤਾ ਨਹੀਂ, ਅਸੀਂ ਬਹੁਤ ਜਨਮਾਂ ਤੋਂ, ਬਹੁਤ ਹੀ ਯੁੱਗਾਂ ਤੋਂ ਮਾਲਕ ਦੇ ਨਾਲ ਵਿਛੜੇ ਹੋਏ ਹਾਂ, ਸਾਡਾ ਵਿਛੋੜਾ ਪਿਆ ਹੋਇਆ ਹੈ। ਸੋ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਭੇਦ ਦਿੱਤਾ ਗਿਆ ਹੈ, ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ। ਸੋ ਅਸੀਂ ਆਪਦੇ ਉਹ ਜਨਮ, ਆਪਦੇ ਉਹ ਜਿੰਨੇ ਵੀ ਉਹ ਯੁੱਗ ਸੀ, ਉਹ ਭੁੱਲ ਚੁੱਕੇ ਹਾਂ। ਸੋ ਇਸ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿੰਨੀ ਜਿੰਨੀ ਹੀ ਅਸੀਂ ਉਮਰ ਭੋਗ ਚੁੱਕੇ ਹਾਂ, ਸਾਨੂੰ ਇਸ ਜਨਮ ਦੀ ਸੋਝੀ ਹੈ ਕਿ ਅਸੀਂ ਇਹ ਜਨਮ ਦੇ ਵਿੱਚ ਆਏ ਹਾਂ ਮਨੁੱਖ ਬਣ ਕੇ। ਸੋ ਗੁਰਮੁਖ ਪਿਆਰਿਓ, ਜਦੋਂ ਅਸੀਂ ਸੋਚਣਾ ਹੈ ਕਿ ਅਸੀਂ ਇਸ ਜਨਮ ਦੇ ਵਿੱਚ, ਮਾਰੇ ਕਹਿੰਦੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਇਸ ਟਾਈਮ ਤੇ ਵੀ ਉਹ ਸੱਚ ਅਕਾਲ ਪੁਰਖ ਵਾਹਿਗੁਰੂ ਜੀ ਮੌਜੂਦ ਨੇ। ਅਸੀਂ ਕਿੱਥੇ ਭੁਲੇਖਾ ਖਾਂਦੇ ਹਾਂ ਗੁਰਮੁਖ ਪਿਆਰਿਓ, ਅਸੀਂ ਉਸ ਮਾਲਕ ਦੀ ਹੋਂਦ ਨੂੰ ਆਪ ਦੀ ਸੁਰਤੀ ਦੇ ਵਿੱਚੋਂ ਜਦੋਂ ਵਿਸਾਰ ਦਿੰਦੇ ਹਾਂ, ਅਸੀਂ ਸੱਚ ਨੂੰ ਭੁੱਲ ਗਏ, ਉਸ ਸੱਚ ਨੂੰ ਵਿਸਾਰ ਦਿੱਤਾ। ਸਾਡੀ ਸੁਰਤੀ ਦੇ ਵਿੱਚ ਸੱਚ ਦਾ ਵਾਸਾ ਨਾ ਹੋਣ ਕਰਕੇ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਮਾਲਕ ਹਾਜ਼ਰ ਨਾਜ਼ਰ ਨੇ, ਮਾਲਕ ਇਸ ਟਾਈਮ ਤੇ ਸਾਡੇ ਵਿੱਚ ਵਿਚਰ ਰਹੇ ਨੇ। ਸੋ ਗੁਰਬਾਣੀ ਗੁਰੂ ਸਾਨੂੰ ਦੱਸ ਰਹੇ ਨੇ ਕਿ ਹੈ ਭੀ ਸੱਚ, ਕਿ ਮਾਲਕ ਇਸ ਟਾਈਮ ਤੇ ਵੀ ਸੱਚ ਨੇ। ਨਾਨਕ ਹੋਸੀ ਭੀ ਸੱਚ। ਜਦੋਂ ਕਦੇ ਮਾਲਕ ਨੇ ਇਹ ਪਸਾਰਾ ਖਤਮ ਕਰ ਲਿਆ,
ਅਸੀਂ ਖਤਮ ਹੋ ਗਏ, ਮਾਲਕ ਉਸ ਟਾਈਮ ਤੇ ਵੀ ਸੱਚ ਹੀ ਰਹਿਣਗੇ। ਸੋ ਗੁਰਮੁਖ ਪਿਆਰਿਓ, ਅਸੀਂ ਜੀਵ ਮਾਲਕ ਦੀ ਕਿਰਪਾ ਦੇ ਨਾਲ ਗੁਰਮੰਤਰ ਦਾ ਸਿਮਰਨ ਕਰਦੇ ਹਾਂ, ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ। ਸੋ ਆਪਣੀ ਸਾਰਿਆਂ ਦੀ ਇੱਕ ਕਾਮਨ ਪ੍ਰੋਬਲਮ ਹੁੰਦੀ ਹੈ, ਜਦੋਂ ਅਸੀਂ ਜਗਿਆਸੂ ਜਦੋਂ ਇਸ ਰਸਤੇ ਤੇ ਚੱਲਦਾ ਹੈ ਕਿ ਸਾਡੇ ਜੋ ਵਿਚਾਰ ਤੇ ਫੁਰਨੇ ਆ ਉਹ ਖਤਮ ਨਹੀਂ ਹੁੰਦੇ। ਗੁਰਮੁਖ ਪਿਆਰਿਓ, ਜਦੋਂ ਅਸੀਂ ਵਿਚਾਰ ਅਤੇ ਫੁਰਨਿਆਂ ਦੇ ਨਾਲ ਸਿਮਰਨ ਕਰਦੇ ਹਾਂ, ਸਾਡਾ ਜੋ ਮਨ ਹੈ ਉਹ ਨਿਰਾਸ਼ਾ ਦੇ ਵੱਲ ਜਾਂਦਾ ਹੈ। ਜਦੋਂ ਅਸੀਂ ਸਿਮਰਨ ਕਰਨ ਬੈਠਣਾ ਹੈ, ਗੁਰਮੰਤਰ ਕਰਨ ਬੈਠਣਾ ਹੈ, ਉਸ ਟਾਈਮ ਤੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ, ਕਿਉਂਕਿ ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਫਰਮਾਉਂਦੇ ਨੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਸੀ ਜਦੋਂ ਸਿਮਰਨ ਕਰਦੇ ਆ, ਸਾਡੇ ਮਨ ਦੇ ਵਿਚਾਰ, ਇਹ 3 ਹੱਟੀਆਂ ਲੱਗੀਆਂ ਹੋਈਆਂ ਆ ਸਾਡੇ ਅੰਦਰ, ਠੀਕ ਆ ਜੀ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸੋ ਸਭ ਤੋਂ ਪਹਿਲਾਂ ਜਦੋਂ ਸਾਡਾ ਕੁਐਸਚਨ ਹੈ ਕਿ ਸਾਡੇ ਵਿਚਾਰ ਖਤਮ ਨਹੀਂ ਹੋ ਰਹੇ, ਮਹਾਰਾਜ ਕਹਿੰਦੇ ਇੱਥੇ ਤੁਸੀਂ ਆਪ ਦਾ ਜੋ ਤੁਹਾਡਾ ਦੁੱਖ ਸੀ ਮਨ ਦਾ, ਉਹ ਤੁਸੀਂ ਲੱਭ ਲਿਆ। ਕਿਉਂਕਿ ਬਹੁਤੇ ਜੀਵਾਂ ਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਵਿਚਾਰਾਂ ਤੇ ਫੁਰਨਿਆਂ ਦੇ ਵਿੱਚ ਰਹਿ ਰਹੇ ਹਾਂ। ਇਹ ਕਦੋਂ ਪਤਾ ਚੱਲਿਆ? ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ, ਅਸੀਂ ਸੰਗਤ ਦੇ ਵਿੱਚ ਆਏ, ਗੁਰਮੁਖਾਂ ਤੋਂ ਭੇਦ ਲਿਆ ਕਿ ਤੁਸੀਂ ਗੁਰਮੰਤਰ ਦ੍ਰਿੜ ਕਰੋ। ਇਸ ਤਰੀਕੇ ਦੇ ਨਾਲ ਤੁਹਾਡਾ ਜੋ ਮਨ ਹੈ ਉਹ 10 ਦਿਸ਼ਾਵਾਂ ਦੇ ਵਿੱਚ ਘੁੰਮ ਰਿਹਾ ਹੈ, ਉਹ ਥਿਰ ਹੋ ਜਾਏਗਾ। ਫਿਰ ਅਸੀਂ ਗੁਰਮੁਖਾਂ ਨਾਲ ਵਿਚਾਰ ਕਰਦੇ ਆ ਕਿ ਵਾਹਿਗੁਰੂ ਸਾਡੇ ਵਿਚਾਰ ਜਿਹੜੇ ਆ ਉਹ ਖਤਮ ਨਹੀਂ ਹੋ ਰਹੇ। ਸੋ ਇੱਥੋਂ ਸਾਡਾ ਜੋ ਸਾਡੇ ਮਨ ਦੀ ਜੋ ਖੋਜ ਹੈ, ਜਿਵੇਂ ਅਸੀਂ ਪਿਛਲੀ ਵਾਰ ਵੀ ਆਪਾਂ ਨੇ ਪਿਛਲੀ ਵਾਰ ਵੀ ਵਿਚਾਰ ਕੀਤੀ ਸੀ ਕਿ ਮਨ ਦੀ ਖੋਜ ਕਰਨੀ ਆ। ਸੋ ਸਾਡੀ ਇਹ ਜੋ ਮਨ ਦੀ ਖੋਜ ਹੈ ਉਹ ਇਸ ਪੁਆਇੰਟ ਤੋਂ ਸ਼ੁਰੂ ਹੋ ਜਾਂਦੀ ਆ ਕਿ ਸਾਨੂੰ ਸਾਡੇ ਵਿਚਾਰ ਅਤੇ ਫੁਰਨਿਆਂ ਬਾਰੇ ਪਤਾ ਚੱਲ ਗਿਆ ਕਿ ਸਾਡਾ ਜੋ ਮਨ ਹੈ ਉਹ ਵਿਚਾਰਾਂ ਤੇ ਫੁਰਨਿਆਂ ਦੇ ਵਿੱਚ ਘਿਰਿਆ ਹੋਇਆ ਹੈ। ਜਦੋਂ ਉਹ ਵਿਚਾਰਾਂ ਤੇ ਫੁਰਨਿਆਂ ਦੇ ਵਿੱਚ ਘਿਰਿਆ ਹੋਇਆ ਹੈ, ਉਸ ਤੋਂ ਅਗਲਾ ਪੁਆਇੰਟ ਅਸੀਂ ਸਮਝਣਾ ਹੈ ਕਿ ਸਾਨੂੰ ਵਿਚਾਰ ਆ ਕਿਹੋ ਜਿਹਾ ਰਹੇ ਨੇ। ਅਸੀਂ ਆਪ ਦੇ ਵਿਚਾਰਾਂ ਦਾ ਮੁਲਾਂਕਣ ਕਰਨਾ ਹੈ, ਕਿਉਂਕਿ ਅਸੀਂ ਗੁਰਬਾਣੀ ਗੁਰੂ ਤੋਂ ਭੇਦ ਲਿਆ ਕਿ ਇਹ 5 ਜਾਣੇ ਸਾਨੂੰ ਵਿਚਾਰ ਦੇ ਰਹੇ ਨੇ, ਠੀਕ ਆ ਜੀ। 3 ਹੱਟੀਆਂ ਤੋਂ ਅਸੀਂ ਵਿਚਾਰ ਲੈ ਰਹੇ ਹਾਂ, ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ। ਹੁਣ ਅਸੀਂ ਆਪਣੇ ਆਪਣੇ ਮਨ ਨੂੰ ਸਮਝਣਾ ਹੈ ਕਿ ਅਸੀਂ ਕਿੱਥੇ ਸਾਡਾ ਮਨ ਫਸਿਆ ਹੋਇਆ ਹੈ। ਜਾਣਾ ਉਹਨੇ ਕਿੱਥੇ ਹੈ? ਚੌਥੇ ਪਦ ਤੇ, ਨਿਜ ਘਰ ਦੇ ਵਿੱਚ, ਥਿਰ ਘਰ ਦੇ ਵਿੱਚ, ਬੇਗਮਪੁਰਾ ਸ਼ਹਿਰ ਦੇ ਵਿੱਚ, ਜਿੱਥੇ ਕੋਈ ਗਮ ਨਹੀਂ, ਜਿੱਥੇ ਆਨੰਦ ਹੀ ਆਨੰਦ ਦੀ ਅਵਸਥਾ ਹੈ। ਉਸ ਜਗ੍ਹਾ ਤੇ ਜਾਣਾ ਹੈ ਜੋ ਮਨ ਦਾ ਅਸਲ ਘਰ ਹੈ, ਜਿੱਥੇ ਸਾਡਾ ਮਾਤਾ ਪਿਤਾ ਹੈ। ਆਪਦੇ ਪਿਤਾ ਦੀ ਗੋਦ ਦੇ ਵਿੱਚ ਜਾਣਾ ਹੈ ਮਨ ਨੇ। ਸੋ ਅਸੀਂ ਇੱਥੋਂ ਕਿਸੇ ਸਿਰੇ ਤੋਂ ਤੁਰਾਂਗੇ। ਇਹ ਪ੍ਰੈਕਟੀਕਲ ਜੋ ਜੀਵ ਜਗਿਆਸੂ ਨੇ, ਜੋ ਜਾਗ ਚੁੱਕੇ ਮਨ ਨੇ, ਜੋ ਪ੍ਰੈਕਟੀਕਲ ਕਰ ਰਹੇ ਨੇ, ਉਹਨਾਂ ਮਨਾਂ ਦੀ ਕਹਾਣੀਆਂ ਕਿ ਜਿਹੜੇ ਮਨ ਆਪਦੇ ਮਨ ਦੀ ਖੋਜ ਕਰ ਰਹੇ ਨੇ, ਜੋ ਆਪਣੇ ਆਪ ਦੀ ਖੋਜ ਕਰ ਰਹੇ ਨੇ ਕਿ ਅਸੀਂ ਇੱਕ ਮਨ ਹਾਂ, ਦੂਸਰੇ ਨੂੰ ਤਾਂ ਜ਼ਰੂਰਤ ਹੀ ਨਹੀਂ ਇਸ ਚੀਜ਼ ਦੀ। ਸੋ ਗੁਰਮੁਖ ਪਿਆਰਿਓ, ਜਦੋਂ ਆਪਾਂ ਮੁਲਾਂਕਣ ਕੀਤਾ ਵੀ ਸਾਡਾ ਮਨ ਕਿੱਥੋਂ ਵਿਚਾਰ ਲੈ ਰਿਹਾ, ਕੀ ਇਹ ਰਜੋ ਗੁਣ ਤੇ ਆ, ਕੀ ਇਹ ਤਮੋ ਗੁਣ ਤੇ ਆ, ਕੀ ਇਹ ਸਤੋ ਗੁਣ ਤੇ ਜਾ ਰਿਹਾ, ਸਾਨੂੰ ਫਿਰ ਪਤਾ ਚੱਲਿਆ ਕਿ ਸਾਡਾ ਮਨ ਇਹਨਾਂ 3 ਹੱਟੀਆਂ ਤੋਂ ਮਿਕਸ ਵਿਚਾਰ ਲੈ ਰਿਹਾ ਆ। ਕਦੇ ਰਜੋ ਤੇ ਚਲੇ ਜਾਂਦਾ ਆ, ਕਦੇ ਤਮੋ ਤੇ ਚਲਿਆ ਜਾਂਦਾ ਆ, ਤੇ ਕਦੇ ਸਤੋ ਤੇ ਚਲਿਆ ਜਾਂਦਾ। ਸੋ ਗੁਰਮੁਖ ਪਿਆਰਿਓ, ਜਦੋਂ ਅਸੀਂ ਮਨ ਦੇ ਵਿਚਾਰਾਂ ਨੂੰ ਦੇਖਿਆ ਕਿ ਸਾਨੂੰ ਕਿੰਨੀ ਕੁ ਮੈਲ ਲੱਗੀ ਹੋਈ ਆ, ਅਸੀਂ ਕਿਸ ਕਦਰ, ਹੁਣ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ ਕਿ ਅਸੀਂ ਆਪਦੇ ਮਨ ਦੀ ਜੋ ਕਹਾਣੀਆਂ ਉਹਨੂੰ ਸਮਝਣਾ ਹੈ। ਇੱਕ ਪਾਸੇ ਅਸੀਂ ਆਪਦੇ ਘਰ ਦੇ ਜਾਣ ਵਾਲੇ ਰਸਤੇ ਤੇ ਤੁਰਨਾ ਹੈ, ਤੇ ਦੂਸਰੇ ਪਾਸੇ ਅਸੀਂ ਕਾਲ ਦੇ ਜਾਲ ਨੂੰ ਕੱਟਦੇ ਜਾਣਾ ਹੈ। ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਅਸੀਂ ਆਪਦੇ ਮਨ ਦੀ ਕਹਾਣੀ ਸਮਝਣੀ ਹੈ ਕਿ ਮਹਾਰਾਜ ਸਾਨੂੰ ਕਿਸ ਚੀਜ਼ ਨੂੰ ਕਰਨ ਦੇ ਲਈ ਕਹਿ ਰਹੇ ਨੇ ਗੁਰਬਾਣੀ ਗੁਰੂ ਦੇ ਵਿੱਚ, ਤੇ ਕਿਹੜੀਆਂ ਚੀਜ਼ਾਂ ਨੂੰ ਛੱਡਣ ਦੇ ਲਈ ਕਹਿ ਰਹੇ ਨੇ। ਸੋ ਹੁਣ ਅਸੀਂ ਫਿਰ ਇਹ ਖੇਡ ਖੇਡਣਾ, ਇਹ ਮਾਲਕ ਦੀ ਕਿਰਪਾ ਦੇ ਦੁਆਰਾ ਫਿਰ ਇਹ ਬੁੱਝਣਾ ਸੌਖਾ ਹੋ ਜਾਊਗਾ। ਹੁਣ ਮਹਾਰਾਜ ਕਹਿ ਰਹੇ ਵੀ ਸਾਡੇ ਮਨ ਦੀਆਂ 4 ਵੱਜਰ ਕਰੈਤਾਂ ਆ, ਠੀਕ ਆ ਜੀ, ਸਾਰਿਆਂ ਦੀਆਂ ਹੀ, ਅਸੀਂ ਉਹਨਾਂ ਨੂੰ ਛੱਡਣਾ ਆ। ਸੋ ਜਦੋਂ ਅਸੀਂ ਸਭ ਤੋਂ ਪਹਿਲਾਂ ਸਾਡੇ ਅੰਦਰ ਹਉਮੈ ਆ, ਠੀਕ ਆ ਜੀ,
ਸਾਡਾ ਮਨ ਇੰਨਾ ਕੁ ਜ਼ਿਆਦਾ ਹਉਮੈ ਦੇ ਵੱਸ ਹੈ, ਇੰਨੀ ਕੁ ਜ਼ਿਆਦਾ ਸੂਖਮ ਹਉਮੈ ਹੈ ਕਿ ਜੇ ਉਹ ਹਉਮੈ ਦੇ ਵੱਸ ਤਮੋ ਗੁਣ ਤੇ ਤਾਂ ਹਉਮੈ ਦੇ ਵਿਚਾਰ ਲੈ ਹੀ ਰਿਹਾ ਆ, ਠੀਕ ਆ ਜੀ, ਰਜੋ ਗੁਣ ਤੇ ਲੈ ਹੀ ਰਿਹਾ ਆ, ਤੇ ਇਹ ਉਹਨੂੰ ਸਤੋ ਗੁਣ ਤੇ ਜਾ ਕੇ ਵੀ ਹਉਮੈ ਦੇ ਵਿਚਾਰ ਦੇ ਰਹੇ ਨੇ। ਜਿੱਥੇ ਅਸੀਂ ਆਪਣੇ ਆਪ ਨੂੰ ਗਿਆਨੀ ਸਮਝਣਾ ਸ਼ੁਰੂ ਕਰ ਦਿੰਦੇ ਆ ਕਿ ਮੈਂ ਬਹੁਤ ਗਿਆਨਵਾਨ ਆ, ਮੈਨੂੰ ਗੁਰਬਾਣੀ ਗੁਰੂ ਬਹੁਤ ਕੰਠ ਆ, ਠੀਕ ਆ ਜੀ, ਤੇ ਮੈਂ ਗੁਰਬਾਣੀ ਗੁਰੂ ਦੀ ਵਿਆਖਿਆ ਵੀ ਬੜੀ ਵਧੀਆ ਕਰ ਲੈਣਾ, ਮੈਂ ਜਿੱਥੇ ਸਾਡੇ ਵਿੱਚ ਮੈਂ ਆ ਗਈ। ਹੁਣ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ ਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਹੇ ਨਾ ਟਿਕਿਆ ਇੱਕ ਥਾਈ। ਵੀ ਹੁਣ ਜੇ ਨਾਮ ਹੈ ਮਨ ਦੇ ਵਿੱਚ ਵਸ ਗਿਆ ਤੇ ਉੱਥੇ ਮਾਲਕ ਦੀ ਕਿਰਪਾ ਦੇ ਦੁਆਰਾ ਮਾਲਕ ਨੇ ਸਾਡੇ ਨਾਲ ਆਪ ਵਿਚਰ ਕੇ ਉਹ ਪ੍ਰੈਕਟੀਕਲ ਕਰਵਾਉਣਗੇ ਤੇ ਸਾਡੇ ਅੰਦਰੋਂ ਉਹ ਹਉਮੈ, ਸੂਖਮ ਤੋਂ ਸੂਖਮ ਹਉਮੈ ਨੂੰ ਨਾਮ ਦੇ ਦੁਆਰਾ ਕੱਢਿਆ ਜਾਊਗਾ। ਹੁਣ ਨਾਮ ਦਾ ਭੇਦ ਅਸੀਂ ਲੈਂਦੇ ਨਹੀਂ ਤੇ ਅਸੀਂ ਫਿਰ ਹਉਮੈ ਦੇ ਵੱਸ ਆ ਕੇ ਆਪਣੇ ਆਪ ਨੂੰ, ਕਿਉਂਕਿ ਜੇ ਅਸੀਂ ਨਾਮ ਦਾ ਭੇਦ ਨਹੀਂ ਲੈਂਦੇ ਤੇ ਅਸੀਂ ਬਾਣੀ ਵੀ ਪੜ੍ਹਦੇ ਹਾਂ ਤੇ ਅਸੀਂ ਆਪਦੇ ਜੋ ਬਹੁਤ ਗਿਣਤੀ ਜੀਵ ਅਸੀਂ ਕਰ ਰਹੇ ਹਾਂ ਕਿ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਠੀਕ ਆ ਜੀ, ਤੇ ਅਸੀਂ ਅੰਮ੍ਰਿਤਪਾਨ ਕੀਤਾ ਹੋਇਆ ਆ, ਗੁਰਬਾਣੀ 5 ਬਾਣੀਆਂ ਪੜ੍ਹਦੇ ਆ, ਠੀਕ ਆ ਜੀ, ਸ਼ਾਮ ਨੂੰ ਰਹਿਰਾਸ ਸਾਹਿਬ ਵੀ ਪੜ੍ਹਦੇ ਆ, ਅਸੀਂ ਸਹਿਜ ਪਾਠ ਵੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ, ਪਰ ਅਸੀਂ ਆਪਦੇ ਮਨ ਦੀ ਜਿੰਨਾ ਚਿਰ ਕਹਾਣੀ ਨਹੀਂ ਸਮਝਦੇ ਵੀ ਆਪਾਂ ਨੂੰ ਗੁਰਬਾਣੀ ਗੁਰੂ ਨੂੰ ਪੜ੍ਹਨ ਦੀ ਜ਼ਰੂਰਤ ਕਿਉਂ ਆ। ਦੇਖੋ, ਸਤੋ ਗੁਣ ਤੇ ਬਤਾਇਆ ਹੋਇਆ ਜੀਵਨ ਵੀ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਜੇ ਅਸੀਂ ਸਤੋ ਗੁਣ ਤੇ ਵੀ ਆਪਦਾ ਜੀਵਨ ਬਤੀਤ ਕਰਦੇ ਹਾਂ ਤਾਂ ਵੀ ਅਸੀਂ ਜੂਨਾਂ ਵਿੱਚ ਹਾਂ। ਕਿਉਂਕਿ ਅਸੀਂ ਨਾਮ ਦੇ ਵਿੱਚ ਸਮਾ ਕੇ ਹੀ ਕੇਵਲ ਤੇ ਕੇਵਲ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ। ਸੋ ਜੇ ਅਸੀਂ ਨਾਮ ਦਾ ਭੇਦ ਨਹੀਂ ਲੈਂਦੇ ਤੇ ਉਹ ਫਿਰ ਸਾਡਾ ਜੋ ਗਿਆਨ ਹੈ ਅੰਦਰੋਂ ਉਹ ਜ਼ਿਆਦਾ ਸਾਡੇ ਵਾਸਤੇ ਭਾਰੂ ਪੈ ਜਾਂਦਾ, ਕਿਉਂਕਿ ਉਹ ਸਾਨੂੰ ਸੂਖਮ ਤੋਂ ਸੂਖਮ ਹਉਮੈ ਚ ਲੈ ਜਾਂਦੇ। ਅਸੀਂ ਆਪਣੇ ਆਪ ਨੂੰ ਦੂਸਰਿਆਂ ਦੇ ਨਾਲੋਂ ਵੱਖ ਕਰਕੇ ਸੋਚਣਾ ਸ਼ੁਰੂ ਕਰ ਦਿੰਦੇ ਆ ਤੇ ਅਸੀਂ ਇਹ ਦੇਖਦੇ ਹਾਂ ਵੀ ਅਸੀਂ ਬਹੁਤ ਜ਼ਿਆਦਾ ਉੱਚੇ ਸੁੱਚੇ ਹੋ ਗਏ ਤੇ ਜਿਹੜੇ ਸਿਮਰਨ ਨਹੀਂ ਕਰਦੇ ਜਾਂ ਜਿਹੜੇ ਗੁਰਬਾਣੀ ਨਹੀਂ ਪੜ੍ਹਦੇ ਤੇ ਉਹ ਮਨਮੁਖ ਹੋ ਗਏ। ਸੋ ਇਹ ਸਾਡੇ ਵਿੱਚ ਕੀ ਪੈਦਾ ਕਰ ਦਿੱਤੀ ਆ? ਹਉਮੈ। ਅਸੀਂ ਇਸ ਹਉਮੈ ਨੂੰ, ਅਸੀਂ ਇਸ ਨੂੰ ਸਮਝਦਿਆਂ ਹੋਇਆ, ਹੁਣ ਅਸੀਂ ਇਸ ਨੂੰ ਸਮਝ ਵੀ ਨਹੀਂ ਸਕਦੇ ਕਿਉਂਕਿ ਸਾਡੀ ਮੱਤ ਬਹੁਤ ਜ਼ਿਆਦਾ ਥੋੜੀ ਆ, ਸਾਨੂੰ ਇਸ ਚੀਜ਼ ਦਾ ਭੇਦ ਹੀ ਨਹੀਂ ਆ ਸਕਦਾ। ਸੋ ਗੁਰਮੁਖ ਪਿਆਰਿਓ, ਫਿਰ ਇਹ ਸਾਨੂੰ ਇਸ ਚੀਜ਼ ਬਾਰੇ ਭੇਦ ਆਏਗਾ ਕਿਵੇਂ? ਇਸੇ ਕਰਕੇ ਮਹਾਰਾਜ ਕਹਿੰਦੇ ਵੀ ਤੁਸੀਂ ਉਸ ਸੱਚੀ ਸੰਗਤ ਦੇ ਵਿੱਚ ਜਾਓ। ਸੱਚੀ ਸੰਗਤ ਦੇ ਵਿੱਚ ਮਾਲਕ ਆਪ ਕਿਰਪਾ ਕਰਦੇ ਨੇ ਜਿਨ੍ਹਾਂ ਗੁਰਮੁਖਾਂ ਦੇ ਉੱਪਰ, ਵਡਭਾਗੀ ਹਰ ਸੰਗਤ ਪਾਵੈ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹੀ ਉਸ ਸੱਚੀ ਸੰਗਤ ਦੇ ਵਿੱਚ ਜਾਂਦੇ ਨੇ ਤੇ ਸੱਚੀ ਸੰਗਤ ਦੇ ਵਿੱਚ ਜਾ ਕੇ ਉਹ ਆਪਦੇ ਮਨ ਦੀ ਕਹਾਣੀ ਨੂੰ ਸਮਝਦੇ ਨੇ ਕਿ ਬੇਸ਼ੱਕ ਮੈਂ ਸਤੋ ਗੁਣ ਤੇ ਵੀ ਜੀਵਨ ਬਤੀਤ ਕਰ ਰਿਹਾ ਹਾਂ, ਪਰ ਮੈਂ ਆਪਣੇ ਆਪ ਨੂੰ ਉੱਚਾ ਸਮਝਦਾ ਆ, ਇਸ ਕਰਕੇ ਮੈਂ ਹਉਮੈ ਦੇ ਵੱਸ ਹਾਂ। ਹੁਣ ਅਸੀਂ ਹਉਮੈ ਦੇ ਵੱਸ ਆਏ ਕਿਵੇਂ? ਸਭ ਤੋਂ ਵੱਡੀ ਗੱਲ ਹੈ ਇਹ, ਦੇਖੋ ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਅਸੀਂ ਹਉਮੈ ਦੇ ਵੱਸ ਇਸ ਕਰਕੇ ਆਉਂਦੇ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਇਹ ਦ੍ਰਿਸ਼ਮਾਨ ਸਰੀਰ ਸਮਝ ਲਿਆ। ਸਭ ਤੋਂ ਪਹਿਲਾਂ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਖੇਡ ਬਣਾਇਆ ਹੈ ਦਿਵਸ ਰਾਤ ਦਾ, ਇਹ ਖੇਡ ਇੱਕ ਦ੍ਰਿਸ਼ਮਾਨ ਚ ਚੱਲ ਰਿਹਾ ਆ ਤੇ ਨਾਲ ਹੀ ਨਾਲ ਸੂਖਮ ਚ ਵੀ ਖੇਡ ਚੱਲ ਰਿਹਾ। ਹੁਣ ਸੂਖਮ ਦਾ ਆਪਾਂ ਨੂੰ ਭੇਦ ਨਹੀਂ ਆਇਆ ਕਿਉਂਕਿ ਸਾਡੀ ਜੋ ਸੁਰਤੀ ਆ ਉਹ ਤ੍ਰੈ ਗੁਣਾਂ ਦੇ ਵਿੱਚ ਇੰਨੀ ਜ਼ਿਆਦਾ ਦ੍ਰਿੜਤਾ ਰੱਖ ਚੁੱਕੀ ਆ ਕਿ ਅਸੀਂ ਸਾਰੇ ਬਹੁ ਗਿਣਤੀ ਜੀਵ ਆਪਣੇ ਆਪ ਨੂੰ ਕੀ ਸਮਝਦੇ ਆ? ਬੋਡੀ, ਅਦ੍ਰਿਸ਼ਮਾਨ ਸਰੀਰ ਸਮਝਦੇ ਆ। ਸੋ ਇਸ ਕਰਕੇ ਅਸੀਂ ਇਹ ਦ੍ਰਿਸ਼ਮਾਨ ਦਾ ਜੋ ਖੇਡ ਆ, ਕਿਉਂਕਿ ਜਦੋਂ ਸਾਨੂੰ ਨਾਮ ਦਾ ਭੇਦ ਨਹੀਂ, ਜਦੋਂ ਆਪਦੇ ਮਨ ਦੇ ਨਾਲ ਅਸੀਂ ਸੁਰਤ ਦੇ ਦੁਆਰਾ ਗੁਰਬਾਣੀ ਗੁਰੂ ਨੂੰ ਨਹੀਂ ਵਿਚਾਰ ਕੇ ਪੜ੍ਹਦੇ, ਸਾਡਾ ਮਨ ਜਾਗਿਆ ਹੀ ਨਹੀਂ, ਜਾਗਤ ਅਵਸਥਾ ਚ ਨਹੀਂ ਆਇਆ, ਉਹ ਸੁੰਨ ਚ ਨਹੀਂ ਜਾਂਦਾ, ਉਹਨੇ ਨਾਮ ਦਾ ਭੇਦ ਨਹੀਂ ਲਿਆ, ਉਹਨਾਂ ਟਾਈਮ ਅਸੀਂ ਇਸ ਸਰੀਰ ਤੋਂ ਹੀ ਭਗਤੀ ਕਰਵਾਈ ਜਾ ਰਹੇ ਹਾਂ ਤੇ ਸਰੀਰ ਦੀ ਕੀਤੀ ਹੋਈ ਭਗਤੀ ਜਿਹੜੀ ਆ ਉਹ ਤ੍ਰੈ ਗੁਣਾਂ ਦਾ ਗਿਆਨ ਬਣ ਰਹੀ। ਬੇਸ਼ੱਕ ਸਤੋ ਗੁਣ ਤੇ ਵੀ ਆ ਪਰ ਹੈ ਤਾਂ ਤ੍ਰੈ ਗੁਣਾਂ ਦੇ ਵਿੱਚ ਹੀ ਆ ਰਹੀ ਹੈ ਨਾ ਸਾਡੀ ਸੁਰਤੀ। ਸੋ ਉੱਥੇ ਜਦੋਂ ਗਿਆਨ ਬਣ ਰਿਹਾ ਆ ਤੇ ਉਹ ਗਿਆਨ ਸਾਡੀ ਹਉਮੈ ਦਾ ਕਾਰਨ ਬਣ ਜਾਂਦਾ। ਸੋ ਅਸੀਂ ਜਦੋਂ ਇਸ ਖੇਡ ਨੂੰ ਸਮਝਦੇ, ਮਾਲਕ ਦੀ ਕਿਰਪਾ ਦੇ ਦੁਆਰਾ ਗੁਰਮੁਖਾਂ ਦੀ ਸੰਗਤ ਚ ਜਾਂਦੇ ਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਆ ਤੇ ਮਾਲਕ ਸਾਡੇ ਤੇ ਕਿਰਪਾ ਕਰਦੇ ਆ ਤੇ ਗੁਰਮੁਖ ਪਿਆਰਿਓ, ਸਾਡਾ ਇਹ ਖੇਡ, ਜੋ ਸਾਡਾ ਭਾਵ ਮਨ ਦਾ ਇਹ ਜੋ ਖੇਡ ਹੈ ਉਹ ਵੱਖਰਾ ਹੋ ਜਾਂਦਾ।
ਕਿਉਂਕਿ ਸਾਨੂੰ ਗੁਰਮੁਖਾਂ ਦੇ ਦੁਆਰਾ, ਕਿਉਂਕਿ ਗੁਰਮੁਖਾਂ ਨੇ ਆਪ ਬਹੁਤ ਹੀ ਮਾਲਕ ਦੀ ਕਿਰਪਾ ਹੁੰਦੀ ਉਹਨਾਂ ਦੇ ਉੱਪਰ, ਤੇ ਉਹ ਮਾਲਕ ਦੇ ਨਾਲ ਉਹਨਾਂ ਦਾ ਮਿਲਾਪ ਹੋ ਚੁੱਕਾ ਹੁੰਦਾ। ਜਦੋਂ ਅਸੀਂ ਉਹਨਾਂ ਦੇ ਬਚਨ ਸੁਣਦੇ ਹਾਂ ਬੜੇ ਧਿਆਨ ਨਾਲ ਤੇ ਕਮਾਉਂਦੇ ਹਾਂ, ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਦਿਆਂ ਹੋਇਆਂ ਆਪਦੇ ਜੀਵਨ ਨੂੰ ਪ੍ਰੈਕਟੀਕਲ ਬਣਾਉਂਦੇ ਆ ਗੁਰਮੁਖ ਪਿਆਰਿਓ, ਤੇ ਸਾਨੂੰ ਫਿਰ ਗੁਰਮੁਖ ਸਮਝਾਉਂਦੇ ਆ ਕਿ ਤੁਸੀਂ ਜੋ ਇਹ ਬੋਡੀ ਹੈ ਤੁਹਾਡੇ ਅੰਦਰ, ਜੋ ਆਹ ਬੋਡੀ ਤੁਹਾਨੂੰ ਦਿਸ ਰਹੀ ਆ, ਇਹਦੇ ਅੰਦਰ ਤੁਹਾਡਾ ਇੱਕ ਸੂਖਮ ਮਨ ਹੈ, ਇੱਕ ਸੂਖਮ ਆਕਾਰ ਦਿੱਤਾ ਗਿਆ ਹੈ ਮਨ ਨੂੰ, ਤੇ ਉਸ ਆਕਾਰ ਜੋ ਸੂਖਮ ਹੈ ਉਸੇ ਨੂੰ ਹੀ ਇਹ ਸਾਰੀ ਗੁਰਬਾਣੀ ਗੁਰੂ ਉਪਦੇਸ਼ ਦੇ ਰਹੇ ਨੇ। ਤੇ ਅਸੀਂ ਸਮਝ ਲਿਆ ਕਿ ਆ ਬੋਡੀ ਨੂੰ ਦੇ ਰਹੇ ਨੇ, ਆ ਬਾਹਰਲੇ ਕੱਪੜੇ ਨੂੰ। ਹੁਣ ਇਹ ਬਾਹਰਲਾ ਕੱਪੜਾ ਕਿਸ ਤਰੀਕੇ ਨਾਲ ਅਸੀਂ ਸਮਝਣਾ ਹੈ ਕਿ ਜਿਵੇਂ ਆ ਸਾਡੇ ਸਰੀਰ ਨੇ ਉੱਪਰਲਾ ਕੱਪੜਾ ਪਾਇਆ ਹੋਇਆ ਹੈ, ਇਹ ਸੂਖਮ ਦਾ ਇਹੋ ਜਿਹਾ ਹੀ ਕੱਪੜਾ ਹੈ ਬਾਹਰਲਾ। ਜਦੋਂ ਸੂਖਮ ਇਸ ਬੋਡੀ ਦੇ ਨਾਲ ਕਨੈਕਸ਼ਨ ਕਰਦਾ ਆ ਸਵੇਰੇ ਇੱਥੇ ਤਰਲੋਕੀ ਦੇ ਵਿੱਚ ਆ ਕੇ, ਜੋ ਸਾਨੂੰ ਇਹ ਸੂਖਮ ਮਨ ਜੋ ਨਿਰਦੇਸ਼ ਦੇ ਰਿਹਾ ਆ, ਠੀਕ ਆ ਜੀ, ਇਹ ਕੱਪੜਾ ਉਸੇ ਤਰੀਕੇ ਦੇ ਨਾਲ ਕਰ ਰਿਹਾ ਆ। ਸੋ ਇਹਦਾ ਆਪ ਦਾ ਕੋਈ ਨਹੀਂ ਹੈ। ਜਿੰਨਾ ਟਾਈਮ ਮਨ ਇਸ ਸੂਖਮ ਸਰੀਰ ਦੇ ਨਾਲ ਕਨੈਕਸ਼ਨ ਉਹਦਾ ਬਣਾਇਆ ਰੱਖਦਾ ਆ ਇਹ, ਠੀਕ ਆ ਜੀ, ਉਹਨਾਂ ਟਾਈਮ ਇਹ ਕੱਪੜਾ ਚੱਲਦਾ ਆ। ਜਦੋਂ ਉਹ ਫਿਰ ਇਹ ਖੇਡ ਸਮਾਪਤ ਕਰਕੇ ਸ਼ਾਮ ਨੂੰ ਸੌ ਜਾਂਦਾ ਆ, ਭਾਵ ਜਦੋਂ ਅਸੀਂ ਸੌ ਜਾਂਦੇ ਆ, ਜਦੋਂ ਸਾਡਾ ਮਨ ਆਪਦੇ ਘਰੇ ਚਲਿਆ ਜਾਂਦਾ, ਇਹ ਬੋਡੀ ਨੂੰ ਡਿਸਕਨੈਕਟ ਹੋ ਜਾਂਦਾ, ਉਹ ਇਸ ਬੋਡੀ ਦੇ ਨਾਲੋਂ, ਇਹ ਬੈੱਡ ਤੇ ਪਿਆ ਰਹਿ ਜਾਂਦਾ, ਠੀਕ ਆ ਜੀ। ਜਿੱਥੇ ਲੱਤ ਪਈ ਆ, ਬਾਂਹ ਪਈ ਆ, ਜਿਸ ਤਰੀਕੇ ਦੀ ਹਾਲਤ ਦੇ ਵਿੱਚ ਅਸੀਂ ਪਏ ਆ, ਅਸੀਂ ਪਏ ਰਹਿੰਦੇ ਆ ਜਿੰਨਾ ਟਾਈਮ ਉਹ ਸੂਖਮ ਜੋ ਹੈ ਸਾਡੇ ਵਿੱਚੋਂ ਇਸ ਬੋਡੀ ਦੇ ਵਿੱਚੋਂ ਚਲਿਆ ਜਾਂਦਾ। ਸੋ ਇਹਦਾ ਆਪ ਦਾ ਇਹਦਾ ਆਪ ਦਾ ਕੋਈ ਮਤਲਬ ਨਹੀਂ। ਜਿੰਨਾ ਟਾਈਮ ਉਹ ਸੂਖਮ ਆਉਂਦਾ ਆ, ਠੀਕ ਆ ਜੀ, ਉਹਨਾਂ ਟਾਈਮ ਹੀ ਇਹਦਾ ਕਨੈਕਸ਼ਨ ਬਣਦਾ ਆ। ਜਿਵੇਂ ਇਹਨੂੰ ਪਾਵਰ ਮਿਲਦੀ ਆ ਅੰਦਰੋਂ ਸੂਖਮ ਦੇ ਦੁਆਰਾ, ਤੇ ਇਹ ਸਰੀਰ ਹਿੱਲਦਾ ਆ। ਤੇ ਜਦੋਂ ਉਹ ਸਦੀਵੀ ਜੋ ਆਪਾਂ ਜਦੋਂ ਖੇਡ ਖਤਮ ਹੋ ਜਾਂਦੀ ਆ ਸਾਡੀ, ਭਾਵ ਜਦੋਂ ਮਨ ਨੂੰ ਜੋ ਜਿੰਨੇ ਸਵਾਸ ਲੈ ਕੇ ਮਾਲਕ ਦੇ ਵੱਲੋਂ ਆਇਆ ਹੁੰਦਾ ਆ, ਜਦੋਂ ਸਾਰੇ ਸਵਾਸ ਖਤਮ ਹੋ ਜਾਂਦੇ ਆ, ਜਿਸ ਛਿਨ ਪਲ ਦੇ ਵਿੱਚ ਉਹ ਸੂਖਮ ਵਿੱਚੋਂ ਨਿਕਲਿਆ, ਮਨ ਨਿਕਲਿਆ, ਇਹ ਬੋਡੀ ਕੀ ਹੋ ਗਈ? ਮਿੱਟੀ। ਸੋ ਇਸ ਬੋਡੀ ਨੂੰ ਆਧਾਰ ਬਣਾ ਕੇ ਅਸੀਂ ਕੀ ਕਰ ਰਹੇ ਆ? ਅਸੀਂ ਸਾਰਾ ਹੀ ਇਹ ਤ੍ਰੈ ਗੁਣਾਂ ਦਾ ਵਪਾਰ ਕਰ ਰਹੇ ਆ, ਹਉਮੈ ਕਰੀ ਜਾ ਰਹੇ, ਮੋਹ ਕਰੀ ਜਾ ਰਹੇ। ਹੁਣ ਗੁਰਮੁਖ ਪਿਆਰਿਓ, ਇਹ ਗੱਲ ਨੂੰ ਜਦੋਂ ਗੁਰਮੁਖ ਪਿਆਰਿਆਂ ਦੇ ਨਾਲ ਆਪਣਾ ਮਿਲਾਪ ਹੁੰਦਾ ਆ, ਉਹ ਗੁਰਬਾਣੀ ਗੁਰੂ ਨੂੰ ਆਧਾਰ ਬਣਾ ਕੇ ਆਪਾਂ ਨੂੰ ਇਹ ਬਰੀਕੀ ਸਮਝਾਉਂਦੇ ਆ ਕਿ ਤੁਸੀਂ ਜੋ ਆਪਣੇ ਆਪ ਨੂੰ ਜੁਗਾਂ ਜੁਗਾਂ ਤੋਂ ਸਮਝਦੇ ਆਏ ਹੋ, ਤੁਸੀਂ ਉਹ ਹੈ ਹੀ ਨਹੀਂ ਅਸਲ ਦੇ ਵਿੱਚ। ਇੱਥੇ ਸਾਡੇ ਨਾਲ ਧੋਖਾ ਹੋ ਗਿਆ, ਸਾਡੇ ਨਾਲ ਭਾਵ ਮਨ ਦੇ ਨਾਲ। ਕਿਹਨੇ ਕੀਤਾ? ਕਾਲ ਨੇ, ਠੀਕ ਆ ਜੀ। ਕਾਲ ਦੇ 5 ਦੂਤਾਂ ਨੇ ਸਾਨੂੰ ਭਰਮ ਦੇ ਵਿੱਚ ਇਸ ਕਦਰ ਪਾ ਦਿੱਤਾ ਕਿ ਸਾਡੇ ਨਾਲ ਧੋਖਾ ਹੋ ਗਿਆ। ਅਸੀਂ ਆਪਣੇ ਆਪ ਨੂੰ ਦ੍ਰਿਸ਼ਮਾਨ ਸਮਝ ਲਿਆ, ਜਦ ਕਿ ਅਸੀਂ ਕੀ ਸੀਗੇ? ਸੂਖਮ। ਇਹ ਜਿੰਨਾ ਵੀ ਉਪਦੇਸ਼ ਗੁਰਮੁਖ ਪਿਆਰੇ ਸਾਨੂੰ ਕਰ ਰਹੇ ਨੇ, ਠੀਕ ਆ ਜੀ, ਸਾਡੀ ਸੁਰਤੀ ਜਦੋਂ ਧਿਆਨ ਦੇ ਨਾਲ ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਭਾਵ ਉਹ ਮਨ ਜਿਸ ਨੂੰ ਸਮਝਾਇਆ ਜਾ ਰਿਹਾ ਉਹ ਸੁਣ ਰਿਹਾ ਹੁੰਦਾ, ਕਿਉਂਕਿ ਉਹਨੂੰ ਸਮਝਣ ਦੀ ਲੋੜ ਆ। ਕਿਉਂਕਿ ਇਹ ਅਕਥ ਕਥਾ ਦਾ ਭੇਦ ਆ ਗੁਰਬਾਣੀ ਗੁਰੂ, ਜਿਸ ਨੂੰ ਕਥਿਆ ਨਹੀਂ ਜਾ ਸਕਦਾ, ਇਸ ਦ੍ਰਿਸ਼ਮਾਨ ਦੇ ਵਿੱਚ ਹੰਡਾਇਆ ਜਾ ਸਕਦਾ ਸੂਖਮ ਮਨ ਦੇ ਦੁਆਰਾ, ਕਿਉਂਕਿ ਉਹਨੇ ਖੇਡ ਖੇਡਣਾ, ਉਹਨੂੰ ਸਵਾਸ ਮਿਲੇ ਹੋਏ ਨੇ, ਉਹਦੇ ਤੋਂ ਹੀ ਲੇਖਾ ਪੁੱਛਿਆ ਜਾਏਗਾ ਅੱਗੇ। ਜਿਸ ਲੇਖੇ ਬਾਰੇ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਧਰਮਰਾਜ ਫਿਰ ਲੇਖਾ ਮੰਗਦਾ ਹੈ, ਠੀਕ ਹੈ ਜੀ, ਜਮਾਂ ਦੀ ਮਾਰ ਪੈਂਦੀ ਆ, ਉਹ ਉਸ ਸੂਖਮ ਤੋਂ ਹੀ ਮੰਗਿਆ ਜਾਏਗਾ। ਹੁਣ ਭਗਤੀ ਕਿਹਨੇ ਕਰਨੀ? ਹੁਣ ਦੇਖੋ, ਜਿਸ ਨੂੰ ਸਵਾਸ ਦਿੱਤੇ ਆ, ਸੂਖਮ ਨੂੰ ਦਿੱਤੇ ਆ, ਮਨ ਨੂੰ ਦਿੱਤੇ ਆ, ਤੇ ਲੇਖਾ ਵੀ ਉਹ ਤੋਂ ਪੁੱਛਿਆ ਜਾਣਾ, ਠੀਕ ਆ ਜੀ। ਹੁਣ ਇਹ ਮੈਲ ਵੀ ਇਸ ਮਨ ਨੂੰ ਲੱਗੀ ਹੋਈ ਆ, ਦੁੱਖ ਵੀ ਇਸ ਮਨ ਨੂੰ ਲੱਗੇ ਹੋਏ ਆ। ਇਹ 5 ਜਾਣੇ ਕਿਹਦੇ ਦੁਸ਼ਮਣ ਆ? ਮਨ ਦੇ, ਕਿਉਂਕਿ ਮਨ ਨੂੰ ਵਿਚਾਰ ਦੇ ਰਹੇ ਨੇ, ਫੁਰਨੇ ਦੇ ਰਹੇ ਨੇ। ਤੇ ਗੁਰਮੁਖ ਪਿਆਰਿਓ, ਹੁਣ ਭਗਤੀ ਵੀ ਤਾਂ ਮਨ ਨੇ ਹੀ ਕਰਨੀ ਆ ਨਾ। ਤੇ ਉਹ ਮਨ ਜੋ ਸੂਖਮ, ਠੀਕ ਆ ਜੀ, ਉਹ ਭਗਤੀ ਕਦੋਂ ਕਰੂਗਾ? ਜਦੋਂ ਉਹ ਜਾਗਤ ਅਵਸਥਾ 'ਚ ਹੋਊਗਾ। ਹੁਣ ਦੇਖੋ, ਸੁੱਤਾ ਪਿਆ ਜੋ, ਹੁਣ ਆਪਾਂ ਜੇ ਦ੍ਰਿਸ਼ਮਾਨ 'ਚ ਵੀ ਲੈ ਲਈਏ, ਤੇ ਸੁੱਤਾ ਪਿਆ ਨੂੰ ਤਾਂ ਕੋਈ ਪਤਾ ਹੀ ਨਹੀਂ ਕੁਛ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਠੀਕ ਆ ਜੀ। ਸੁੱਤਾ ਪਿਆ ਨਾ ਕੋਈ ਗਿਆਨ ਕਰ ਸਕਦਾ, ਨਾ ਕੋਈ ਸੋਝੀ ਲੈ ਸਕਦਾ, ਨਾ ਕੋਈ ਉਪਦੇਸ਼ ਕਰ ਸਕਦਾ, ਨਾ ਉਹ ਆਪਣਾ ਆਪ ਜਾਣ ਸਕਦਾ ਮੈਂ ਕਿੱਥੇ ਪਿਆ, ਮੈਨੂੰ ਧੁੱਪ ਲੱਗ ਰਹੀ ਆ, ਮੈਨੂੰ ਠੰਡ ਲੱਗ ਰਹੀ ਆ, ਮੈਨੂੰ ਕੀ ਹੋ ਰਿਹਾ। ਸੁੱਤੇ ਪਏ ਨੂੰ ਪਤਾ ਹੀ ਨਹੀਂ ਲੱਗਦਾ ਕੁਛ ਵੀ। ਹੁਣ ਜਦੋਂ ਉਹ ਜਾਗਦਾ, ਠੀਕ ਆ ਜੀ, ਫੇਰ ਉਹਨੂੰ ਸਮਝ ਆਉਂਦੀ ਆ ਕਿ ਮੈਨੂੰ ਦੁੱਖ ਵੀ ਲੱਗਦਾ ਆ, ਮੈਨੂੰ ਪਿਆਸ ਵੀ ਲੱਗਦੀ ਆ, ਮੈਨੂੰ ਭੁੱਖ ਵੀ ਲੱਗਦੀ ਆ, ਮੇਰਾ ਮਾਲਕ ਨਾਲ ਵਿਛੋੜਾ ਵੀ ਪਿਆ ਹੋਇਆ ਆ, ਠੀਕ ਆ ਜੀ। ਮੈਂ ਆਪਦੇ ਘਰੋਂ ਵਾਪਸ ਆ ਗਿਆ, ਮੈਂ ਵਾਪਸ ਗਿਆ ਹੀ ਨਹੀਂ ਘਰੇ, ਵੀ ਮੈਨੂੰ ਇਹ 5 ਜਣੇ ਵਿਚਾਰ ਵੀ ਦੇ ਰਹੇ, ਫੁਰਨੇ ਵੀ ਦੇ ਰਹੇ। ਕਿਹਨੂੰ ਪਤਾ ਲੱਗਿਆ? ਜਦੋਂ ਉਹ ਮਨ ਜਾਗਿਆ। ਹੁਣ ਉਹ ਜੋ ਮਨ ਹੈ, ਉਹਦੇ ਵਾਸਤੇ ਮਾਲਕ ਨੇ ਸੁਖ ਮਹਿਲ ਦੇ ਵਿੱਚ, ਨਿਜਕਰ ਮਹਿਲ ਦੇ ਵਿੱਚ ਨਿਧਾਨ ਖਜ਼ਾਨਾ ਰੱਖਿਆ ਹੋਇਆ ਆ, ਠੀਕ ਆ ਜੀ। ਨਾਮ ਦਾ ਖਜ਼ਾਨਾ ਆ,
ਅੰਮ੍ਰਿਤ ਰਸ ਦਾ ਖਜ਼ਾਨਾ ਰੱਖਿਆ ਹੋਇਆ ਆ, ਪ੍ਰਕਾਸ਼ ਦਾ ਖਜ਼ਾਨਾ ਰੱਖਿਆ ਹੋਇਆ ਆ, ਠੀਕ ਆ ਜੀ। ਤੇ ਉਹ ਮਨ ਜਦੋਂ ਜਾਗਤ ਅਵਸਥਾ 'ਚ ਆਉਂਦਾ ਆ ਤੇ ਉਹ ਜਦੋਂ ਭਗਤੀ ਕਰਦਾ ਆ, ਉਹ ਭਗਤੀ ਕਿਵੇਂ ਕਰੇਗਾ? ਹੁਣ ਉਹ ਭਗਤੀ ਵੀ ਉੱਥੇ ਬੈਠ ਕੇ ਕਰੇਗਾ ਕਿਉਂਕਿ ਉਹ ਆਪ ਸੂਖਮ ਆ, ਠੀਕ ਆ ਜੀ। ਤੇ ਉਹਦਾ ਇਲਾਕਾ ਵੀ ਸੂਖਮ ਹੋਏਗਾ ਜਿੱਥੇ ਬੈਠ ਕੇ ਉਹ ਭਗਤੀ ਕਰੇਗਾ, ਠੀਕ ਆ ਜੀ। ਤੇ ਉਹ ਭਗਤੀ ਵੀ ਫਿਰ ਉਹ ਮਨ ਜਾਗਤ ਅਵਸਥਾ 'ਚ ਆਏਗਾ ਤੇ ਫਿਰ ਕਰੇਗਾ। ਜਿੰਨਾ ਟਾਈਮ ਅਸੀਂ ਵਿਚਾਰਾਂ ਅਤੇ ਫੁਰਨਿਆਂ ਦੇ ਵਿੱਚ ਸਾਡੀ ਸੁਰਤ ਘਿਰੀ ਹੋਈ, ਸਾਡਾ ਮਨ ਘਿਰਿਆ ਹੋਇਆ ਆ, ਉਹਨਾਂ ਟਾਈਮ ਅਸੀਂ ਉਸ ਇਲਾਕੇ 'ਚ ਜਾ ਨਹੀਂ ਸਕਦੇ ਕਿਉਂਕਿ ਜਦੋਂ ਤ੍ਰਿਲੋਕੀ ਦੇ ਨਾਲੋਂ ਸਾਡਾ ਜੋ ਕਨੈਕਸ਼ਨ ਆ ਉਹ ਕੱਟ ਹੁੰਦਾ ਆ ਤੇ ਫਿਰ ਅਸੀਂ ਆਪਦੇ ਘਰੇ ਜਾਂਦੇ ਆ, ਫੇਰ ਹੀ ਅਸੀਂ ਚੌਥੇ ਪਾਤੇ ਜਾ ਪਾਉਂਦੇ ਆ। ਹੁਣ ਤ੍ਰਿਲੋਕੀ ਦੇ ਨਾਲ ਜਿੰਨਾ ਟਾਈਮ ਸਾਡਾ ਕਨੈਕਸ਼ਨ, ਅਸੀਂ ਤ੍ਰਿਲੋਕੀ ਦੇ ਵਿਚਾਰ ਵੀ ਲਈ ਜਾ ਰਹੇ ਆ ਤੇ ਚਾਹੁੰਦੇ ਆ ਕਿ ਅਸੀਂ ਉੱਥੇ ਟਿਕਾਊ ਦੀ ਅਵਸਥਾ 'ਚ ਬੈਠੀਏ ਤੇ ਉੱਥੇ ਬੈਠ ਨਹੀਂ ਹੁੰਦਾ। ਸੋ ਗੁਰਮੁਖ ਪਿਆਰਿਓ, ਇਸ ਕਰਕੇ ਅਸੀਂ ਇਹ ਮੁਲਾਂਕਣ ਕਰਨਾ ਆਪਣੇ ਮਨ ਦਾ ਕਿ ਸਾਨੂੰ ਵਿਚਾਰ ਕਿਹੋ ਜਿਹੇ ਆ ਰਹੇ ਨੇ। ਜਦੋਂ ਸਾਨੂੰ ਪਤਾ ਲੱਗ ਗਿਆ ਕਿ ਵਿਚਾਰ ਆ ਰਹੇ ਨੇ ਇਸ ਤਰੀਕੇ ਦੇ, ਫਿਰ ਅਸੀਂ ਸਮਝਣਾ ਕਿ ਇਹ ਕਿਹਨੂੰ ਦੇ ਰਿਹਾ ਵਿਚਾਰ, ਠੀਕ ਆ ਜੀ, ਮਨ ਨੂੰ ਦੇ ਰਹੇ ਨੇ ਇਹ ਵਿਚਾਰ। ਉਹ ਮਨ ਜਦੋਂ ਜਾਗਤ ਅਵਸਥਾ 'ਚ ਆਏਗਾ ਕੀ ਉਹ ਵਿਚਾਰ ਲਏਗਾ? ਨਹੀਂ ਲਏਗਾ। ਫਿਰ ਉਹ ਕੀ ਕਰੇਗਾ? ਬੇਨਤੀ ਕਰੇਗਾ ਕਿਉਂਕਿ ਉਹਦੇ ਆਪ ਦੇ ਵੱਸ 'ਚ ਨਹੀਂ, ਇਹ ਖੇਡ ਵੀ ਮਾਲਕ ਦਾ ਆ, ਮਾਲਕ ਦੇ ਦੁਆਰਾ ਹੀ ਉਹਨੂੰ ਖੇਡ ਖਿਡਾਇਆ ਜਾ ਰਿਹਾ। ਉਹ ਬੇਨਤੀ ਕਰੇਗਾ ਮਾਲਕ ਦੇ ਅੱਗੇ, ਤੇ ਜਦੋਂ ਮਨ ਦਰ ਤੇ ਬੈਠਾ ਹੋਇਆ ਬੇਨਤੀ ਕਰ ਰਿਹਾ ਤੇ ਗੁਰਮੁਖ ਪਿਆਰਿਓ, ਅਸੀਂ ਮਾਲਕ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦੇ ਆ ਵੀ ਮਾਲਕ ਤਤਕਾਲ ਦੇ ਵਿੱਚ, ਇੱਕ ਛਿਨ ਇੱਕ ਪਲ ਦੇ ਵਿੱਚ ਸਾਡੀ ਬੇਨਤੀ ਨੂੰ ਸੁਣਦੇ ਆ, ਪ੍ਰਵਾਨ ਕਰਦੇ ਆ, ਜਦੋਂ ਉਹ ਸੱਚੀ ਮੁੱਚੀ ਮਨ ਕਰ ਰਿਹਾ। ਹੁਣ ਦੇਖੋ, ਅਸੀਂ ਮਿਲਣਾ ਚਾਹੁੰਦੇ ਆ, ਸਾਡਾ ਮਨ ਆਪਦੀ ਮਤ ਵੀ ਨਹੀਂ ਛੱਡਦਾ ਤੇ ਬੇਨਤੀਆਂ ਵੀ ਕਰੀ ਜਾਂਦਾ। ਫਿਰ ਗੁਰਮੁਖ ਪਿਆਰੇ ਕਹਿੰਦੇ ਵੀ ਸਾਡੀ ਤਾਂ ਖੇਡ ਨਹੀਂ ਬਣ ਰਹੀ ਅੱਗੇ, ਠੀਕ ਹੈ ਜੀ, ਵੀ ਅਸੀਂ ਤਾਂ ਉਹ ਸਮਝ ਹੀ ਨਹੀਂ ਰਹੇ, ਮਾਲਕ ਸਾਨੂੰ ਭੇਦ ਨਹੀਂ ਆ ਰਿਹਾ। ਸੋ ਗੁਰਮੁਖ ਪਿਆਰਿਓ, ਜਿੰਨਾ ਟਾਈਮ ਸਾਡੀ ਜੋ ਸੁਰਤੀ ਆ, ਠੀਕ ਆ ਜੀ, ਜਦੋਂ ਉਹਨੂੰ ਜ਼ਰੂਰਤ ਮਹਿਸੂਸ ਹੋਈ ਕਿ ਮੈਂ ਮਿਲਣਾ ਆ, ਠੀਕ ਆ ਜੀ, ਮਾਲਕ ਦੇ ਨਾਲ ਮੇਰਾ ਵਿਛੋੜਾ ਪਿਆ ਹੋਇਆ ਆ, ਗੁਰਮੁਖ ਪਿਆਰਿਓ, ਫਿਰ ਉਸ ਟਾਈਮ ਤੇ ਅਸੀਂ ਅਵੇਸਲੇ ਨਹੀਂ ਹੁੰਦੇ, ਉਸ ਟਾਈਮ ਤੇ ਸਾਡਾ ਜੀ ਨਹੀਂ ਲੱਗਦਾ ਤਰਲੋਕੀ ਦੇ ਵਿੱਚ। ਜਿੰਨਾ ਟਾਈਮ ਸਾਡਾ ਮਾਲਕ ਦੇ ਨਾਲ ਮਿਲਾਪ ਨਹੀਂ ਹੁੰਦਾ, ਸਾਡੀ ਸੁਰਤੀ ਤੜਫਦੀ ਆ ਤੇ ਮਾਲਕ ਨੂੰ ਕੀ ਚਾਹੀਦਾ? ਤੜਫ, ਪਿਆਰ। ਹੁਣ ਤੜਫ ਅਸੀਂ ਕਿਹਦੇ ਲਈ ਰੱਖਦੇ ਆ, ਠੀਕ ਆ ਜੀ, ਹੁਣ ਤੜਫ ਵੀ ਅਸੀਂ ਉਹਦੇ ਲਈ ਰੱਖਾਂਗੇ ਜਿਹਨੂੰ ਅਸੀਂ ਇੰਪੋਰਟੈਂਸ ਦਿੰਦੇ ਆ। ਸਭ ਤੋਂ ਪਹਿਲਾਂ ਜਿਹਦੇ ਨਾਲ ਸਾਡਾ ਪਿਆਰ ਹੁੰਦਾ ਆ, ਉਹਦੇ ਲਈ ਅਸੀਂ ਤੜਫ ਰੱਖਦੇ ਆ, ਠੀਕ ਆ ਜੀ। ਹੁਣ ਜਦੋਂ ਸਾਡਾ ਮਾਲਕ ਦੇ ਨਾਲ ਪਿਆਰ ਹੀ ਨਹੀਂ ਪਿਆ ਤੇ ਸਾਨੂੰ ਤੜਫ ਹੀ ਨਹੀਂ ਮਹਿਸੂਸ ਹੋਣੀ। ਤੇ ਜਦੋਂ ਮਾਲਕ ਨੇ ਕਿਰਪਾ ਕਰ ਦਿੱਤੀ, ਸਾਡਾ ਮਾਲਕ ਦੇ ਨਾਲ ਪਿਆਰ ਪੈ ਗਿਆ। ਹੁਣ ਮਾਲਕ ਦੇ ਨਾਲ ਪਿਆਰ ਪਾਉਣਾ, ਉਹਦੇ ਨਾਲ ਜਿਹਦਾ ਕੋਈ ਨਾ ਰੰਗ ਨਾ ਰੂਪ, ਠੀਕ ਆ ਜੀ, ਨਾ ਕੋਈ ਰੇਖ ਨਾ ਭੇਖ, ਉਹਦੇ ਨਾਲ ਅਸੀਂ ਪਿਆਰ ਪਾਉਣਾ। ਉਹ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਆ, ਠੀਕ ਆ ਜੀ। ਉਹਦੇ ਨਾਲ ਪਿਆਰ ਆ ਦ੍ਰਿਸ਼ਮਾਨ ਸਰੀਰ ਦੇ ਨਾਲ ਤਾਂ ਨਹੀਂ ਪੈ ਸਕਦਾ ਕਿਉਂਕਿ ਆਪਦੀ ਮਤ ਦੇ ਵਿੱਚ ਆ, ਅਸੀਂ ਆਪਦੀ ਸੋਚ ਦੇ ਦੁਆਰਾ ਨਹੀਂ ਪਾ ਸਕਦੇ। ਹੁਣ ਉਹਦੇ ਨਾਲ ਪਿਆਰ ਵੀ ਉਹ ਪਾਏਗਾ ਜਿਹੜਾ ਉਹਦੇ ਵਰਗਾ ਹੋਏਗਾ। ਹੁਣ ਮਾਲਕ ਵੀ ਸੂਖਮ ਨੇ, ਜੋ ਸਾਡਾ ਮਨ ਆ ਉਹ ਕੀ ਆ? ਜੋਤ ਰੂਪ ਆ, ਠੀਕ ਆ ਜੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਮਨ ਕੀ ਆ? ਜੋਤ। ਹੁਣ ਜਦੋਂ ਮਨ ਜੋ ਸੂਖਮ ਆ ਉਹ ਆਪਦੀ ਜੋਤ ਨੂੰ ਪਛਾਣੇਗਾ, ਠੀਕ ਆ ਜੀ। ਹੁਣ ਉਹ ਜੋਤ ਜੋ ਹੈ ਸਾਡੇ ਅੰਦਰ, ਮਾਲਕ ਦੀ ਜੋਤ ਆ, ਮਾਲਕ ਪ੍ਰਕਾਸ਼ ਰੂਪ ਆ, ਮਾਲਕ ਨੇ ਆਪਦੇ ਵਿੱਚੋਂ ਹੀ ਜੋਤ ਸਾਡੇ ਅੰਦਰ ਦਿੱਤੀ ਹੋਈ ਆ, ਠੀਕ ਆ ਜੀ, ਰੱਖੀ ਹੋਈ ਆ ਜੋਤ ਸਾਡੇ ਅੰਦਰ, ਮਨ ਨੂੰ ਜੋਤ ਦਿੱਤੀ ਹੋਈ ਆ। ਹੁਣ ਜਦੋਂ ਉਹ ਆਪਦੀ ਜੋਤ ਨੂੰ ਪਛਾਣੇਗਾ, ਫਿਰ ਉਹ ਆਪਦੀ ਜੋਤ ਦਾ ਇਸਤੇਮਾਲ ਕਰਨਾ ਸਿੱਖੇਗਾ, ਠੀਕ ਆ ਜੀ। ਉਹ ਜੋਤ ਹੋ ਜਾਊਗਾ ਤੇ ਫਿਰ ਹੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਸਕਦਾ। ਕਿਉਂਕਿ ਗੁਰਮੁਖ ਪਿਆਰਿਓ, ਜਿਵੇਂ ਅਸੀਂ ਪਹਿਲਾਂ ਕਹਿ ਕੇ ਹਟੇ, ਇੱਕ ਦ੍ਰਿਸ਼ਮਾਨ ਦਾ ਖੇਡ ਆ ਜਿਹੜਾ ਇਹ ਪੂਰੀ ਦੁਨੀਆ ਖੇਡ ਰਹੀ ਆ, ਠੀਕ ਆ ਜੀ, ਸੁੱਤੇ ਹੋਏ ਭਰਮ ਦੇ ਵਿੱਚ ਪੰਜਾਂ ਦੇ ਦੁਆਰਾ ਖਿਡਾਇਆ ਜਾ ਰਿਹਾ। ਇੱਕ ਖੇਡ ਆ ਜਿਹੜਾ ਸੂਖਮ ਦੇ ਵਿੱਚ ਖੇਡਦਾ, ਮਨ ਖੇਡਦਾ, ਸੂਖਮ ਖੇਡ ਹੋ ਜਾਂਦਾ ਦੂਸਰੇ ਨੰਬਰ ਦਾ, ਜਿਹੜਾ ਸੁੰਨ ਦੇ ਵਿੱਚ ਖੇਡਿਆ ਜਾਂਦਾ, ਚੌਥੇ ਪਦ ਤੇ ਖੇਡਿਆ ਜਾਂਦਾ, ਠੀਕ ਆ ਜੀ। ਸੁੰਨ ਦੇ ਵਿੱਚ ਮਨ ਫਿਰ ਆਪਦਾ ਸੂਖਮ ਆਕਾਰ ਲੈ ਕੇ ਉਹ ਖੇਡ ਖੇਡਦਾ, ਉਹ ਜਾਗਤ ਅਵਸਥਾ 'ਚ ਰਹਿੰਦਾ, ਉਹ ਇਹਨਾਂ ਪੰਜਾਂ ਨੂੰ ਵੀ ਪਛਾਣਦਾ ਆ, ਠੀਕ ਆ ਜੀ। ਤੇ ਉਹ ਉੱਥੇ ਜੋ ਸੂਖਮ ਦੇ ਵਿੱਚ ਜੋ ਸਾਡੇ ਘਰੇ ਉਹ ਖੇਡ ਚੱਲ ਰਿਹਾ, ਉਹ ਖੇਡ ਖੇਡਦਾ, ਉਹ ਮਨ ਨੂੰ ਹੀ ਫਿਰ ਮਾਲਕ ਦੀ ਕਿਰਪਾ ਦੇ ਦੁਆਰਾ ਮਾਲਕ ਆਪਦੀ ਆਵਾਜ਼, ਉਹ ਨਾਮ ਦਾ ਦਾਨ ਦਿੰਦੇ ਆ, ਠੀਕ ਆ ਜੀ। ਉਹ ਨਾਮ ਦੇ ਵਿੱਚ ਸਮਾਇਆ ਹੋਇਆ, ਫਿਰ ਉਹ ਮਨ ਭਗਤੀ ਕਰਦਾ, ਉਹਨੂੰ ਪਤਾ ਚੱਲ ਜਾਂਦਾ ਆ ਜਦੋਂ ਆਪਦਾ ਸਰੂਪ ਦੇਖ ਲੈਂਦਾ ਕਿ ਮੈਂ ਇੱਕ ਸੂਖਮ ਆ, ਤੇ ਉਹਨੂੰ ਵੀ ਪਤਾ ਚੱਲਦਾ ਕਿ ਭਗਤੀ ਵੀ ਮੈਂ ਹੀ ਕਰ ਰਿਹਾ ਆ ਬੈਠਾ ਹੋਇਆ ਦਰ ਤੇ, ਉਹਨੂੰ ਦਰ ਦਾ ਪਤਾ ਚੱਲ ਜਾਂਦਾ ਆ, ਠੀਕ ਆ ਜੀ। ਨਾਮ ਦੇ ਦੁਆਰਾ, ਸ਼ਬਦ ਦੇ ਦੁਆਰਾ, ਜੋ ਮਾਲਕ ਦੇ ਮੁਖ ਦੀ ਆਵਾਜ਼ ਆ,
ਉਸਦੇ ਦੁਆਰਾ ਉਹ ਫਿਰ ਉਹਨੂੰ ਪਤਾ ਚੱਲ ਜਾਂਦਾ, ਜਦੋਂ ਉਹ ਦੇਹ ਤੋਂ ਵੱਖ ਹੋ ਜਾਂਦਾ ਵੀ ਮੈਂ ਇੱਕ ਵੱਖਰਾ ਆ, ਮੈਂ ਇੱਕ ਸੂਖਮ ਆ, ਜਿਹਨੂੰ ਕਹਿੰਦੇ ਸੂਖਮ ਮੂਰਤ। ਠੀਕ ਆ ਜੀ। ਉਹ ਆਪਦੇ ਆਪ ਨੂੰ ਫਿਰ ਸਮਝ ਲੈਂਦਾ ਕਿ ਹਾਂ ਵੀ ਮੇਰਾ ਇਹ ਸਰੂਪ ਆ ਤੇ ਭਗਤੀ ਮੈਂ ਕਰ ਰਿਹਾ, ਵਿਚਾਰ ਵੀ ਇਹ 5 ਜਣੇ ਮੈਨੂੰ ਹੀ ਦੇ ਰਹੇ ਨੇ। ਠੀਕ ਆ ਜੀ। ਤੇ ਉਹ ਫਿਰ ਆਪਣੇ ਆਪ ਨੂੰ ਵੱਖਰਾ ਕਰ ਲੈਂਦਾ। ਉਹ ਉੱਥੇ ਖੇਡ ਖੇਡਦਾ, ਉਹ ਖੇਡ ਖੇਡਦਾ, ਨਾਮ ਚ ਸਮਾਉਂਦਾ ਆ ਮਾਲਕ ਦੇ ਨਾਲ। ਫਿਰ ਉਹਨੂੰ ਮਾਲਕ ਦੇ ਨਾਲ ਵਿਛੋੜਾ ਮਹਿਸੂਸ ਹੁੰਦਾ ਕਿ ਮੈਂ ਆਪਦੇ ਪਿਤਾ ਦੇ ਨਾਲੋਂ ਵਿਛੜਿਆ ਹੋਇਆ, ਮਾਲਕ ਦੇ ਨਾਲੋਂ ਮੇਰਾ ਵਿਛੋੜਾ ਪਿਆ ਹੋਇਆ ਆ। ਸੋ ਗੁਰਮੁਖ ਪਿਆਰਿਓ, ਜਦੋਂ ਅਸੀਂ ਕਿਸੇ ਦੇ, ਸਾਨੂੰ ਪਤਾ ਚੱਲ ਗਿਆ, ਸਾਨੂੰ ਇੰਪੋਰਟੈਂਸ ਪਤਾ ਚੱਲ ਗਈ ਕਿਸੇ ਦੀ, ਵੀ ਸਾਡਾ ਉਹਦੇ ਨਾਲ ਪਿਆਰ ਆ ਬਹੁਤ ਜ਼ਿਆਦਾ, ਸਾਡਾ ਉਹਦੇ ਨਾਲ ਵਿਛੋੜਾ ਪਿਆ ਹੋਇਆ, ਅਸੀਂ ਮਿਲਾਪ ਕਰਨਾ, ਤੇ ਸਾਡੇ ਅੰਦਰ ਤੜਫ ਪੈਦਾ ਹੁੰਦੀ ਹੈ। ਜਦੋਂ ਤੜਫ ਪੈਦਾ ਹੁੰਦੀ ਆ ਤੇ ਉਹ ਤੜਫ ਸਾਨੂੰ ਕਿੱਥੇ ਲੈ ਕੇ ਜਾਂਦੀ ਆ? ਸੰਗਤ ਦੇ ਵਿੱਚ, ਸੱਚੀ ਸੰਗਤ ਦੇ ਵਿੱਚ। ਤੇ ਫਿਰ ਅਸੀਂ ਸੱਚੀ ਸੰਗਤ ਦੇ ਵਿੱਚ ਜਾਂਦੇ ਆ, ਗੁਰਮੁਖ ਪਿਆਰਿਆਂ ਦੇ ਕੋਲੋਂ ਭੇਦ ਲੈਂਦੇ ਆ, ਕਿਉਂਕਿ ਫਿਰ ਅਸੀਂ ਗੁਰਮੁਖਾਂ ਨੂੰ ਦੇ ਨਾਲ ਵਿਚਾਰ ਕਰਦੇ ਆ ਕਿ ਵਾਹਿਗੁਰੂ ਅਸੀਂ ਕੀ ਕਰੀਏ ਕਿ ਸਾਡਾ ਮਾਲਕ ਦੇ ਨਾਲ ਮਿਲਾਪ ਹੋ ਜਾਵੇ। ਗੁਰਮੁਖ ਸਾਨੂੰ ਰਸਤਾ ਦੱਸਦੇ ਨੇ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਖੇਡਣਾ ਆ। ਸਭ ਤੋਂ ਵੱਡੀ ਗੱਲ ਨਾਲ ਇਹ ਵੀ ਆ ਕਿ ਮਾਲਕ ਆਪ ਜਦੋਂ ਸਾਨੂੰ ਇੱਥੇ ਤੱਕ ਲੈ ਜਾਂਦੇ, ਸਾਨੂੰ ਜਾਗਤ ਅਵਸਥਾ ਤੱਕ ਲੈ ਜਾਂਦੇ ਆ, ਤੇ ਮਾਲਕ ਆਪ ਵਿਚਰ ਕੇ ਸਾਡੇ ਨਾਲ ਪ੍ਰੈਕਟੀਕਲ ਕਰਵਾਉਂਦੇ ਆ। ਗੁਰਮੁਖ ਪਿਆਰਿਓ, ਅਸੀਂ ਆਪਣੇ ਆਪ ਨਹੀਂ ਇੱਥੇ ਤੱਕ ਪਹੁੰਚ ਸਕਦੇ, ਜਾਂ ਸਾਡਾ ਕੋਈ ਇਹ ਨਹੀਂ ਹੈਗਾ ਕਿ ਅਸੀਂ ਦ੍ਰਿਸ਼ਮਾਨ ਚ ਰਹਿੰਦਿਆਂ ਹੋਇਆ ਆਪਦੀ ਮੱਤ ਦਾ ਇਸਤੇਮਾਲ ਕਰਕੇ ਤੇ ਇਹ ਸਾਰਾ ਕੁਛ ਅਸੀਂ ਕਰ ਸਕਦੇ ਆ। ਨਹੀਂ, ਮਾਲਕ ਨੂੰ ਆਪ ਹੀ ਪਤਾ, ਜਿਸ ਮਨ ਨੂੰ ਚੁਣਿਆ, ਜਿਸ ਮਨ ਨੂੰ ਮਾਲਕ ਨੇ ਜਗਾਇਆ, ਜਿਸੈ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ। ਸੋ ਮਾਲਕ ਕਿਰਪਾ ਕਰਦੇ ਨੇ, ਸਾਨੂੰ ਜਗਾਉਂਦੇ ਨੇ। ਠੀਕ ਆ ਜੀ। ਜਗਾ ਕੇ ਕਿੱਥੋਂ ਜਗਾਉਂਦੇ ਨੇ? ਵਿਚਾਰਾਂ ਚੋਂ ਤੇ ਫੁਰਨਿਆਂ ਚੋਂ ਸਾਨੂੰ ਜਗਾਉਂਦੇ ਨੇ। ਜਗਾ ਕੇ ਸਾਡੇ ਤੇ ਕਿਰਪਾ ਕਰਕੇ ਫਿਰ ਸਾਡਾ ਜੋ ਖੇਡ ਹੈ ਉਹ ਆਪ ਖਿਡਾਉਂਦੇ ਨੇ, ਕਿਉਂਕਿ ਮਾਲਕ ਸਾਡੇ ਵਿੱਚ ਨੇ, ਨਾ ਸਾਡੇ ਤੋਂ ਮਾਲਕ ਦੂਰ ਆ, ਨਾ ਸਾਡੇ ਨੇੜੇ, ਸਾਡੇ ਵਿੱਚ ਭਰਪੂਰ ਨੇ। ਸਾਡੀ ਆਤਮਕ ਜੋਤ ਦੇ ਵਿੱਚ ਮਾਲਕ ਦਾ ਸਰੂਪ ਆ, ਮਾਲਕ ਦਾ ਪ੍ਰਕਾਸ਼ ਆ। ਸੋ ਜਦੋਂ ਮਨ ਆਪਦੀ ਆਤਮਕ ਜੋਤ ਨੂੰ ਦੇਖਦਾ, ਆਪਦੀ ਆਤਮਕ ਜੋਤ ਨਾਲ ਮਿਲਾਪ ਕਰਕੇ ਉਹ ਜੋਤ ਰੂਪ ਹੋ ਜਾਂਦਾ, ਆਤਮਕ ਰੂਪ ਹੋ ਜਾਂਦਾ ਆ, ਤੇ ਉਹ ਸਿੱਧਾ ਪ੍ਰਕਾਸ਼ ਦੇ ਵਿੱਚ ਆਪਦੇ ਪਿਤਾ ਦੇ ਨਾਲ ਮਿਲਾਪ ਕਰ ਲੈਂਦਾ। ਫਿਰ ਉਹ ਆਪਦੇ ਪਿਤਾ ਦੇ ਨਾਲ, ਆਪਦੇ ਮੂਲ ਦੇ ਨਾਲ ਉੱਥੇ ਉਹ ਫਿਰ ਆਨੰਦ ਦੀ ਅਵਸਥਾ ਮਾਣਦਾ। ਗੁਰਮੁਖ ਪਿਆਰਿਓ, ਇਹ ਸੱਚੀ ਮੁੱਚੀ ਦਾ ਖੇਡ ਚੱਲ ਰਿਹਾ, ਇਹ ਸੱਚੀ ਮੁੱਚੀ ਮਨ ਦੇ ਨਾਲ ਹੁੰਦਾ। ਗੁਰਮੁਖ ਪਿਆਰਿਓ, ਜਦੋਂ ਅਸੀਂ ਪ੍ਰੈਕਟੀਕਲ ਕਰਦੇ ਕਰਦੇ ਆਪਦੇ ਪਿਤਾ ਦੇ ਨਾਲ, ਆਪਦੇ ਮਾਲਕ ਦੇ ਨਾਲ ਮਿਲਾਪ ਕਰਦੇ ਹਾਂ। ਗੁਰਮੁਖ ਪਿਆਰਿਓ, ਇਸ ਦੇ ਲਈ ਗੁਰਬਾਣੀ ਗੁਰੂ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਆ ਹੋਇਆ ਕਿ ਆਪਦੇ ਮਨ ਦੀਆਂ ਬੱਜਰ ਕਰੈਤਾਂ ਨੂੰ ਜਾਣੋ। ਸਭ ਤੋਂ ਪਹਿਲਾਂ ਕਿ ਅਸੀਂ ਜਾਣਦੇ ਹੋਏ ਫਿਰ ਅਸੀਂ ਉਹ ਕੰਮ ਨਹੀਂ ਕਰਨਾ ਜੋ ਸਾਨੂੰ ਗੁਰਬਾਣੀ ਗੁਰੂ ਨੇ ਦੱਸਿਆ ਹੋਇਆ ਕਿ ਤੁਸੀਂ, ਇਹ ਤੁਹਾਡੇ ਮਨ ਦੇ ਰੋਗ ਨੇ, ਇਹ ਮਨ ਦੀਆਂ ਬੱਜਰ ਕਰੈਤਾਂ, ਇਹਨਾਂ ਨੂੰ ਛੱਡਣਾ। ਹਉਮੈ, ਫਿਰ ਉਸ ਤੋਂ ਅੱਗੇ ਅਸੀਂ ਕੀ ਕਰਦੇ? ਈਰਖਾ ਕਰਦੇ ਹਾਂ, ਜੈਲਸੀ ਕਰਦੇ ਹਾਂ। ਠੀਕ ਹੈ ਜੀ। ਦੁਬਿਧਾ ਕਰਦੇ ਹਾਂ। ਠੀਕ ਹੈ ਜੀ। ਅਸੀਂ ਫਿਰ ਅਸੀਂ ਇਹ ਦੇਖਣਾ ਵੀ ਇਹ ਪਏ ਜਿਹੜੇ 3 ਹੱਟੀਆਂ ਲੱਗੀਆਂ, ਇਹ ਕਿਹੋ ਜਿਹੇ ਵਿਚਾਰ ਇੱਥੇ ਚੱਲ ਰਹੇ ਨੇ। ਠੀਕ ਹੈ ਜੀ। ਤੇ ਇਹ ਫਿਰ ਸਾਨੂੰ ਵੀ ਪਤਾ ਚੱਲ ਗਿਆ ਕਿ ਤਮੋ ਗੁਣ ਤੇ ਹੀ ਅਸੀਂ ਹਉਮੈ ਕਰਦੇ ਹਾਂ। ਠੀਕ ਹੈ ਜੀ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, 5 ਦੂਤ ਸਾਨੂੰ ਸਾਡੇ ਮਨ ਨੂੰ ਵਿਚਾਰਾਂ ਦੇ ਰੂਪ ਵਿੱਚ, ਫੁਰਨਿਆਂ ਦੇ ਰੂਪ ਵਿੱਚ ਸਾਨੂੰ ਇਹ ਦੇ ਰਹੇ ਨੇ, ਬੱਜਰ ਕਰੈਤਾਂ। ਠੀਕ ਹੈ ਜੀ। ਤੇ ਫਿਰ ਅਸੀਂ ਕੀ ਕਰਦੇ ਆ? ਈਰਖਾ ਕਰਦੇ ਆ, ਦੁਬਿਧਾ ਕਰਦੇ ਆ ਕਿਸੇ ਨਾਲ। ਉਦੋਂ ਸਾਡਾ ਮਨ ਕਿੱਥੋਂ ਵਪਾਰ ਕਰ ਰਿਹਾ? ਤਮੋ ਗੁਣ ਤੋਂ। ਠੀਕ ਆ ਜੀ। ਫਿਰ ਜਦੋਂ ਅਸੀਂ ਜਾਗਤ ਅਵਸਥਾ ਚ ਆਵਾਂਗੇ, ਕੀ ਅਸੀਂ ਇਹ ਗਲਤੀ ਕਰਾਂਗੇ? ਨਹੀਂ ਕਰਾਂਗੇ। ਫਿਰ ਸਾਨੂੰ ਪਤਾ ਚੱਲ ਜੂਗਾ ਕਿ ਅਸੀਂ ਵਿਚਾਰ ਲੈ ਨਹੀਂ ਰਹੇ, ਸਾਨੂੰ ਵਿਚਾਰ ਦਿੱਤੇ ਜਾ ਰਹੇ ਨੇ ਇਹਨਾਂ 5 ਦੇ ਦੁਆਰਾ। ਸੋ ਜਦੋਂ ਉਹ 5 ਜਣੇ ਸਾਨੂੰ ਵਿਚਾਰ ਦਿੰਦੇ ਆ, ਤੇ ਜੇ ਅਸੀਂ ਜਾਗਤ ਅਵਸਥਾ ਦੇ ਵਿੱਚ ਆ, ਹੁਣ ਜੇ ਅਸੀਂ ਸੁੱਤੇ ਜਾਗਦੇ ਹੋਏ ਆ ਤੇ ਸਾਡੇ ਕੋਈ ਆ ਕੇ ਸਾਨੂੰ ਕੋਈ ਚੋਟ ਮਾਰਦਾ ਆ, ਸਾਨੂੰ ਕੋਈ ਨੁਕਸਾਨ ਪਹੁੰਚਾਉਂਦਾ ਆ, ਤੇ ਅਸੀਂ ਉਹਦੇ ਵਾਰ ਨੂੰ ਰੋਕਦੇ ਆ ਨਾ। ਅਸੀਂ ਖਾਂਦੇ ਥੋੜੋ ਆ, ਅਸੀਂ ਜੇ ਅਗਲੇ ਨੂੰ ਨਹੀਂ ਨੁਕਸਾਨ ਪਹੁੰਚਾਉਣਾ, ਪਰ ਅਸੀਂ ਆਪਦੇ ਆਪ ਨੂੰ ਤਾਂ ਬਚਾਉਨੇ ਆ ਨਾ। ਇਸੇ ਤਰੀਕੇ ਦੇ ਨਾਲ ਅਸੀਂ ਆਪਣਾ ਆਪ ਬਚਾਉਣਾ ਇਹਨਾਂ 5 ਤੋਂ ਵੀ, ਜਦੋਂ ਇਹ ਸਾਨੂੰ ਇਹੋ ਜਿਹੇ ਵਿਚਾਰ ਦੇ ਰਹੇ ਨੇ। ਠੀਕ ਹੈ ਜੀ। ਅਸੀਂ ਲੈਣੇ ਨਹੀਂ ਇਹੋ ਜਿਹੇ ਵਿਚਾਰ ਇਹਨਾਂ ਤੋਂ, ਤੇ ਅਸੀਂ ਫਿਰ ਆਪਣੇ ਮਨ ਨੂੰ ਇੱਥੇ ਰੋਕਣਾ, ਜਾਗਤ ਅਵਸਥਾ ਤੇ ਅਸੀਂ ਰੋਕਣਾ ਕਿਵੇਂ ਆ? ਕਿਉਂਕਿ ਅਸੀਂ ਨਹੀਂ ਰੋਕ ਸਕਦੇ ਨਾ ਆਪਣੇ ਆਪ ਨੂੰ। ਅਸੀਂ ਆਪਾ ਸਮਰਪਿਤ ਕਰ ਦੇਣਾ ਮਾਲਕ ਦੇ ਅੱਗੇ, ਕਿਉਂਕਿ ਹੁਕਮ, ਅਸੀਂ ਹੁਕਮ ਦੇ ਅੰਡਰ ਇੰਨਾ ਜ਼ਿਆਦਾ ਆ ਜਾਣਾ ਆ। ਹੁਕਮ ਕੀ ਆ ਜੀ? ਨਾਮ। ਮਾਲਕ ਦੇ ਮੁਖ ਦੀ ਆਵਾਜ਼ ਨੂੰ ਹੁਕਮ ਕਿਹਾ ਗਿਆ, ਨਾਮ ਕਿਹਾ ਗਿਆ। ਅਸੀਂ ਨਾਮ ਨੇ, ਸਾਡੀ ਜੋ ਸੁਰਤੀ ਆ ਉਹ ਨਾਮ ਦੇ ਵਿੱਚ ਇੰਨੀ ਜ਼ਿਆਦਾ ਸਮਰਪਿਤ ਹੋ ਜਾਵੇ, ਨਾਮ ਨੂੰ ਸੁਣ ਸੁਣ ਕੇ, ਨਾਮ 'ਚ ਸਮਾ ਸਮਾ ਕੇ,
ਨਾਮ ਨੂੰ ਇੰਨੀ ਜ਼ਿਆਦਾ ਸਮਰਪਿਤ ਹੋ ਜਾਵੇ ਕਿ ਉਹ ਹਰ ਵਕਤ ਨਾਮ 'ਚ ਹੀ ਸਮਾਈ ਰਵੇ। ਜਦੋਂ ਕਦੇ ਇਹ 5 ਜਣੇ ਸਾਨੂੰ ਵਿਚਾਰ ਦੇਣ, ਫੁਰਨੇ ਦੇਣ ਇਸ ਤਰੀਕੇ ਦੇ ਕਿ ਸਾਡਾ ਮਨ ਅਲਰਟ ਰਵੇ, ਠੀਕ ਆ ਜੀ। ਨਾਮ ਤੋਂ ਸ਼ਕਤੀ ਲੈ ਕੇ, ਕਿਉਂਕਿ ਨਾਮ ਦੇ ਸਹਾਰੇ, ਨਾਮ ਦੇ ਆਧਾਰ ਤੇ ਹੀ ਅਸੀਂ ਇੱਥੇ ਕਾਲ ਦੇ ਦੇਸ਼ ਵਿੱਚ ਖੇਡ ਸਕਦੇ ਹਾਂ ਗੁਰਮੁਖ ਪਿਆਰਿਓ। ਜੇਕਰ ਅਸੀਂ ਹੁਕਮ ਨੂੰ ਭੁੱਲ ਕੇ ਚੱਲਦੇ ਹਾਂ, ਹੁਕਮ ਨੂੰ ਵਿਸਾਰ ਕੇ ਚੱਲਦੇ ਹਾਂ, ਤੇ ਸਾਨੂੰ ਮਨਮੁਖ ਕਿਹਾ ਗਿਆ ਜਦੋਂ ਅਸੀਂ ਆਪਦੀ ਮੱਤ ਦਾ ਇਸਤੇਮਾਲ ਕਰਦੇ ਹਾਂ। ਸੋ ਫਿਰ ਅਸੀਂ ਦੁੱਖ ਪਾਉਂਦੇ ਹਾਂ। ਫਿਰ ਇਹ 5 ਜਾਣੇ ਸਾਨੂੰ ਫੜ ਲੈਂਦੇ, ਕਿਉਂਕਿ ਨਾਮ ਕੀ ਆ? ਰੱਖਿਆ ਚੱਕਰ ਆ। ਇਸ ਦੇਸ਼ ਦੇ ਵਿੱਚ ਪਾਸਪੋਰਟ ਆ, ਠੀਕ ਆ ਜੀ। ਸਾਡੇ ਲਈ ਇੱਕ ਰੱਖਿਆ ਚੱਕਰ ਆ। ਅਸੀਂ ਬਗਾਨੇ ਮੁਲਕ ਦੇ ਵਿੱਚ ਆ, ਜਿੰਨਾ ਟਾਈਮ ਸਾਡੇ ਕੋਲ ਵੈਲਿਡ ਵੀਜ਼ਾ ਨਹੀਂ ਹੈਗਾ, ਠੀਕ ਆ ਜੀ, ਉਹਨਾਂ ਟਾਈਮ ਸਾਨੂੰ ਇਮੀਗ੍ਰੇਸ਼ਨ ਤੋਂ ਡਰ ਲੱਗਦਾ ਕਿ ਕਿਤੇ ਹੁਣ ਵੀ ਨਾ ਸਾਨੂੰ ਇਮੀਗ੍ਰੇਸ਼ਨ ਕੁਛ ਕਹਿ ਦੇ। ਤੇ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਇੱਥੇ ਲੋਕ ਦੇ ਵਿੱਚ, ਠੀਕ ਆ ਜੀ, ਇਸ ਸੰਸਾਰ ਦੇ ਵਿੱਚ ਇਹ ਫਿਰ ਇਮੀਗ੍ਰੇਸ਼ਨ ਦਾ ਕੰਮ ਕਰਦੇ। ਸਾਨੂੰ ਕਿਉਂ ਆਪਦੇ ਬਗਾਨੇ ਮੁਲਕ ਦੇ ਵਿੱਚ ਰਹਿਣ ਦਊਗੇ ਜਦੋਂ ਸਾਡੇ ਕੋਲ ਨਾਮ ਦਾ ਪਰਵਾਨਾ ਆ, ਠੀਕ ਆ ਜੀ। ਅਸੀਂ ਨਾਮ ਨੂੰ ਆਧਾਰ ਬਣਾ ਕੇ ਚੱਲਦੇ ਹਾਂ, ਨਾਮ ਦਾ ਰੱਖਿਆ ਚੱਕਰ ਆ, ਤੇ ਫਿਰ ਇਹ ਸਾਡੇ ਤੋਂ ਦੂਰ ਭੱਜਦੇ, ਕਿਉਂਕਿ ਨਾਮ ਦੇ ਵਿੱਚ ਇੰਨੀ ਪਾਵਰ ਆ ਕਿ ਨਾਮ ਦੇ ਸਮਾਨ ਇੱਥੇ ਕੋਈ ਵਸਤੂ ਬਣੀ ਹੀ ਨਹੀਂ। ਸੋ ਨਾਮ ਤੋਂ ਹੀ ਇਹ ਸਾਰਾ ਪਸਾਰਾ ਹੋਇਆ ਹੋਣ ਕਰਕੇ ਨਾਮ ਹੀ ਮਾਲਕ ਦੀ ਮੁਖ ਦੀ ਆਵਾਜ਼, ਮਾਲਕ ਆਪ ਖੁਦ ਹੀ ਇੱਕ ਇਹੋ ਜਿਹੀ ਸਮਰੱਥ ਸ਼ਕਤੀ ਆ ਕਿ ਜਿਨ੍ਹਾਂ ਦੇ ਅੱਗੇ ਇਹ ਸਾਰੇ ਨਹੀਂ ਟਿਕ ਸਕਦੇ, ਕਿਉਂਕਿ ਇਹ ਵੀ ਮਾਲਕ ਦੇ ਨੌਕਰ ਆ। ਇਹਨਾਂ ਦੀ ਡਿਊਟੀ ਮਾਲਕ ਨੇ ਲਾਈ ਹੋਈ ਆ। ਸੋ ਗੁਰਮੁਖ ਪਿਆਰਿਓ, ਜਦੋਂ ਅਸੀਂ ਇਹਨਾਂ ਆਪਦੇ ਮਨ ਦੇ ਜੋ ਸਾਡੇ ਇਹ ਬੇਕਾਰ ਆ, ਠੀਕ ਆ ਜੀ, ਜੋ ਸਾਡੇ ਮਨ ਦੀਆਂ ਇਹ ਕੁਰੈਤਾਂ ਆ, ਜਦੋਂ ਅਸੀਂ ਇਹਨਾਂ ਨੂੰ ਪਛਾਣ ਕੇ ਚੱਲਦੇ ਹਾਂ ਕਿ ਅਸੀਂ ਕਿੱਥੋਂ ਵਪਾਰ ਕਰ ਰਹੇ ਆ, ਜੋ ਜਾਗਤ ਹੋਇਆ ਮਨ ਆ, ਜੋ ਜਗਿਆਸੂ ਦਾ ਮਨ ਆ, ਉਹ ਫਿਰ ਦੁਬਾਰਾ ਨਹੀਂ ਉਹ ਚੀਜ਼ ਦੇ ਵਿੱਚ ਪਏਗਾ। ਫਿਰ ਅਸੀਂ ਅੱਗੇ ਹੈ ਚੁਗਲੀ ਨਿੰਦਿਆ, ਠੀਕ ਆ ਜੀ। ਫਿਰ ਅਸੀਂ ਚੁਗਲੀ ਨਿੰਦਿਆ, ਅਸੀਂ ਦੇਖਦੇ ਹਾਂ ਗੁਰਬਾਣੀ ਗੁਰੂ ਤੋਂ ਅਸੀਂ ਪੜ੍ਹਿਆ ਕਿ ਜੇ ਅਸੀਂ ਚੁਗਲੀ ਨਿੰਦਿਆ ਕਰਦੇ ਆ ਕਿ ਸਾਡਾ ਜੋ ਮੂੰਹ ਆ ਉਹ ਕਾਲਾ ਕਰਕੇ ਨਰਕਾਂ ਦੇ ਵਿੱਚ ਸੁੱਟਿਆ ਜਾਊਗਾ, ਠੀਕ ਆ ਜੀ। ਤੇ ਅਸੀਂ ਕਿੱਥੇ ਜਾਣਾ ਆ? ਅਸੀਂ ਆਪਦੇ ਪਿਤਾ ਨਾਲ ਮਿਲਾਪ ਕਰਨ ਦੇ ਰਸਤੇ ਤੇ ਤੁਰੇ ਹੋਏ ਆ, ਜਗਿਆਸੂ ਮਨ। ਤੇ ਉਹਦੇ ਵਾਸਤੇ ਤਾਂ ਇਹ ਬਹੁਤ ਹੀ ਜ਼ਿਆਦਾ ਘਬਰਾਹਟ ਵਾਲੀ ਗੱਲ ਹੋ ਜਾਊਗੀ, ਠੀਕ ਆ ਜੀ। ਉਹ ਤਾਂ ਬਹੁਤ ਅਲਰਟ ਹੋਣਾ ਚਾਹੀਦਾ ਇਸ ਚੀਜ਼ ਤੋਂ ਕਿ ਨਾ ਮੈਂ ਸੁਣਨੀ ਆ ਤੇ ਨਾ ਮੈਂ ਕਰਨੀ ਆ, ਠੀਕ ਆ ਜੀ। ਮੈਂ ਕਰਨੀ ਵੀ ਨਹੀਂ ਤੇ ਮੈਂ ਸੁਣਨੀ ਵੀ ਨਹੀਂ ਹੈਗੀ, ਕਿਉਂਕਿ ਗੁਰਬਾਣੀ ਗੁਰੂ 'ਚ ਇਹਦੀ ਸਜ਼ਾ ਬਹੁਤ ਭੈੜੀ ਆ। ਤੇ ਫਿਰ ਉਹ ਪਛਾਣੇਗਾ, ਇਹ ਸਾਨੂੰ ਉਹ ਵਿਚਾਰ ਦਊਗੇ, ਦੂਸਰਿਆਂ ਦੇ ਰੂਪ 'ਚ ਦਊਗੇ। ਸਾਡੇ ਸਹਿਯੋਗੀ ਜੋ ਇਹ ਪਲੇਅਰ ਸਾਡੇ ਨਾਲ, ਸਾਡੇ ਸਹਿਯੋਗੀ ਆ, ਸਾਡੀ ਟੀਮ ਦੇ ਮੈਂਬਰ ਆ, ਸਾਡੇ ਘਰ ਦੇ ਆ, ਰਿਸ਼ਤੇਦਾਰ ਆ, ਠੀਕ ਆ ਜੀ, ਸਮਾਜ ਆ, ਇਹ ਸਾਰੇ ਸਾਡੇ ਟੀਮ ਦੇ ਮੈਂਬਰ ਆ। ਇਹਨਾਂ ਦੇ ਦੁਆਰਾ ਸਾਨੂੰ ਦਿੱਤੇ ਜਾਂਦੇ ਵਿਚਾਰ, ਠੀਕ ਆ ਜੀ। ਤੇ ਫਿਰ ਅਸੀਂ ਜਾਗਤ ਅਵਸਥਾ 'ਚ ਆ। ਫਿਰ ਉਸ ਤੋਂ ਅੱਗੇ ਇੱਕ ਹੋਰ ਚੀਜ਼ ਸਾਨੂੰ ਬਚਾਉਂਦੀ ਆ, ਜਦੋਂ ਅਸੀਂ ਉਸ ਤੋਂ ਉੱਪਰ ਉੱਠ ਜਾਂਦੇ ਆ, ਉਹਨੂੰ ਕਹਿੰਦੇ ਲੋਕ ਲੱਜਾ, ਠੀਕ ਆ ਜੀ। ਅਸੀਂ ਲੋਕ ਲੱਜਾ ਦੇ ਬਸ ਕਿਸੇ ਦੀ ਗੱਲ ਸੁਣ ਲੈਂਦੇ, ਉੱਥੇ ਅਸੀਂ ਜੇ ਜਾਗਤ ਅਵਸਥਾ 'ਚ ਅਸੀਂ ਕਹਿਣਾ ਨਹੀਂ ਗੁਰਮੁਖੋ, ਨਾ ਅਸੀਂ ਚੁਗਲੀ ਕਰਨੀ ਆ ਤੇ ਨਾ ਅਸੀਂ ਚੁਗਲੀ ਨਿੰਦਿਆ ਸੁਣਨੀ ਆ, ਕਿਉਂਕਿ ਗੁਰੂ ਸਾਹਿਬਾਨ ਸਾਨੂੰ ਆਹ ਗੱਲ ਕਹਿ ਰਹੇ ਨੇ, ਲੋਕ ਲੱਜਾ ਤੋਂ ਉੱਪਰ ਉੱਠੋ, ਠੀਕ ਹੈ ਜੀ। ਆਪ ਨਹੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਆਉਣਾ, ਦੂਸਰੇ ਨੂੰ ਵੀ ਉਸ ਚੀਜ਼ ਦੇ ਵਿੱਚੋਂ ਅਸੀਂ ਕੱਢੀਏ। ਸਿਆਣਾ ਉਹ ਆ ਜਿਹੜਾ ਆਪ ਵੀ ਨਹੀਂ ਚਿੱਕੜ 'ਚ ਲਿਬੜਦਾ, ਤੇ ਜੇ ਦੂਸਰਾ ਫਸ ਗਿਆ ਹੋਵੇ ਉਹਨੂੰ ਕੱਢ ਕੇ ਆਪਦੇ ਕੱਪੜੇ ਧੋ ਲੈਂਦਾ। ਉਹ ਕਾਹਦੇ ਨਾਲ ਧੋਤੇ ਜਾਂਦੇ? ਸਾਡੇ ਮਨ ਦਾ ਜੋ ਕੱਪੜਾ ਕਾਹਦੇ ਨਾਲ ਧੋਤਾ ਜਾਊਗਾ? ਨਾਮ ਦੇ ਦੁਆਰਾ, ਠੀਕ ਹੈ ਜੀ। ਅਸੀਂ ਨਾਮ ਨੂੰ ਆਧਾਰ ਬਣਾ ਕੇ ਮਾਲਕ ਨੂੰ ਬੇਨਤੀ ਕਰਨੀ ਆ। ਜਦੋਂ ਵੀ ਅਸੀਂ ਕਿਤੇ ਇਸ ਤਰੀਕੇ ਦੀ ਸਿਚੁਏਸ਼ਨ 'ਚ ਫਸਦੇ ਆ, ਜਾਂ ਇਹ ਸਾਨੂੰ ਕਦੇ ਵੀ ਇਸ ਤਰ੍ਹਾਂ ਦੇ ਵਿਚਾਰ ਦਿੰਦੇ ਆ, ਤੇ ਅਸੀਂ ਕੀ ਕਰਨਾ ਆ? ਅਸੀਂ ਨਾਮ ਨੂੰ ਆਧਾਰ ਬਣਾ ਕੇ, ਨਾਮ ਦਾ ਰੱਖਿਆ ਚੱਕਰ ਬਣਾ ਕੇ, ਅਸੀਂ ਦੂਸਰੇ ਨੂੰ, ਮਾਲਕ ਨੂੰ ਬੇਨਤੀ ਕਰਨੀ ਆ ਸਮਦ੍ਰਿਸ਼ਟ ਹੋ ਕੇ ਕਿ ਸੱਚੇ ਪਾਤਸ਼ਾਹ ਵੀ ਅਸੀਂ ਆਪ ਵੀ ਇਹ ਸਾਨੂੰ ਵੀ ਕਾਲ ਨਾ ਫਸਾਵੇ, ਤੇ ਜੋ ਸਾਡੇ ਸਹਿਯੋਗੀ ਨੇ ਉਹਨਾਂ ਦਾ ਵੀ ਅਸੀਂ ਜੋ ਹੈ ਵੀ ਉਹ ਕਿਰਪਾ ਕਰੋ, ਉਹਨਾਂ ਤੇ ਵੀ ਕਿਰਪਾ ਕਰੋ। ਸਾਡੇ ਸਹਿਯੋਗੀ ਆ ਵੀ ਉਹ ਵੀ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣ। ਤੇ ਗੁਰਮੁਖ ਪਿਆਰਿਓ, ਫਿਰ ਇਸ ਤਰੀਕੇ ਦੇ ਨਾਲ ਮਾਲਕ ਕਿਰਪਾ ਕਰਦੇ ਨੇ, ਉਹ ਅਸੀਂ ਹੁਕਮ 'ਚ ਆ ਜਾਂਦੇ ਆ। ਤੇ ਜਦੋਂ ਅਸੀਂ ਹੁਕਮ ਦੇ ਵਿੱਚ ਆ ਜਾਂਦੇ ਆ ਤੇ ਗੁਰਮੁਖ ਪਿਆਰਿਓ, ਫਿਰ ਇਹ 5 ਜਾਣੇ ਸਾਡਾ ਕੁਛ ਨਹੀਂ ਵਿਗਾੜ ਪਾਉਂਦੇ, ਇਹ ਸਾਨੂੰ ਵਿਚਾਰ ਨਹੀਂ ਦੇ ਪਾਉਂਦੇ। ਕਾਲ ਸ਼ਰਾਰਤ ਜ਼ਰੂਰ ਕਰੇਗਾ, ਕਿਉਂਕਿ ਜਿੱਡੀ ਕਿਸੇ ਦੀ ਅਵਸਥਾ ਹੁੰਦੀ ਜਾਏਗੀ ਅੱਗੇ ਤੋਂ ਅੱਗੇ, ਜਿੰਨਾ ਅਸੀਂ ਮਾਲਕ ਦੇ ਲਾਗੇ ਹੁੰਦੇ ਜਾਵਾਂਗੇ, ਕਿਉਂਕਿ ਅਸੀਂ 4 ਯੁੱਗਾਂ ਤੋਂ ਕਾਲ ਦੇ ਦੇਸ਼ ਦੇ ਵਿੱਚ ਇਹਦੇ ਨਾਲ ਦੋਸਤੀ ਬਣਾ ਕੇ ਇੱਥੋਂ ਹੀ ਵਪਾਰ ਕਰਦੇ ਆ ਰਹੇ ਆ। ਹੁਣ ਇਸ ਜਨਮ ਦੇ ਵਿੱਚ ਮਾਲਕ ਨੇ ਕਿਰਪਾ ਕੀਤੀ ਆਪਣੇ ਸਾਰਿਆਂ ਤੇ ਕਿ ਮਾਲਕ ਨੇ ਆਪਾਂ ਨੂੰ ਜਗਾਇਆ, 3 ਗੁਣਾਂ ਦੇ ਵਿੱਚੋਂ ਸਾਨੂੰ ਸਾਡੇ ਮਨ ਦੀ ਕਹਾਣੀ ਸਮਝਾਈ, ਸਾਨੂੰ ਵੱਖਰਾ ਕਰ ਦਿੱਤਾ ਸਾਡਾ ਖੇਡ।
ਸੋ ਗੁਰਮੁਖ ਪਿਆਰਿਓ, ਫਿਰ ਇਹ ਕਾਲ ਵੀ ਸਾਡੇ ਨਾਲ ਉਨਾ ਟਾਈਮ ਤੋਂ ਹੀ ਰਹਿ ਰਿਹਾ, ਇਹਨੂੰ ਵੀ ਸਾਡੇ ਬਾਰੇ ਸਾਰਾ ਕੁਝ ਪਤਾ ਆ। ਫਿਰ ਕਾਲ ਕੀ ਕਰਦਾ ਆ, ਉਹ ਨਹੀਂ ਚਾਹੁੰਦਾ ਕਿ ਅਸੀਂ ਇਸ ਸੰਸਾਰ ਦੇ ਵਿੱਚੋਂ ਨਿਕਲੀਏ। ਠੀਕ ਹੈ ਜੀ, ਅਸੀਂ ਤਰਲੋਕੀ ਨੂੰ ਸਾਡੀ ਸੁਰਤੀ ਜਿਹੜੀ ਆ ਉਹ ਛੱਡ ਪਾਵੇ, ਉਹ ਮਾਲਕ ਨਾਲ ਮਿਲਾਪ ਕਰ ਪਾਵੇ। ਸੋ ਉਹ ਸਾਨੂੰ ਵਿਚਾਰ ਦਿੰਦੇ ਆ, ਦੇਊਗੇ। ਠੀਕ ਹੈ ਜੀ। ਤੇ ਹੁਣ ਗੁਰਮੁਖ ਪਿਆਰਿਓ, ਜਦੋਂ ਮਾਲਕ ਆਪਣੇ ਤੇ ਫਿਰ ਕਿਰਪਾ ਕਰਦੇ, ਆਪਣਾ ਖੇਡ ਜੋ ਹੈ ਨਾਮ ਦਾ, ਜਦੋਂ ਸਾਨੂੰ ਪਰਵਾਨਾ ਮਿਲ ਜਾਂਦਾ ਆ, ਜਦੋਂ ਨਾਮ ਦੀ ਸ਼ਕਤੀ ਮਿਲ ਜਾਂਦੀ ਆ, ਤੇ ਫਿਰ ਗੁਰਮੁਖ ਪਿਆਰਿਓ ਮਾਲਕ ਕਿਰਪਾ ਕਰਕੇ ਸਾਨੂੰ ਇਹਦੇ ਤੋਂ ਬਚਣ ਦੇ ਲਈ ਸੋਝੀ ਦੇ ਦਿੰਦੇ ਆ। ਇਹ ਕਦੋਂ ਹੋਏਗਾ ਗੁਰਮੁਖ ਪਿਆਰਿਓ? ਜਦੋਂ ਮਾਲਕ ਸਾਡੇ ਤੇ ਕਿਰਪਾ ਕਰਨਗੇ। ਸੋ ਗੁਰਮੁਖ ਪਿਆਰਿਓ, ਸਾਡੀ ਇੰਨੀ ਕੁ ਹੀ ਸੇਵਾ ਪ੍ਰਵਾਨ ਕਰਨਾ ਜੀ। ਬੀਬੀ ਮਾਨ ਕੌਰ ਜੀ ਆਪਣੇ ਵਿੱਚ ਆ ਚੁੱਕੇ ਨੇ ਗੁਰਮੁਖ ਪਿਆਰਿਓ, ਤੇ ਅਸੀਂ ਗੁਰਬਾਣੀ ਗੁਰੂ ਦੇ ਵਿੱਚੋਂ ਵਿਚਾਰ ਕੀਤੀ ਆ ਗੁਰਮੁਖ ਪਿਆਰਿਓ। ਗੁਰਬਾਣੀ ਗੁਰੂ ਚੋਂ ਵਿਚਾਰ ਕਰਦਿਆਂ ਹੋਇਆਂ ਸਾਡੇ ਤੋਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਗਏ। ਆਪ ਸੰਗਤ, ਗੁਰੂ ਸਾਹਿਬਾਨ ਜੀ, ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣਯੋਗ, ਸਾਨੂੰ ਬਖਸ਼ ਲੈਣਾ ਜੀ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰੋੜਾਂ ਕਰੋੜਾਂ ਵਾਰ ਧੰਨਵਾਦ, ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕਰਕੇ ਆਪ ਹੀ ਆਪਣੇ ਹੁਕਮ ਦੇ ਵਿੱਚ ਲਿਆ ਕੇ ਸਾਡੇ ਸਵਾਸਾਂ ਨੂੰ ਲੇਖੇ ਚਲਾਇਆ, ਸਾਡੇ ਤੋਂ ਸੇਵਾ ਲਈ ਆ। ਸੋ ਮਾਲਕ ਦਾ ਕਰੋੜਾਂ ਕਰੋੜਾਂ ਵਾਰ ਧੰਨਵਾਦ। ਸਾਡੇ ਤੋਂ ਕੋਈ ਸ਼ਬਦ ਨਹੀਂ ਹੈਗੇ, ਕਿੰਨਾ ਸ਼ਬਦਾਂ ਨਾਲ ਅਸੀਂ ਮਾਲਕ ਦਾ ਧੰਨਵਾਦ ਕਰੀਏ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਆਵਾਜ਼ ਸੁਣ ਰਹੀ ਹੈ ਸਾਡੀ? ਹਾਂਜੀ ਵਾਹਿਗੁਰੂ ਜੀ, ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਆ ਰਹੀ ਹੈ। ਹਾਂਜੀ ਗੁਰਮੁਖੋ, ਹੁਣੇ ਗੁਰਮੁਖਾਂ ਨੇ ਬੜੇ ਹੀ ਸੋਹਣੇ ਢੰਗ ਦੇ ਨਾਲ ਗੁਰਬਾਣੀ ਗੁਰੂ ਨੂੰ ਮੁੱਖ ਰੱਖਦੇ ਹੋਇਆ ਵਿਚਾਰ ਸਾਂਝੀ ਕੀਤੀ ਹੈ। ਤੇ ਆਓ ਆਪਾਂ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਇਆ ਔਰ ਅੱਗੇ ਦਾ ਗਿਆਨ ਲੈਂਦੇ ਹਾਂ, ਔਰ ਪੁੱਛਦੇ ਹਾਂ ਕਿ ਸੱਚੇ ਪਾਤਸ਼ਾਹ, ਜੋ ਤੁਸੀਂ ਸਾਨੂੰ ਗਿਆਨ ਦ੍ਰਿੜ ਕਰਾਉਂਦੇ ਹੋ, ਉਹਦੇ ਵਿੱਚ ਅਸੀਂ ਕਿੱਥੇ ਪੁਆਇੰਟ ਛੁੱਟ ਦੇਣੇ ਹੈ ਕਿ ਸਾਡੀ ਅਵਸਥਾ ਨਹੀਂ ਬਣ ਪਾ ਰਹੀ, ਔਰ ਕਿਸ ਤਰੀਕੇ ਤੇ ਸਾਨੂੰ ਅੱਗੇ ਨੂੰ ਚੱਲਣਾ ਹੈ, ਕੈਸੇ ਸਾਡੀ ਅਵਸਥਾ बढ़ूगी, ਕੈਸੇ ਅਸੀਂ ਮਾਲਿਕ ਦੇ ਨੇੜੇ ਹੋਏਗੇ। ਠੀਕ ਹੈ ਜੀ। ਸਭ ਤੋਂ ਪਹਿਲਾ ਵਿਚਾਰ ਗੁਰਮੁਖੋ, ਆਪਾਂ ਸਾਰਿਆਂ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਇਆ ਸਾਂਝਾ ਆ ਕਰੇਗੇ। ਵਾਹਿਗੁਰੂ, ਸਭ ਤੋਂ ਪਹਿਲੀ ਮਿਸਟੇਕ ਵਾਹਿਗੁਰੂ ਸਾਡੀ ਆ ਹੁੰਦੀ ਹੈ ਕਿ ਸਾਡੇ ਤੇ ਸਮੇਂ ਦਾ ਪ੍ਰਭਾਵ ਬਹੁਤ ਪੜਦਾ ਹੈ, ਮਾਹੌਲ ਦਾ ਪ੍ਰਭਾਵ ਬਹੁਤ ਜ਼ਿਆਦਾ ਪੜਦਾ ਹੈ। ਕਿਉਂ? ਕਿਉਂਕਿ ਅਸੀਂ ਕਾਲ ਦੇ ਦਾਇਰੇ ਦੇ ਵਿੱਚ ਕੰਟੀਨਿਊ 3 ਯੁਗਾਂ ਤੋਂ ਖੇਲਦੇ ਚਲੇ ਆ ਰਹੇ ਹਾਂ, ਔਰ ਆਪਣੇ ਮਾਲਿਕ ਦਾ ਜੋ ਦਾਇਰਾ ਹੈ ਉਹਦਾ ਸਾਨੂੰ ਨਾ ਹੀ ਭੇਦ ਹੈ, ਔਰ ਨਾ ਹੀ ਉਹਦਾ ਭੈ ਹੈ, ਨਾ ਹੀ ਉਸ ਤੋਂ ਪ੍ਰੇਮ ਰਿਹਾ, ਨਾ ਹੀ ਉਸ ਆਨੰਦ ਨੂੰ ਸਾਡੀ ਸੁਰਤੀ ਲੈਣਾ ਚਾਹੁੰਦੀ ਹੈ। ਅਗਰ ਲੈਣਾ ਵੀ ਚਾਹੁੰਦੀ ਹੈ ਤੇ ਉਹਦੇ ਵਿੱਚ ਸੰਕੇ ਆ ਜਾਂਦੇ ਹੋ ਕਿ ਵੀ ਪਤਾ ਨਹੀਂ ਮਾਲਿਕ ਦੇ ਮਿਲਾਪ ਹੋਊਗਾ ਵੀ ਜਾਂ ਨਹੀਂ ਹੋਊਗਾ। ਬਹੁਤ ਸਾਰੇ ਕੁਐਸਚਨ ਗੁਰਮੁਖਾਂ ਦੇ ਜੀ ਰਹਿੰਦੇ ਹਨ। ਉਨੀ ਕਿ ਸਾਡੀ ਅਵਸਥਾ ਨਹੀਂ ਹੁੰਦੀ, ਉਨੀ ਸਾਡੀ ਮਾਲਿਕ ਦੇ ਪ੍ਰਤੀ ਪ੍ਰੇਮ ਲਾ ਲਓ ਜਾਂ ਭੈ ਜਾਂ ਕੋਈ ਵੀ ਐਸੀ ਚੀਜ਼ ਸਾਡੇ ਵਿੱਚ ਨਹੀਂ ਹੁੰਦੀ ਜਿੰਨੇ ਕਿ ਸਾਡੇ ਕੁਐਸਚਨ ਹੁੰਦੇ हैं। क्वेश्चन करना बुरी बात नहीं है, क्योंकि जो जिज्ञासु है वो ही पूछूगा। लेकिन वाहिगुरु, आप झांकी मार के देखो कि अगर एक हफ्ते ਦੇ ਵਿੱਚ ਇੱਕ ਸੰਡੇ ਨੂੰ ਵੀ ਕਥਾ ਹੁੰਦੀ ਹੈ ਨਾ, ਸਿਰਫ ਇੱਕ ਵਾਰ, ਤਾਂ ਉਹਦੇ ਵਿੱਚ ਵੀ ਸਾਨੂੰ ਇਤਨਾ ਗਿਆਨ ਦ੍ਰਿੜ ਕਰਾਇਆ ਜਾਂਦਾ ਹੈ ਕਿ ਇੱਕ ਹਫ਼ਤੇ ਦੀ ਕਥਾ ਦੇ ਵਿੱਚ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਔਰ ਫਿਰ ਸੱਚੇ ਪਾਤਸ਼ਾਹ ਦਾ ਸਾਨੂੰ ਕਿਤਨਾ ਅੱਛੇ ਤਰੀਕੇ ਦੇ ਗੁਰਮੁਖਾਂ ਦੇ ਰਾਹੀਂ ਇਤਨਾ ਬਰੀਕੀ ਦੇ ਵਿੱਚ ਲਿਜਾ ਕੇ ਸਾਨੂੰ ਸਾੜੀ ਅਵਸਥਾ ਦੇ ਅਨੁਸਾਰ ਸਮਝਾਣੇ ਦੀ ਕੋਸ਼ਿਸ਼ ਕਰਦੇ हैं। ਲੇਕਿਨ ਫਿਰ ਸਾਡੀ ਗਲਤੀਆਂ ਕੀ ਹੋ ਰਹੀਆਂ ਹੈ, ਉਨ ਗਲਤੀਆਂ ਨੂੰ ਆਪਾਂ ਰੱਖਦੇ ਹੋਇਆ, ਆਪਣੇ ਆਪ ਨੂੰ ਅੱਗੇ ਰੱਖਦੇ ਹੋਇਆ, ਸਾਰਾ ਦੇ ਲਈ ਹੀ ਆ ਵਿਚਾਰ ਹੈ, ਉਹਨਾਂ ਨੂੰ ਦੇਖਦੇ ਹੋਇਆ ਆਪਾਂ ਨੇ ਦੇਖਣਾ ਹੈ ਕਿ ਵਾਹਿਗੁਰੂ ਕਿੱਥੇ ਅਸੀਂ ਗਲਤੀਆਂ ਕਰਕੇ ਅੱਗੇ ਨਹੀਂ बढ़ ਪਾ ਰਹੇ, ਕੌਣ ਸੀ ਐਸੀ ਮਿਸਟੇਕਾਂ ਸਾਡੇ ਤੇ ਹੋ ਰਹੀਆਂ ਹੈ। ਵਾਹਿਗੁਰੂ, ਸਭ ਤੋਂ ਪਹਿਲੀ ਚੀਜ਼ ਹੈ ਮਾਹੌਲ। ਜੋ ਮਾਹੌਲ ਆਪਾਂ ਕਹਿੰਦੇ ਜੀ ਸਾਡਾ ਮਾਹੌਲ ਠੀਕ ਨਹੀਂ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ, ਇਸ ਕਰਕੇ ਸਾਡਾ ਸਿਮਰਨ ਨਹੀਂ ਹੋ ਪਾਉਂਦਾ, ਸਾਡਾ ਪਰਿਵਾਰ ਨਹੀਂ ਜੁੜਾ ਹੋਇਆ, ਇਸ ਤਰੀਕੇ ਤੇ ਆਪਾਂ ਆਪਣੇ ਆਪ ਤੋਂ ਚੋਰੀ ਕਰਦੇ हैं, अपने मन ਨੂੰ ਬਚਾने ਦੀ ਕੋਸ਼ਿਸ਼ ਕਰਦੇ हैं परमात्मा से। ਲੇਕਿਨ ਸਾਨੇ ਮਾਹੌਲ ਵਾਹਿਗੁਰੂ ਨੂੰ ਬੇਨਤੀਆਂ ਕਰਕੇ ਖੁਦ ਬਣਾਉਣਾ ਹੁੰਦਾ ਹੈ।
ਕਿਉਂਕਿ ਭਗਤੀ ਦੇ ਵਿੱਚ ਮਾਲਿਕ ਦੇ ਮਿਲਾਪ ਦੇ ਲਈ ਤੁਹਾਨੂੰ ਆਪ ਨੇ ਜਾਣਾ ਹੈ, ਪਰਿਵਾਰ ਨੇ ਸਾਥ ਨਹੀਂ ਜਾਣਾ। ਤੁਹਾਨੇ ਆਪ ਨੇ ਸਾਨੇ ਸਾਰਿਆਂ ਨੇ ਜੇ ਮਿਲਾਪ ਕਰਨਾ ਹੈ, ਸਾਡੇ ਮਨ ਨੇ ਗਲਤੀਆਂ ਕਰੀਆਂ ਹੈ, ਮਨ ਨੇ ਭਗਤੀ ਕਰਨੀ ਹੈ, ਮਨ ਨੇ ਹੀ ਉਸ ਮੈਲ ਨੂੰ ਲਾਣਾ ਹੈ ਵਾਹਿਗੁਰੂ ਗੁਰਮੰਤਰ ਨੂੰ ਜਪ ਜਪ ਕੇ। ਤੇ ਉਹਦੇ ਲਈ ਸੰਜੋਗੀ ਸਾਨੂੰ ਢੂੰਡਣੇ ਦੀ ਜ਼ਰੂਰਤ ਨਹੀਂ ਹੈ। ਔਰ ਸਭ ਤੋਂ ਬੜੀ ਗੱਲ ਤਾਂ ਇਹ ਹੈ ਕਿ ਸਾਨੂੰ ਸਾਧ ਸੰਗਤ ਬਖਸ਼ਦੀ, ਸੱਚੀ ਸੰਗਤ ਮਾਲਿਕ ਨੇ ਬਖਸ਼ਦੀ, ਤੇ ਫਿਰ ਸਾਨੂੰ ਪਰਿਵਾਰ ਦੀ ਜਾਂ ਫਿਰ ਔਰ ਮਾਹੌਲ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਰਹੇਗੀ, ਕਿਉਂਕਿ ਸਾਡੇ ਪਾਸ ਸੱਚੀ ਸੰਗਤ ਹੈ ਜਿਹਦੇ ਵਿੱਚ ਸਿਰਫ ਔਰ ਸਿਰਫ ਨਾਮ ਦਾ ਭੇਦ ਦਿया जाता है, उस अकाल पुरख परमात्मा ਦਾ ਸੱਚ ਦਾ ਭੇਦ ਦਿया जाता है, और बहुत ही ਸੋਹਣੇ ਢੰਗ ਦੇ ਨਾਲ ਸਾਨੂੰ ਉਹ ਦ੍ਰਿੜ ਕਰਾਇਆ ਜਾਂਦਾ ਹੈ। ਤੇ ਸਾਨੂੰ ਯਾ ਨਹੀਂ ਸੋਚਣਾ ਔਰ ਫਿਰ ਯਾ ਬਾਤ ਲੈ ਕੇ ਪ੍ਰਮਾਤਮਾ ਦੇ ਅੱਗੇ ਹਾਜ਼ਰ ਨਹੀਂ ਹੋਣਾ। ਵਾਹਿਗੁਰੂ ਸਾਡਾ ਤਾਂ ਮਾਹੌਲ ਇਹੋ ਜਿਹਾ ਹੈ, ਅਸੀਂ ਕਿਵੇਂ ਤੈਨੂੰ ਜਪ ਲੈਣਾ। ਅਸੀਂ ਤਾਂ ਵਿਅਸਤ ਇਤਨੇ ਹੈ, ਸਾਡੇ ਘਰ ਦੇ ਵਿੱਚ ਕੰਮਕਾਜ ਇਤਨੇ ਦੇ ਰੱਖੇ हैं, ठीक है। वो ਅਸੀਂ ਮਾਲਿਕ ਤੋਂ ਆਪਣੀ ਨਜ਼ਰ ਚੁਰਾਨੇ हैं, ਅਸੀਂ ਆਪ ਨਹੀਂ ਉਧਰ ਚੱਲਣਾ ਚਾਹ ਰਹੇ। ਜੇ ਅਸੀਂ ਮਾਲਿਕ ਦੀ ਤਰਫ ਇੱਕ ਕਦਮ ਵੀ बढ़ाएंगे ਤਾਂ ਗੁਰਬਾਣੀ ਗੁਰੂ ਦੇ ਵਿੱਚ ਸਮਝਾਇਆ ਗਿਆ ਹੈ ਕਿ ਕਰੋੜਾ ਕਦਮ ਅੱਗੇ बढ़ ਕੇ ਪ੍ਰਮਾਤਮਾ ਸਾਨੂੰ ਲੈਣ ਆਏਗੇ। ਠੀਕ ਹੈ ਜੀ। ਸਭ ਤੋਂ ਪਹਿਲੀ ਬਾਤ ਜੋ ਅਸੀਂ ਨੋਟ ਸਾਨੂੰ ਹੋਈ ਹੈ, ਅਸੀਂ ਸਾਧ ਸੰਗਤ ਦੇ ਵਿੱਚ ਇਹ ਵਿਚਾਰ ਨੂੰ ਬਿਲਕੁਲ ਖੋਲ ਕੇ ਕਰਨਾ ਚਾਹਾਂਗੇ ਕਿ ਵਾਹਿਗੁਰੂ ਜੇ ਆਪਾਂ ਇਸ ਰਸਤੇ ਤੋਂ ਚੱਲੇ हैं ਤੇ ਪ੍ਰਮਾਤਮਾ ਨੂੰ ਬੇਨਤੀ ਕਰਦੇ ਹੋਇਆ ਕਿ ਵਾਹਿਗੁਰੂ ਸਾਡੇ ਤੇ ਮਾਹੌਲ ਦਾ ਕੋਈ ਫਰਕ ਨਾ ਪਏ। ਉਹ ਜੇ ਅਸੀਂ ਗੁਰਸਿੱਖੀ ਦੇ ਵਿੱਚ ਸਾਨੇ ਕਦਮ ਰੱਖਾ ਹੈ ਤੇ ਖਾਸ ਕਰ ਇਸ ਚੀਜ਼ ਦਾ ਸਾਨੂੰ ਧਿਆਨ ਰੱਖਣਾ ਹੈ ਕਿ ਅਸੀਂ ਗੁਰਸਿੱਖੀ ਦਾ ਮਤਲਬ ਹੁੰਦਾ ਜੋ ਗੁਰ ਤੇ ਸਿੱਖ ਹੈ, ਔਰ ਜੋ ਗੁਰ ਤੇ ਸਿੱਖੂਗਾ ਉਹ ਦੁਨੀਆਵੀ ਤੌਰ ਤਰੀਕਾ ਤੋਂ ਨਹੀਂ ਚੱਲੂਗਾ। ਤੇ ਅਸੀਂ ਦੁਨੀਆਵੀ ਤੌਰ ਤਰੀਕਾ ਤੋਂ ਨਹੀਂ ਚੱਲਣਾ, ਨਾ ਹੀ ਸਾਨੇ ਇਹ ਸੋਚਣਾ ਹੈ ਕਿ ਸਾਨੂੰ ਸਾਡੇ ਪਾਸ ਜੋ ਸਾਡੇ ਸਗੇ ਸੰਬंधी है वो नहीं आना बंद कर देंगे और वो सानू संपर्क साढ़े खत्म हो जाएंगे। जे साढ़े दुनिया नाल संपर्क खत्म होते हैं और परमात्मा दे नाल संपर्क मिलते हैं ते उन संपर्कां नू खत्म करने च एक क्षण मात्र समय भी ना ला, क्योंकि वो संपर्क उन्हां दे नाल खत्म नहीं हो रहा, वो काल दे नाल खत्म हो रहा है। क्योंकि असी की करते हैं, असी ज्ञान नू दृढ़ करते हैं बहुत ज्यादा और सिमरन भी करते हैं और गुरसिखा दी जो सानू गुरमुखा दे राही कथ का ज्ञान दिया जाता वो भी असी सुनते हैं। लेकिन जब साड़ा मेन टाइम आंदा है कि भी जिवें ला लो साड़ा सानू बताया गया कि भी इहो जे माहौल दे विच नहीं जाना जिथे गुरु ग्रंथ साहब महाराज जी सानू जाने नू मना करते हैं, है ना। लेकिन वो समय आया, बाकी टाइम असी कहने जी असी गुरु ग्रंथ साहब जी नू फॉलो करते हैं, लेकिन वो समय आया और असी चेंज हो गए तो ऐसा ज्ञान दृढ़ करने का कोई फायदा नहीं है। सानू हर समय एक एक छिन समय मालिक दे असी सन्मुख है, भावें आपां नू मालिक दे दर्शन नहीं होए, जिन नू परमात्मा दे दर्शन नहीं होए उन्हां नू मालिक इहो जिहा लगदा है कि पता नहीं मालिक किथे है, कोई नहीं, जिवें अदर ते जाएंगे फिर ही साने मालिक नू लेखा जोखा देना है। लेकिन आ साडी भूल है। असी हर एक छिन एक एक पल समय जो भी कुछ एक्टिविटी कर रहे हैं वो मालिक दे सन्मुख होके कर रहे हैं, भावें सानू मालिक नहीं नजर आंदा, लेकिन मालिक नू साडे अंदर दा सारा कुछ अंदर दा ते जो बॉडी दे द्वारा असी करदे हैं वो सारा कुछ मालिक नू पता है। और फिर असी वो सारा कुछ करते हुए फिर संज नू मत्था टेकने जब जाते हैं तो फिर मालिक नू बेनती करते हैं कि वाहिगुरु जो दिन भर दे विच अज गलतियां हुईयां उन्हां नू माफ कर दियो, मैं तां अनजान हां ना, ते या मालिक दे साथ एक मखौल हो गया। जे असी वाहिगुरु तो सिख रहे हैं, वाहिगुरु सानू गुरु ग्रंथ साहब महाराज जी सतगुरु दे रूप दे विच हाजिर नाजिर और सानू वो अपने बालक अपने बच्चे दे रूप दे राही बड़े प्यार दे साथ दृढ़ करा रहे हैं कि भी ਇਹੋ ਜੀ मतलब माहौल दे विच नहीं जाना, ਇਹੋ जी संगत नहीं करनी, ਇਹੋ जे थाने कामकाज नहीं करने। ਤੇ ਫਿਰ ਅਸੀਂ ਉਹ ਉਸ ਟਾਈਮ ਤਾਂ ਅਸੀਂ ਕਥਾ ਵਿਚਾਰ ਦੇ ਵਿੱਚ ਉਹਨੂੰ ਦ੍ਰਿੜ ਕਰਦੇ ਹਾਂ, ਅਸੀਂ ਸੋਚਦੇ ਵੀ ਚਲੋ ठीक है वाहिगुरु हम नहीं जाएंगे, है ना। लेकिन जैसे ही वो वाला माहौल आया ਅਸੀਂ जो ਗੁਰਮਤਿ द्वारा ज्ञान लिया होया ਉਹਨੂੰ भुल गए और ਅਸੀਂ ਉਹਨਾਂ ਦੇ ਸਾਥ ਉਹਨਾਂ ਦੇ संजोगी हो गए काल ਦੇ। ਤੇ ਫਿਰ ਉਹ ਕਾਲ ਨੇ ਉਸ ਟਾਈਮ ਤਾਂ ਸਾਨੂੰ ਆਪਣੇ ਸਾਥ ਰਲਾ ਹੀ ਲੈਣਾ ਹੈ ਤੇ ਬਾਤ ਤੋਂ ਲਾਵੇ ਵੀ ਪਾਣੇ ਹੈ। वो कहने जी इस तो बाकी लोगों ते भी प्रभाव इस चीज का वाहिगुरु पड़ता है, साने देखा है। वो कहने जी ए का संगत करते हैं ना तो असि बिना संगत करे ही ठीक है। तो इस चीज नू सुन के बड़ा दुख होता है। तो जे असी साध संगत जे असी
ਜੇ ਅਸੀਂ ਇਹਦੇ ਸੱਚੀ ਸੰਗਤ ਦੇ ਵਿੱਚ ਜੁੜੇ ਹੋਏ ਹਾਂ ਤੇ ਸਾਨੂੰ ਵਾਹਿਗੁਰੂ ਮਾਲਿਕ ਨੂੰ ਬੇਨਤੀ ਕਰਨੀ ਆ ਕਿ ਸੱਚੇ ਪਾਤਸ਼ਾਹ ਜੇ ਤੁਸੀਂ ਸਾਨੂੰ ਗਿਆਨ ਦ੍ਰਿੜ ਕਰਾਤੇ ਹੋ, ਜੇ ਸਾਡੀ ਝੋਲੀ ਦੇ ਵਿੱਚ ਆਪਣਾ ਗਿਆਨ ਪਾਉਂਦੇ ਹੋ, ਤੇ ਵਾਹਿਗੁਰੂ ਸਾਨੂੰ ਇਹੋ ਜੀ ਸੋਝੀ ਵੀ ਪਾਓ ਕਿ ਅਸੀਂ ਇਸ ਤੋਂ ਤੁਹਾਡੇ ਹੁਕਮ ਦੇ ਵਿੱਚ, ਹੁਕਮ ਦੇ ਰਾਹੀਂ ਇਸ ਤੋਂ ਵਿਚਰਨਾ ਵੀ ਸਿੱਖ ਜਾਵਾਂ। ਔਰ ਆਪਣੀ ਨਿੱਜੀ ਲਾਈਫ ਦੇ ਵਿੱਚ ਹੋ ਰਹੀਆਂ ਜੋ ਮਿਸਟੇਕਾਂ ਹੈ ਜਿਨ੍ਹਾਂ ਦੇ ਕਾਰਨ ਕਿ ਸਾਨੂੰ ਸਹਿਜ ਨਹੀਂ ਬੰਦਾ, ਜਿਨ੍ਹਾਂ ਦੇ ਕਾਰਨ ਕਿ ਅਸੀਂ ਅੰਮ੍ਰਿਤ ਰਸ ਨਹੀਂ ਪੀ ਪਾ ਰਹੇ, ਜਿਨ੍ਹਾਂ ਦੇ ਕਾਰਨ ਕਿ ਅਸੀਂ ਨਾਮ ਨੂੰ ਨਹੀਂ ਸੁਣ ਪਾ ਰਹੇ, ਉਨ ਬਰੀਕੀਆਂ ਨੂੰ ਵਾਹਿਗੁਰੂ ਅਸੀਂ ਵਿਚਾਰਾਂ ਦੇ ਰਾਹੀਂ ਸਾਂਝਾ ਕरेंगे। ਦੇਖੋ, ਆਪਾਂ ਪਹਿਲੇ ਵੀ ਵਿਚਾਰ ਕਰ ਚੁੱਕੇ ਹੈ ਕਿ ਮਾਲਿਕ ਦੇ ਔਰ ਆਪਣੇ ਵਿੱਚ ਕੋਈ ਵੀ ਦੂਰੀ ਨਹੀਂ ਹੈਗੀ, ਸਿਰਫ ਔਰ ਸਿਰਫ ਵਿਚਾਰਾਂ ਦੀ ਦੂਰੀ ਹੈ। ਗੁਰਬਾਣੀ ਗੁਰੂ ਸਾਨੂੰ ਫਰਮਾਨ ਕਰਦੇ ਆ ਕਿ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਹੀਂ ਆਵੇ। ਉਹ ਵਿਚਾਰ ਇੱਕ ਤਾਂ ਹੋ ਗਏ ਜੋ ਆਪਣੇ ਮੁਖ ਦੇ ਰਾਹੀਂ ਆਪਾਂ ਦੂਸਰਾ ਤੋਂ ਗੱਲਾਂ ਬਾਤਾਂ ਕਰਦੇ ਹਾਂ, ਲੇਕਿਨ ਵਾਹਿਗੁਰੂ ਇੱਕ ਸੁਖਮ ਜੋ ਆਪਾਂ ਮੁਖ ਤੋਂ ਵੀ ਨਹੀਂ ਬੋਲ ਰਹੇ, ਉਹ ਅੰਦਰ ਕਿਰਿਆ ਚੱਲ ਰਹੀ ਹੈ। ਸੋਚ ਸਾਡੀ ਕभी किसी के बारे च ਅਸੀਂ ਸੋਚਣੇ ਚ ਲੱਗੇ, ਕभी किसी ਦੇ ਬਾਰੇ ਚ, ਕभी किसी ਦੇ ਬਾਰੇ ਚ, ਉਹ ਸਾਰਾ ਕੁਝ ਸਾਨੂੰ ਖਤਮ ਕਰਨਾ ਪੜੂਗਾ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨਾ। जब ਅਸੀਂ ਵਾਹਿਗੁਰੂ ਗੁਰਮੰਤਰ ਨੂੰ ਪੂਰੇ ਪ੍ਰੇਮ ਦੇ ਸਾਥ और मालिक ਨੂੰ ਹਾਜ਼ਿਰ ਨਾਜ਼ਿਰ ਜਾਣ ਕੇ ਔਰ ਬਾਕੀ ਸਾਰੀ ਚੀਜ਼ਾਂ ਨੂੰ ਇਗਨੋਰ ਕਰਦੇ ਹੋਇਆ ਮਾਲਿਕ ਨੂੰ ਪ੍ਰੇਮ ਦੇ ਰਾਹੀਂ ਗੁਰਮੰਤਰ ਦੇ ਰਾਹੀਂ ਦ੍ਰਿੜਾਏਂਗੇ। ਜੋ ਆਪਾਂ ਸਿਮਰਨ ਕਰਨੇ ਬੈਠਦੇ ਤभी ਆਪਣੀ ਡਿਊਟੀ ਨਹੀਂ ਹੁੰਦੀ ਕਿ ਅਸੀਂ ਮਾਲਿਕ ਨੂੰ ਹੁਣ ਯਾਦ ਕਰਨ ਲੱਗੇ, ਨਹੀਂ, ਜਿੰਨਾ ਕੁ ਸਮੇਂ ਵਾਹਿਗੁਰੂ ਨੇ ਸਾਨੂੰ ਬਖਸ਼ਾ ਹੈ ਉਹਦੇ ਵਿੱਚ ਸਾਨੂੰ ਖਰਾ ਉਤਰਨਾ ਹੁੰਦਾ ਹੈ। ਚਲੋ ਠੀਕ ਹੈ, ਆਪਾਂ ਅੱਧਾ ਘੰਟਾ ਸਿਮਰਨ ਕਰਨੇ ਬਹਿ ਗਏ, 1 ਘੰਟਾ ਬਹਿ ਗਏ, 2 ਘੰਟੇ ਬਹਿ ਗਏ, ਉਹ ਉਹਦੀ ਪਕੜ ਨੂੰ, ਉਹਦੀ ਗਹਿਰਾਈ ਨੂੰ ਪਕੜੋ ਕਿ ਅਸੀਂ ਸਿਮਰਨ ਕਰਨੇ ਬਹਿੰਦੇ ਕਿਉਂ ਹੈ, ਕਿਉਂ ਮਾਲਿਕ ਸਾਨੂੰ ਸਿਮਰਨ ਦੀ ਡਿਊਟੀ ਤੇ ਲਾਣੇ ਹੈ। ਉਹ ਇਸ ਲਈ ਹੋ ਕਿ ਵੀ ਜੋ ਤੁਹਾਨੂੰ 3 ਯੁਗਾਂ ਤੋਂ ਕੰਟੀਨਿਊ ਜੋ ਤੁਸੀਂ ਕਾਲ ਦੇ ਸਾਥ ਖੇਲ ਰਹੇ ਹੋ, ਤੁਹਾਨੂੰ ਜੋ ਵਿਚਾਰ ਆ ਰਹੇ ਹੈ ਉਹਨਾਂ ਉਸ ਮੈਲ ਨੂੰ ਧੁਲਣਾ ਹੈ, ਉਹ ਵਿਚਾਰਾਂ ਨੂੰ ਖਤਮ ਕਰਨਾ ਹੈ। जब तुसी उन विचारां ਨੂੰ ਖਤਮ ਕਰ ਦੋਗੇ, ਉਹਨਾਂ ਤੋਂ ਮਨ ਰਹਿਤ ਹੋ ਜਾਊਗਾ, ਫਿਰ ਮਨ ਥਿਰ ਘਰ ਦੇ ਵਿੱਚ ਬੈਠੂਗਾ, 10ਵੇਂ द्वार ਦੇ ਵਿੱਚ ਬੈਠੂਗਾ, ਮਾਲਿਕ ਦੇ ਦਰ ਤੋਂ ਬੈਠੂਗਾ, ਫਿਰ ਉਹ ਨਾਮ ਦਾ ਖਜ਼ਾਨਾ ਸਾਡੀ ਝੋਲੀ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਪਾਏਂਗੇ। ਜੇ ਅਸੀਂ ਤ੍ਰੈਗੁਣਾ ਦੇ ਵਿੱਚ जैसे कि ਅੱਜ ਸਾਨੇ 1 घंटा सिमरन किया और 1 घंटा सिमरन के बाद 23 घंटे साढ़े पास बचे ਤੇ 23 घंटे ਸਾਨੂੰ ਮਾਲਿਕ ਦਾ ਚੇਤਾ ਹੀ ਨਹੀਂ ਹੈਗਾ। चलो ठीक है, 23 घंटे नहीं ਆਪਾਂ कहने भी ਅਸੀਂ 6 घंटे 7 घंटे सिमरन करने, बाकी भी साढ़े पास 15-16 घंटे बचे, ਉਹਦੇ ਵਿੱਚ ਵੀ ਅਸੀਂ ਤ੍ਰੈਗੁਣਾ ਦੇ ਸਾਥ ਚਲੇ ਗਏ। ਤੇ ਵਾਹਿਗੁਰੂ ਪਹਿਲਾ ਤਾਂ ਮੈਲ ਤਾਂ ਧੁਲੀ ਜਾਊਗੀ ਜਦ ਅੱਗੇ ਦੀ ਰੁਕੂਗੀ, ਸਾਡੀ ਤਾਂ ਅਗਲੀ ਜੋ ਮਤਲਬ ਐਕਟੀਵਿਟੀ ਹੈ ਉਹ ਲਗਾਤਾਰ ਵਿਚਾਰਾਂ ਦੀ ਚਲੀ ਜਾ ਰਹੀ ਹੈ। ਤੇ ਸਾਨੇ ਕੀ ਕਰਨਾ ਹੁੰਦਾ ਹੈ, ਅੱਗੇ ਦੇ ਮਾਹੌਲ ਨੂੰ ਇਗਨੋਰ ਕਰਦੇ ਹੋਇਆ ਕਿ ਵੀ ਹੁਣ ਕਿਸੇ ਦੀ ਨਿੰਦਾ ਨਹੀਂ ਕਰਨੀ ਹੈ ਤੇ ਨਾ ਹੀ ਸੁਣਨੀ ਹੈ, ਨਾ ਹੀ ਇਹੋ ਜਿਹੇ ਲੋਕਾਂ ਦੇ ਵਿੱਚ ਬਹਿਣਾ ਹੈ, ਕਿਉਂਕਿ ਸੰਸਾਰ ਦੇ ਵਿੱਚ ਕੋਈ ਵੀ ਬੁਰਾ ਨਹੀਂ ਹੈਗਾ, ਲੇਕਿਨ ਸਾਨੇ ਜੋ ਖੇਲਣਾ ਹੈ ਉਹ ਸੁਖਮ ਖੇਲ ਨੂੰ ਸਮਝਦੇ ਹੋਇਆ ਸੰਸਾਰ ਦੇ ਵਿੱਚ ਖੇਲਣਾ ਹੈ। ਕਿਉਂਕਿ ਜੋ ਵੀ ਸੰਸਾਰ ਹੈ, ਜੋ ਮਨਮੁਖ ਵਿਰਤੀ ਤੋਂ ਚਲੇ ਗਏ, ਮਨਮੁਖ ਵਿਰਤੀ ਕਹਿੰਦੇ ਵਾਹਿਗੁਰੂ ਜੋ ਪੰਜਾਂ ਦਾ ਸੰਗ ਕਰਕੇ ਮਨ ਬੱਚੇ ਖੇਲ ਰਹੇ ਹੈ, ਜੇ ਅਸੀਂ ਉਹਨਾਂ ਦਾ ਸੰਗ ਕरेंगे, ਅਸੀਂ ਗੁਰਸਿੱਖਾਂ ਦਾ ਵੀ ਸੰਗ ਕरेंगे ਪਲਸ ਉਹਨਾਂ ਦਾ ਵੀ ਸੰਗ ਕरेंगे, ਤੇ ਫਿਰ ਸਾਨੂੰ ਮਾਲਿਕ ਦੇ ਘਰ ਤੇ ਵਡਿਆਈ ਨੇ ਸਾਨੇ ਇੱਕ ਹੀ ਪਾਸੇ ਹੋ ਕੇ ਖੇਲਣਾ ਹੁੰਦਾ ਹੈ, ਜਾਂ ਤਾਂ ਫਿਰ ਅਸੀਂ ਗੁਰਸਿੱਖਾਂ ਦਾ ਸੰਗ ਕਰਕੇ ਹੀ ਖੇਲਣਾ ਜਾਂ ਫਿਰ ਅਸੀਂ ਮਨਮੁਖਾਂ ਦਾ ਹੀ ਖੇਲਣਾ। ਕਿਉਂਕਿ ਉਹ ਫਿਰ ਸਾਡੇ ਲਈ ਵੀ ਇੱਕ ਅਸੀਂ ਕਹਿੰਦੇ ਜੀ ਅਸੀਂ ਵਾਹਿਗੁਰੂ ਸਿਮਰਨ ਇੰਨਾ ਕਰਦੇ ਹਾਂ ਫਿਰ ਵੀ ਵਾਹਿਗੁਰੂ ਸਾਤੇ ਕਿਰਪਾ ਨਹੀਂ ਹੋ ਰਹੀ, ਔਰ ਫਿਰ ਅਸੀਂ ਦੁੱਖ ਜ਼ਾਹਿਰ ਕਰਦੇ ਹਾਂ ਔਰ ਮਾਲਿਕ ਨੂੰ ਕਹਿੰਦੇ ਕਿ ਵਾਹਿਗੁਰੂ ਸਾਤੇ ਕਿਉਂ ਨਹੀਂ ਕਿਰਪਾ ਕਰਦਾ। ਲੇਕਿਨ ਉਹ ਸਾਡੀ ਮਿਸਟੇਕ ਹੁੰਦੀ ਹੈ ਯਾਰ ਕਿ ਅਸੀਂ परमात्मा का ज्ञान भी दृढ़ कर रहे हैं प्लस उन पंजा ਨੂੰ ਵੀ ਆਪਣੇ ਸਾਥ ਖਿਲਾ ਰਹੇ हैं। ਤੇ ਜੋ ਸਾਡੀ ਕਮਾਈ ਹੁੰਦੀ ਹੈ, ਜੋ ਅਸੀਂ ਮਾਲਿਕ ਨੂੰ ਬੇਨਤੀਆਂ ਜੋੜਨੀਆਂ ਕਰ ਕਰਕੇ ਖੁਸ਼ ਮਤਲਬ ਮਨਾने ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹਨ ਪੰਜਾਂ ਦੇ ਸਾਥ ਰਲ ਕੇ ਉਹਨਾਂ ਦੇ ਸਾਥ ਖੇਲ ਕੇ ਉਹ ਅਸੀਂ ਕਰੀ ਹੋਈ ਕਮਾਈ ਆਪਣੀ ਖਤਮ ਕਰ ਦਿੰਦੇ ਹਾਂ, ਤਾਂ ਹੀ ਸਾਡੀ ਅਵਸਥਾ ਨਹੀਂ ਬਣਦੀ, ਤਾਂ ਹੀ ਸਾਨੂੰ ਅੰਮ੍ਰਿਤ ਰਸ ਨਹੀਂ ਆਉਂਦਾ ਹੈ ਨਾ। ਤੇ ਸਾਡੇ ਲਈ ਇਹਨ ਬਰੀਕੀਆਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਮਾਲਿਕ ਦੀ ਕਥਾ ਵਿਚਾਰ ਸੁਣਦੇ ਹਾਂ ਤੇ ਮਾਲਿਕ ਨੂੰ ਬੇਨਤੀ ਵੀ ਆ ਕਰਨੀ ਕਿ ਵਾਹਿਗੁਰੂ ਅਸੀਂ ਤਾਂ ਇੰਨੇ ਕਿਨੇ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ, ਕਿ ਪ੍ਰਮਾਤਮਾ ਤੂੰ ਇੰਨਾ ਵੱਡਾ ਹੈ ਔਰ ਮੇਰੀ ਮਤ ਬਹੁਤ ਥੋੜੀ ਹੈ, ਤੇ ਤੂੰ ਇਹੋ ਜੀ ਮੈਨੂੰ ਸੋਝੀ ਪਾ
ਮਾਲਿਕ ਨੂੰ ਇਹੋ ਜਿਹੀਆਂ ਬੇਨਤੀਆਂ ਸਾਨੇ ਕਰਨੀਆਂ ਕਿ ਮਾਲਿਕ ਇਹੋ ਜਿਹੀ ਸੋਝੀ ਪਾ ਕਿ ਅਸੀਂ ਕਾਲ ਤੇ ਆਪਣੀ ਬਾਜੀ ਜੀਤ ਜਾਵੇ ਵਾਹਿਗੁਰੂ। ਇਹਨਾਂ ਦੇ ਸਾਥ ਅਸੀਂ ਖੇਲਣਾ ਨਹੀਂ ਚਾਹੁੰਦੇ ਵਾਹਿਗੁਰੂ, ਔਰ ਸਾਨੂੰ ਇਤਨੀ ਸੋਝੀ ਹੈਗੀ ਨਹੀਂ ਕਿ ਅਸੀਂ ਇਹਨਾਂ ਤੋਂ ਬਚੇ कैसे। ਤੇ ਫਿਰ परमात्मा ने ਸਾਨੂੰ सहज सुभाई ਕੱਢ ਲੈਣਾ है। लेकिन वो जब ਅਸੀਂ आधा घंटा 1 घंटा 2 घंटे सिमरन करने तभी नहीं आ विचार बोलनी मालिक ਨੂੰ आ बेनती तभी नहीं पानी। आ बेनती ਸਾਨੂੰ जब तक श्वास आ रही है हर श्वास तो मालिक ਨੂੰ पानी है। जब तक कि मालिक ਦੇ ਅਸੀਂ ਸਰਮੁਖ नहीं हो ਜਾਂਦੇ ਸਾਨੂੰ ਬੇਨਤੀਆਂ मालिक ਨੂੰ ਕਰਦੇ ही रहना। जब ਅਸੀਂ ਬੇਨਤੀਆਂ करेंगे बेनती तो भाव रखो, जब ਅਸੀਂ ਬੇਨਤੀ ਕਰਦੇ हैं ਤੇ ਸਾਡਾ ਮਨ ਨੀਵਾ ਹੁੰਦਾ ਹੈ। जब ਅਸੀਂ ਬੇਨਤੀ ਕਰਦੇ हैं ਅਸੀਂ ਸਹਿਜ ਹੁੰਦੇ ਹਾਂ। जब ਅਸੀਂ ਬੇਨਤੀ ਕਰਦੇ हैं ਤੇ ਅਸੀਂ ਵਿਰਾਗ ਚ ਵੀ ਚਲੇ ਜਾਂਦੇ हैं, है ना। ਤੇ ਸਾਰੀਆਂ ਯੁਗ ਦੀਆਂ ਵਿਧੀਆਂ ਉਹਦੇ ਵਿੱਚ ਹੀ ਲੱਗ ਜਾਣੀਆਂ ਹੈ ਜੋ ਕਿ ਸਾਨੂੰ ਗੁਰਬਾਣੀ ਗੁਰੂ ਕਹਿੰਦੇ ਵੀ ਸਹਿਜ ਚ ਰਹੋ, मन नीवा रहना चाहिए, सहज च रहना चाहिए। मालिक जो कबीरदास जी ने लिखा है कहने बिन विराग न छूटस माया। विराग तो ही भाव ਹੁੰਦਾ ਪ੍ਰੇਮ। ਜੇ ਅਸੀਂ ਮਾਲਿਕ ਨੂੰ ਹਰ ਸਮੇਂ ਬੇਨਤੀਆਂ ਕਰਾਂਗੇ ਸਾਨੂੰ ਮਾਲਿਕ ਤੋਂ ਆਪਣੇ ਆਪ ਨੋਰਮਲੀ ਪ੍ਰੇਮ ਹੋ ਜਾਊਗਾ। ਲੇਕਿਨ ਅਸੀਂ ਕੀ ਕਰਦੇ ਹਾਂ ਸਾਡੀ ਮਿਸਟੇਕਾਂ ਜੋ ਹੋਣੀਆਂ ਵਾਹਿਗੁਰੂ ਜਾਂ ਹੋਣੇ ਕਿ ਬਈ ਹੁਣ ਸਿਮਰਨ ਦੀ ਕਲਾਸ ਆਉਣ ਵਾਲੀ ਹੈ ਚਲੋ ਬਹਿ ਜਾਓ ਸਿਮਰਨ ਕਰਨੇ, ਬਾਕੀ ਸਿਮਰਨ ਕਰਨ ਤੇ ਹਟੇ ਫੇਰ ਲੱਗੇ ਕੰਮਕਾਜ। ਉਹ ਸਾਡੀ ਮਿਸਟੇਕ ਹੈ। ਸਾਨੇ ਜਿਸ ਟਾਈਮ ਵਾਹਿਗੁਰੂ ਨੇ ਸਾਨੂੰ ਚੋਕੜਾ ਮਾਰ ਕੇ ਬਿਠਾਇਆ ਉਹ ਸਮੇਂ ਦਾ ਸਾਡਾ ਪ੍ਰਵਾਨ ਹੋ, ਲੇਕਿਨ ਜਦ ਅਸੀਂ ਕੰਮਕਾਜ ਵੀ ਕरें ਤੇ ਵਾਹਿਗੁਰੂ ਨੂੰ ਬੇਨਤੀ ਕरें ਕਿ ਸਾਡਾ ਉਹ ਸਮੇਂ ਵੀ ਪ੍ਰਵਾਨ ਹੋ। ਵਾਹਿਗੁਰੂ ਕਹਿੰਦੇ ਕਰਮ ਧਰਮ ਦੋਏ ਬਾਣੀ ਹੈ ਇਸ ਟਾਈਮ ਸਾਨੂੰ ਕੰਠ ਨਹੀਂ ਆ ਰਹੀ ਕਿ ਦੋਨਾਂ ਨੂੰ ਇੱਕ ਸਾਥ ਦ੍ਰਿੜ ਕਰਨਾ ਹੁੰਦਾ ਹੈ, ਕਰਮ ਨੂੰ ਤੇ ਧਰਮ। ਜਿਵੇਂ ਕਰਮ ਤੋਂ ਅਸੀਂ ਮੁੱਕ ਗਏ ਵੀ ਕਰਮ ਸਾਡਾ ਸਮਾਪਤ ਹੋ ਗਿਆ ਤੇ ਫਿਰ ਸਾਨੂੰ ਬਹਿ ਜਾਣਾ ਹੁੰਦਾ ਹੈ, ਔਰ ਕਰਮ ਨੂੰ ਕਰਦੇ ਕਰਦੇ ਮਾਲਿਕ ਦਾ ਚੇਤਾ ਰੱਖਣਾ ਹੁੰਦਾ ਹੈ। ਜੋ ਵੀ ਕਰਮ ਕਰਦੇ ਰਹੋ ਹੱਥ ਪੈਰਾਂ ਤੇ ਅਸੀਂ ਕੰਮ ਕਰਦੇ ਰਹੇ ਔਰ ਸਾਡਾ ਧਿਆਨ ਮਾਲਿਕ ਦੇ ਵਿੱਚ ਮਾਲਿਕ ਦੇ ਚਰਨਾਂ ਦੇ ਵਿੱਚ ਹੋਣਾ ਚਾਹੀਏ। ਜੋ ਗੁਰਮੁਖ ਨਾਮ ਨੂੰ ਸੁਣਦੇ हैं ਉਹਨਾਂ ਨੇ ਆਪਣਾ ਧਿਆਨ ਨਾਮ ਦੇ ਉਸ ਧੁਨ ਦੇ ਵਿੱਚ ਮਾਲਿਕ ਦੀ ਮੁਖ ਦੀ ਆਵਾਜ਼ ਦੇ ਵਿੱਚ ਰੱਖਦੇ ਹੋਇਆ ਆਪਣੇ ਕੰਮਕਾਜ ਕਰਨੇ ਹੁੰਦੇ ਹਨ। ਜਿਨ ਗੁਰਮੁਖਾਂ ਤੋਂ ਨਾਮ ਦੀ ਕਿਰਪਾ ਨਹੀਂ ਹੋਈ ਉਹਨਾਂ ਨੇ ਵਾਹਿਗੁਰੂ ਗੁਰੂ ਮੰਤਰ ਨੂੰ ਦ੍ਰਿੜ ਕਰਦੇ ਹੋਏ ਆਪਾਂ ਸਾਰਿਆਂ ਦੇ ਲਈ ਅਗਿਆਨ ਹੈ ਵਾਹਿਗੁਰੂ ਉਸ ਗੁਰੂ ਮੰਤਰ ਨੂੰ ਦ੍ਰਿੜ ਕਰਦੇ ਹੋਇਆ ਉਹ ਕੰਮਕਾਜ ਕਰਨੇ ਹੁੰਦੇ ਤਾਂ ਕਿ ਸਾਡੀ ਸੁਰਤ ਉਸ ਕੰਮ ਦੇ ਵਿੱਚ ਨਾ ਜਾਵੇ, ਖੁੱਬੇ ਨਾ ਅਸੀਂ ਮਾਇਆ ਦੇ ਵਿੱਚ। ਅਸੀਂ ਉੱਪਰ ਉੱਪਰ ਹੱਥ ਪੈਰਾਂ ਤੋਂ ਕੰਮ ਕਰੇ ਔਰ ਰਸਨਾ ਤੋਂ ਵਾਹਿਗੁਰੂ ਗੁਰੂ ਮੰਤਰ ਨੂੰ ਦ੍ਰਿੜਾਵੇਂ ਤਾਂ ਕਿ ਸਾਡਾ ਸੰਪਰਕ ਮਾਲਿਕ ਦੇ ਨਾਲ ਟੁੱਟੇ ਨਾ। ਕਿਉਂਕਿ ਜੈਸੀ ਸਾਡੀ ਅਵਸਥਾ ਹੁੰਦੀ ਚਲੀ ਜਾਂਦੀ ਹੈ ਕਾਲ ਵੀ ਉਸੇ ਤਰੀਕੇ ਦੇ ਪਰਚੇ ਪਾਉਂਦਾ ਚਲੇ ਜਾਂਦਾ ਹੈ। ਜੋ ਨਾਮ ਤੇ ਗੁਰਮੁਖ ਬਹਿ ਗਏ ਤੇ ਉਹਨਾਂ ਨੂੰ ਉਸੇ ਤਰੀਕੇ ਦਾ ਪਰਚਾ ਪਾਇਆ ਜਾਊਗਾ। ਜੋ ਵਾਹਿਗੁਰੂ ਗੁਰੂ ਮੰਤਰ ਨੂੰ ਦ੍ਰਿੜ ਕਰਦੇ ਹੈ ਉਹਨਾਂ ਤੋਂ ਵੀ ਉਸੇ ਤਰੀਕੇ ਦਾ ਪਰਚਾ ਪਾਇਆ ਜਾਊਗਾ। ਤੇ ਇਸ ਕਰਕੇ ਬੜੀ ਹੀ ਬਰੀਕੀਆਂ ਨੂੰ ਸਮਝਦੇ ਹੋਏ ਬਹੁਤ ਜ਼ਿਆਦਾ ਕਹਿੰਦੇ ਖਿੰਨਿਓ ਤਿੱਖੀ ਬਾਲੋ ਨਿੱਕੀ ਇਤ ਮਾਰਗ ਜਾਣਾ, ਬਹੁਤ ਹੀ ਸੂਖਮ ਬਹੁਤ ਹੀ ਬਾਰੀਕ ਰਸਤਾ ਹੈ। ਦੁਨੀਆ ਦੇ ਵਿੱਚ ਬਹਿ ਕੇ ਇਹਨੂੰ ਸਮਝਾ ਨਹੀਂ ਜਾ ਸਕਦਾ। ਦੁਨੀਆ ਨੂੰ ਸਾਨੂੰ ਇਗਨੋਰ ਕਰਦੇ ਹੋਇਆ ਆਪਣੇ ਮਨ ਦੀ ਖੋਜ ਕਰਨੀ ਹੈ ਨਾ, ਉਸ परमात्मा ਦੀ ਖੋਜ ਕਰਨੀ ਹੈ ਤੇ ਅੰਦਰ ਜਾਣਾ ਪੜੂਗਾ। ਅੰਦਰ ਤੋਂ ਭਾਵ ਹੁੰਦਾ ਹੈ ਕਿ ਤ੍ਰੈ ਗੁਣਾ ਤੋਂ ਮਨ ਨੂੰ ਅਤੀਤ ਕਰਕੇ ਅਸ ਮਨ ਦੀ ਖੋਜ ਕਰਨੀ ਹੈ ਸਾਨੂੰ ਤੇ ਮਨ ਦੇ ਹੀ ਪਿੱਛੇ ਰਹਿਣਾ ਪੜੂਗਾ ਨਾ ਕਿ ਵੀ ਆ ਮਨ ਹੁਣ ਕੀ ਕਰ ਰਿਹਾ ਹੈ, ਹੁਣ ਕੀ ਕਰ ਰਿਹਾ ਹੈ, ਇਹਦੇ ਪਿੱਛੇ ਸਾਨੂੰ ਡਿਊਟੀ ਕਰਨੀ ਹੈ। ਔਰ ਅਸੀਂ ਕਿਸ ਚੀਜ਼ 'ਚ ਲੱਗ ਜਾਂਦੇ ਵਾਹਿਗੁਰੂ ਸਾਨੂੰ ਲੱਗਦਾ ਹੈ ਆ ਵਿਚਾਰ ਆਪਾਂ ਸੁਣਨੇ ਆ ਸਾਰੇ ਇਕੱਠੇ ਵਿਚਾਰ ਕਰਨੇ ਤਾਂ ਲੱਗਦਾ ਹੈ ਜੀ ਵਾਹਿਗੁਰੂ ਮੇਰਾ ਇੰਨਾ ਸਿਮਰਨ ਨਹੀਂ ਹੈਗਾ ਜੀ ਪਰ ਮੈਨੂੰ ਨਾਮ ਸੁਣਦਾ ਹੈ। ਦੇਖੋ ਪਿਛਲੇ 3 ਯੁਗਾਂ ਤੋਂ ਹਾਂਜੀ ਵਾਹਿਗੁਰੂ 1 ਮਿੰਟ ਰੁਕੋ ਵਾਹਿਗੁਰੂ ਹੈਲੋ ਹਾਂਜੀ ਆਵਾਜ਼ ਸੁਣ ਰਹੀ ਹੋ ਵਾਹਿਗੁਰੂ ਹਾਂਜੀ ਹਾਂਜੀ ਆ ਰਹੀ ਆਵਾਜ਼। ਹਾਂਜੀ ਪਿਛਲੇ 3 ਯੁਗਾਂ ਤੋਂ ਜੋ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸਮਝਾਣਾ ਕਰਿਆ ਗਿਆ ਕਿ ਵੀ 3 ਯੁਗਾਂ ਬਾਅਦ ਕਲਯੁਗ ਦੇ ਇਹੋ ਜਿਹੇ ਸਮੇਂ ਦੇ ਵਿੱਚ ਨਾਮ ਪ੍ਰਗਟ ਹੋਇਆ ਤੇ ਕੁਛ ਗੁਰਮੁਖਾਂ ਨੂੰ ਭੁਲੇਖਾ ਹੁੰਦਾ ਜੀ ਸਾਡਾ ਤਾਂ ਇਤਨਾ ਸਿਮਰਨ ਵੀ ਨਹੀਂ ਹੈਗਾ ਤੇ ਫਿਰ ਸਾਨੂੰ कैसे ਆਵਾਜ਼ ਆਉਣ ਲੱਗੀ, ਸਾਨੂੰ कैसे ਸਹਿਜ ਧੁਨ ਸੁਣਨ ਲੱਗੀ ਤੇ ਉਹਨਾਂ ਨੂੰ ਸ਼ੰਕਾ ਹੋ ਜਾਂਦੀ ਹੈ ਵੀ ਵਾਹਿਗੁਰੂ ਨਾਮ ਦੀ ਇੰਨੀ ਮਹਿਮਾ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੰਨੀ ਮਹਿਮਾ ਗਾਈ ਗਈ ਹੈ, बताया गया है नाम मतलब निर्मोलक खजाना है। ਤੇ
ਆਪਣੇ ਆਪ ਨੂੰ ਫਿਰ ਉਹ ਝਾਕੀ ਮਾਰਦੇ ਆ, ਫਿਰ ਉਹ ਦੇਖਦੇ ਆ ਕਿ ਵੀ ਵਾਹਿਗੁਰੂ ਸਾਨੇ ਤਾਂ ਇੰਨੀ ਸੰਗਤ ਵੀ ਨਹੀਂ ਕੀਤੀ ਔਰ ਸਾਨੇ ਇतना ਸਿਮਰਨ ਵੀ ਨਹੀਂ ਕੀਤਾ ਤੇ ਸਾਨੂੰ ਇਹ ਆਵਾਜ਼ कैसे ਆਉਣ ਲੱਗੀ। ਇਹਦਾ ਮਤਲਬ ਇਹ ਠੀਕ ਨਹੀਂ ਹੈ, ਇਹ ਨਾਮ ਨਹੀਂ ਹੈ। ਉਹਨਾਂ ਨੂੰ ਸ਼ੰਕਾ ਆਉਣ ਲੱਗੀ। ਲੇਕਿਨ ਵਾਹਿਗੁਰੂ ਅਸੀਂ ਪਿਛਲੇ 3 ਯੁਗਾਂ ਤੋਂ ਲਗਾਤਾਰ ਮਾਲਿਕ ਦੀ ਭਗਤੀ ਕਰਦੇ ਰਹੇ हैं ਔਰ ਅਸੀਂ ਪ੍ਰਚੂਨ ਕਮਾਈ ਕਰਕੇ ਫਿਰ ਜਾਂ ਸਾਨੂੰ ਮਾਨੁਕ ਦੇਹੀ ਮਿਲੀ ਜੇ ਅਸੀਂ ਕਲਯੁਗ ਦੇ ਵਿੱਚ ਅੱਜ ਆਏ ਹਾਂ। ਤੇ ਇਹ ਕਲਯੁਗ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਗੁਰਬਾਣੀ ਗੁਰੂ ਦੇ ਵਿੱਚ ਦਰਸਾਇਆ ਵੀ ਕਲਯੁਗ ਦਾ ਜਦ ਇਹੋ ਜਿਹਾ ਸਮਾਂ ਆ ਜਾਊਗਾ ਕਿ ਇੱਕ ਹੀ ਸਮੇਂ ਦੇ ਵਿੱਚ ਅਸੰਖਾ ਪਾਪ ਹੋਣਗੇ ਔਰ ਇੱਕ ਦੂਜੇ ਨੂੰ ਲੋग ਭੁੱਲ ਜਾएंगे, ਮਾਇਆ ਦੇ ਹੀ ਸੰਬੰਧ ਰਹਿ ਜਾएंगे, ਪ੍ਰੇਮ ਖਤਮ ਹੋ ਜਾਊਗਾ। ਕਲਯੁਗ ਦਾ ਇਹੋ ਜਿਹਾ ਸਮੇਂ ਜਦ ਆਊਗਾ ਤੇ ਫਿਰ ਨਾਮ ਪ੍ਰਗਟ ਹੋਊਗਾ ਤੇ ਉਹ ਸਮੇਂ ਨਿਸ਼ਚਿਤ ਨਹੀਂ ਲੇਕਿਨ ਨਿਸ਼ਾਨੀਆਂ ਗੁਰਬਾਣੀ ਗੁਰੂ ਦੇ ਵਿੱਚ ਲਿਖਿਆ ਹੋਈਆਂ ਹੈ ਤੇ ਉਹ ਸਮੇਂ ਹੁਣ ਆ ਗਿਆ ਤੇ ਉਹਦੇ ਵਿੱਚ ਜੋ ਗੁਰਮੁਖ ਪੁਰਾਣੇ ਜੋ ਧੁਰ ਦਾ ਲੇਖਾ ਲੈ ਕੇ ਆਏ ਹੈ ਤੇ ਉਹਨਾਂ ਤੇ ਨਾਮ ਦੀ ਕਿਰਪਾ ਉਹਨਾਂ ਨੂੰ ਜੇ ਉਹ ਸੰਗਤ ਦੇ ਵਿੱਚ ਪਹਿਲੀ ਵਾਰ ਵੀ ਗਏ ਨਾ ਪਹਿਲੀ ਵਾਰ ਔਰ ਉਹਨਾਂ ਦਾ ਮਨ ਥੋੜੇ ਸਮੇਂ ਦੇ ਲਈ ਉਹ ਵੀ ਟਿਕਾ ਥਿਰ ਹੋਇਆ ਤੇ ਉਹ ਕਮਾਈ ਵਾਲੇ ਹੈ ਉਹਨਾਂ ਨੂੰ ਨਾਮ ਦੀ ਕਿਰਪਾ ਹੋ ਜਾਂਦੀ ਹੈ लेकिन वो नाम ਦੇ ਖਜ਼ਾਨੇ ਨੂੰ ਪਕੜ ਨਹੀਂ ਪਾਉਂਦੇ। ਉਹ ਸੋਚਦੇ ਹੈ ਕਿ ਵੀ ਅਸੀਂ ਤਾਂ ਇੰਨੀ ਸੰਗਤ ਨਹੀਂ ਕੀਤੀ ਫਿਰ ਸਾਡੇ ਤੇ ਨਾਮ ਦੀ ਕਿਰਪਾ कैसे ਹੋ ਗਈ। ਉਹਨਾਂ ਨੂੰ ਅਸੰਕਾ ਕਾਲ ਪਾ ਦਿੰਦਾ ਹੈ ਤੇ ਵਾਹਿਗੁਰੂ ਜੋ ਸਾਡੇ ਕੰਨਾਂ ਦੇ ਵਿੱਚ ਉਹ ਆਵਾਜ਼ ਸੁਣਦੀ ਹੈ ਉਹਨੂੰ ਗੁਰਬਾਣੀ ਗੁਰੂ ਦੇ ਵਿੱਚ ਨਾਮ ਹੁਕਮ ਅਨਹਦ ਬਾਣੀ ਅਵਸਥਾ ਦੇ ਅਨੁਸਾਰ ਨਾਦ ਉਹ ਚੇਂਜ ਹੁੰਦੇ ਰਹਿੰਦੇ हैं। ਪੰਜ ਸ਼ਬਦ ਤੇ ਸਹਿਜ ਧੁਨ ਉਹ ਮਾਲਿਕ ਦੇ ਮੁਖ ਦੀ ਆਵਾਜ਼ ਹੈ। ਜਿਵੇਂ ਗੁਰਬਾਣੀ ਦੇ ਵਿੱਚ ਸਾਨੂੰ ਬਤਾਇਆ ਗਿਆ ਹੈ ਕਿ ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ। ਉਹ ਸਹਿਜ ਧੁਨ ਬਾਣੀ ਦੇ ਜੋ ਸਾਨੂੰ ਬਤਾਈ ਗਈ ਹੈ ਉਹਦੇ ਰਾਹੀਂ ਸਾਡਾ ਪਾਰ ਉਤਾਰਾ ਹੋਣਾ ਹੈ। ਲੇਕਿਨ ਆ ਸਾਨੂੰ ਬਰੀਕੀ ਨੂੰ ਨੋਟ ਕਰਨਾ ਹੈ ਕਿ ਬਈ ਅਸੀਂ ਉਸ ਸਹਿਜ ਧੁਨ ਤੱਕ ਪਹੁੰਚੇ कैसे। ਅਸੀਂ ਤਬ ਪਹੁੰਚੇ ਜਬ ਅਸੀਂ ਤ੍ਰੈ ਗੁਣਾ ਤੋਂ ਅਤੀਤ ਹੋਏ। ਤ੍ਰੈ ਗੁਣਾ ਤੋਂ ਸਾਡਾ ਮਨ ਅਤੀਤ ਹੋਇਆ, ਚੌਥੇ ਪਦ ਦੇ ਵਿੱਚ ਜਾ ਕੇ ਬੈਠਾ ਤੇ ਮਾਲਿਕ ਦੇ ਮੁਖ ਦੀ ਆਵਾਜ਼ ਉਹਨੂੰ ਸੁਣਾਈ ਦੇ। ਲੇਕਿਨ ਸਾਨੂੰ ਸੁਖਮ ਗਿਆਨ ਹੈਗਾ ਨਹੀਂ। ਅਸੀਂ ਸੋਚਦੇ ਪਤਾ ਨਹੀਂ ਥਿਰ ਘਰ ਕਿੱਥੇ ਹੈ, ਦਸਵਾਂ ਦਵਾਰ ਕੀ ਹੈ, ਤ੍ਰੈ ਗੁਣ ਕੀ ਹੈ, ਭਵਸਾਗਰ ਕੀ ਹੈ ਨਾ। ਤੇ ਅਸੀਂ ਸੋਚਦੇ ਵੀ ਪਤਾ ਨਹੀਂ ਕਿੱਥੇ ਤੇ ਆਵਾਜ਼ ਆ ਰਹੀ ਹੈ, ਪਤਾ ਨਹੀਂ ਹੈ ਨਾ। ਇਹ ਭੁਲੇਖਾ ਸਾਨੂੰ ਹੋ ਜਾਂਦਾ ਕਿਉਂਕਿ ਸਾਨੂੰ ਸੁਖਮ ਗਿਆਨ ਨਹੀਂ ਹੈਗਾ, ਅੰਦਰ ਦਾ ਗਿਆਨ ਨਹੀਂ ਹੈ। ਤੇ ਬਰੀਕੀਆਂ ਨੂੰ ਪਕੜਨਾ ਹੈ ਕਿ ਸਾਡੀ ਅਵਸਥਾ ਜੇ ਅਸੀਂ ਨਾਮ ਨੂੰ ਸੁਣ ਰਹੇ ਹਾਂ ਤੇ ਵਾਹਿਗੁਰੂ ਅਸੀਂ ਤ੍ਰੈ ਗੁਣਾ ਤੋਂ ਉੱਪਰ ਉੱਠ ਗਏ। ਲੇਕਿਨ ਫਿਰ ਸਾਨੂੰ ਬੜੀ ਸਤਰਕਤਾ ਤੇ ਖੇਲਣਾ ਹੁੰਦਾ ਹੈ। ਅਸੀਂ ਨਾਮ ਤੱਕ ਪਹੁੰਚੇ ਜਦ ਅਸੀਂ ਤ੍ਰੈ ਗੁਣਾ ਤੋਂ ਸਾਡਾ ਮਨ ਅਤੀਤ ਹੋਇਆ। ਠੀਕ ਹੈ, ਹੁਣ ਜੇ ਅਸੀਂ ਨਾਮ ਨੂੰ ਸੁਣ ਰਹੇ ਹਾਂ ਔਰ ਫਿਰ ਅਸੀਂ ਤ੍ਰੈ ਗੁਣਾ ਦੇ ਵਿੱਚ ਥੱਲੇ ਆ ਰਹੇ ਹਾਂ ਤੇ ਫਿਰ ਅਸੀਂ ਉੱਪਰ ਨਹੀਂ ਜਾ ਸਕਦੇ। ਅਵਸਥਾ ਸਾਡੀ ਉੱਪਰ ਨਹੀਂ ਜਾ ਸਕਦੀ, ਅਸੀਂ ਉੱਥੇ ਬੈਠੇ रहेंगे। ਜੇ ਕਦੀ ਤ੍ਰੈ ਗੁਣਾ ਤੋਂ ਮਨ ਅਤੀਤ ਹੋਇਆ ਤੇ ਨਾਮ ਸੁਣ ਲਿਆ, ਨਹੀਂ ਬਾਕੀ ਫੇਰ ਤ੍ਰੈ ਗੁਣਾ ਦੇ ਵਿੱਚ ਆ ਗਏ। ਫਿਰ ਅਸੀਂ ਕਹਿੰਦੇ ਜੀ ਨਾਮ ਤਾਂ ਅਸੀਂ ਵਾਹਿਗੁਰੂ ਸਾਨੂੰ ਸੁਣਦਾ ਹੈ ਲੇਕਿਨ ਅਸੀਂ ਮਾਲਿਕ ਦੇ ਸਨਮੁਖ ਨਹੀਂ ਹੋ ਰਹੇ। ਕਿਉਂ? ਕਿਉਂਕਿ ਅਸੀਂ ਨੀਚੇ ਦਾ ਜੋ ਲੈਵਲ ਹੈ ਉਹਨੂੰ ਉਹਦੇ ਸਾਥ ਮਿਲਾ ਕੇ ਚੱਲ ਰਹੇ ਹੁੰਦੇ हैं ਲੇਕਿਨ ਅਸੀਂ ਉੱਪਰ ਨੂੰ ਨਹੀਂ ਜਾਣਾ, ਮਤਲਬ ਜਾਣਾ ਸਿੱਖ ਰਹੇ। ਤੇ ਉੱਪਰ ਨੂੰ ਜਾਣੇ ਦਾ ਤਰੀਕਾ ਹੈ ਕਿ ਜੇ ਸਾਨੂੰ ਵਿਚਾਰ ਆਨੇ ਹੈ ਤੇ ਸਾਨੂੰ ਮਾਲਿਕ ਨੂੰ ਇੰਨੀਆਂ ਬੇਨਤੀਆਂ ਪਾਣੀਆਂ ਹਨ। ਵਾਹਿਗੁਰੂ ਗੁਰੂ ਮੰਤਰ ਦੀ ਧੁਨ ਦੇ ਵਿੱਚ ਧਿਆਨ ਰੱਖਦੇ ਹੋਇਆ ਆਪਣੇ ਸਰੀਰ ਨੂੰ ਭੁੱਲ ਗਏ ਔਰ ਇਤਨੇ ਪਿਆਰ ਤੇ ਗੁਰੂ ਮੰਤਰ ਨੂੰ ਦ੍ਰਿੜ ਕਰਨਾ ਹੁੰਦਾ ਹੈ ਕਿ ਅਸੀਂ ਗੁਰੂ ਮੰਤਰ ਦ੍ਰਿੜ ਕਰਦੇ ਕਰਦੇ ਅਸੀਂ ਆਪ ਬਰਾਗ ਦੇ ਵਿੱਚ ਨਹੀਂ ਜਾ ਸਕਦੇ। ਸਾਡੀ ਸੁਰਤੀ ਬਰਾਗ ਦੇ ਵਿੱਚ ਚਲੀ ਜਾਏ ਕਿਉਂਕਿ ਮਾਲਿਕ ਨੂੰ ਇਹੋ ਜਿਹੀ ਅਵਸਥਾ ਦੇ ਵਿੱਚ ਬੈਠ ਕੇ ਯਾਦ ਕਰੇ ਕਿ ਸਾਰਾ ਕੁਝ ਇਹ ਵਿਚਾਰ ਨਹੀਂ ਲੈਣਾ ਹੁੰਦਾ। ਸਾਨੂੰ ਵਿਚਾਰ ਆਉਂਦਾ ਕਿਉਂਕਿ ਅਸੀਂ ਵੀ ਇਹੋ ਜਿਹੀ ਚੀਜ਼ ਤੇ ਗੁਜ਼ਰੇ ਹੈ ਤਾਂ ਹੀ ਪ੍ਰੈਕਟੀਕਲੀ ਇਹ ਸਾਰੀ ਵਿਚਾਰ ਕਰ ਰਹੇ ਕਿ ਬਹਿ ਗਏ ਸਿਮਰਨ ਕਰਨੇ और वाहिगुरु भी कर रहे हैं लेकिन मालिक दी सुध नहीं, मालिक दी अंदर प्रेम नहीं आ रहा। ये चापा में 2 घंटे का सिमरन करके उठ गए लेकिन कोई आनंद नहीं बना। और ਅਸੀਂ ਮਾਲਿਕ ਨੂੰ ਸੁਣਨ ਦੇ ਵਿੱਚ ਮਹਿਸੂਸ ਕਰਦੇ ਹੋਇਆ, ਸੁਣਨ ਦੇ ਵਿੱਚ ਮੰਨਦੇ ਹੋਇਆ ਜਬ ਅਸੀਂ ਉਹਨੂੰ ਆਵਾਜ਼ ਲਗਾएंगे और अपनी अवस्था ਨੂੰ ਦੇਖेंगे ਨਾ ਕਿ ਵਾਹਿਗੁਰੂ ਅਸੀਂ ਤਾਂ ਬਹੁਤ ਥੱਲੇ ਪੜੇ ਹੈ ਹੈਨਾ। ਇਸ ਤੇਰੇ ਨਾਲ ਮਿਲਾਪ कैसे ਹੋਊਗਾ ਜਬ ਅਸੀਂ ਇਹੋ ਜੀ ਅਵਸਥਾ ਦੇ ਵਿੱਚ ਆएंगे। ਗੁਰਬਾਣੀ ਗੁਰੂ ਦੇ ਵਿੱਚ ਦੇਖੋ ਕਿ ਭਗਤ ਜਨਾਂ ਨੇ ਕਿੰਨੀਆਂ ਮਿੰਨਤਾਂ ਚੋਦਣੀਆਂ ਪ੍ਰਮਾਤਮਾ ਨੂੰ ਪਾਈਆਂ ਹੈ ਤਾਂ ਜਾ ਕੇ ਉਹ ਮਿਲੇ ਹੈ। ਤੇ ਉਹਨਾਂ ਦਾ ਜੈਸਾ ਸਾਨੂੰ ਆਪਣਾ ਵਿਵਹਾਰ ਕਰਨਾ ਪੜੂਗਾ ਮਾਲਿਕ ਦੇ ਲਈ ਤਾਂ ਅਸੀਂ ਮਿलेंगे। ਅਸੀਂ ਸੋਚਦੇ ਹਾਂ ਕਿ ਬਸ ਵਾਹਿਗੁਰੂ ਗੁਰਮੰਤਰ ਦ੍ਰਿੜਾਈ ਜਾਓ ਤੇ ਅਸੀਂ ਪਾਰ ਹੋ ਜਾएंगे। ਐਸਾ ਨਹੀਂ ਵਾਹਿਗੁਰੂ ਹੋ ਸਕਦਾ। ਸਾਨੂੰ ਰਿਐਲਿਟੀ ਦੇ ਵਿੱਚ ਜੋ ਵੀ ਆਪਾਂ ਹੈਗੇ, ਜੋ ਵੀ ਅਸੀਂ ਹੈ, ਚਾਹੇ ਅਸੀਂ ਬਹੁਤ ਹੀ ਜ਼ਿਆਦਾ ਪਾਪੀ ਹੈ,
ਸਾਨੂੰ ਪਤਾ ਹੁੰਦਾ ਹੈ ਕਿ ਸਾਨੂੰ ਕਿੰਨੀਆਂ ਕੁਝ ਗਲਤੀਆਂ ਤਾਂ ਸਾਨੂੰ ਲਗਭਗ ਯਾਦ ਹੀ ਪਰ ਚਲੋ ਕੁਝ ਯਾਦ ਜਾਣੇ ਤੋ ਜਿੰਨੀਆਂ ਯਾਦ ਹੈ ਨਾ ਉਨੀਆਂ ਨੂੰ ਵੀ ਲੈ ਕੇ ਅਸੀਂ ਮਾਲਿਕ ਦੇ ਸਾਹਮਣੇ ਬੈਠੇ ਨਾ ਤੇ ਵਾਹਿਗੁਰੂ ਬਰਾਗ ਤਾਂ ਇੱਕ ਖਿਦਮਤ ਸਮੇਂ ਚੱਲ ਜੂਗਾ समय ही नहीं लगना या फिर मालिक ਨੂੰ ਹੋਂਦ ਨੂੰ ਮਹਿਸੂਸ ਕਰਦੇ ਹੋਏ ਜਦ ਅਸੀਂ ਆਵਾਜ਼ ਲਗਾਏਗੇ ਨਾ ਕਿ ਵਾਹਿਗੁਰੂ ਸਾਨੂੰ ਬਖਸ਼ ਦੇ ਸਾਨੂੰ ਗੁਰੂ ਮੰਤਰ ਜਪਣਾ ਨਹੀਂ ਆਂਦਾ ਸਾਨੂੰ ਹਾਜ਼ਰ ਹੋਣਾ ਵੀ ਨਹੀਂ ਆਂਦਾ ਵਾਹਿਗੁਰੂ ਗੁਰਮੁਖ ਸਾਨੂੰ ਰਸਤਾ ਬਤਾਨੇ ਹੈ ਫਿਰ ਵਾਹਿਗੁਰੂ ਸਾਨੂੰ ਇੰਨੀ ਹਿੰਮਤ ਨਹੀਂ ਹੈਗੀ ਸਾਡੀ ਪਕੜ ਦੇ ਵਿੱਚ ਨਹੀਂ ਉਹ ਸਾਰਾ ਗਿਆਨ ਆ ਰਿਹਾ ਤੇ ਵਾਹਿਗੁਰੂ ਜੋ ਇਹੋ ਜਿਹੀ ਵਿਚਾਰ ਵੀ ਅਸੀਂ ਮਾਲਿਕ ਦੇ ਸੁਣ ਦੇ ਵਿੱਚ ਬੈਠ ਕੇ ਮਾਲਿਕ ਨੂੰ ਮੰਨ ਕੇ ਜੋ ਇਹੋ ਜਿਹੀ ਬੇਨਤੀ ਪਾਏंगे ना तो वाहिगुरु ਅਸੀਂ ਇੰਨੇ ਨੀਵੇਂ ਹੋ ਜਾएंगे ਇੰਨੇ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਾਂਗੇ ਕਿ ਵੈਰਾਗ ਮਾਲਿਕ ਦੇ ਲਈ ਆਪਣੀ ਆਪ ਅੱਖਾਂ ਤੋਂ ਬਹਿਣਾ ਸ਼ੁਰੂ ਹੋ ਜੂ लेकिन ਅਸੀਂ कैसे बने ਅਸੀਂ ਕੰਮ ਕਾਜ करेंगे फटाफट और बह गए जी एकदम हौमे नहीं होनी चाहिए अंदर किसी भी तरीके ਦੀ ਕਿਉਂਕਿ ਉਹ ਸੁਖਮ ਹੈ ਨਾ ਸੁਖਮ ਹਉਮੈ ਦਾ ਵੀ ਭੇਦ ਨਹੀਂ ਸਾਨੂੰ ਹੈਗਾ ਕਿ ਸਾਡੇ ਅੰਦਰ ਹਉਮੈ ਹੈ कहने ਦਾ ਮਤਲਬ ਇਹ ਹੈ ਕਿ ਸੁਣ ਦੇ ਵਿੱਚ ਮਾਲਿਕ ਨੂੰ ਮੰਨਦੇ ਹੋਇਆ ਔਰ ਉਹਨੂੰ ਆਵਾਜ਼ ਤਬ ਤੱਕ ਜਾਂ ਆਪਣੇ ਮਨ ਦੇ ਵਿੱਚ ਵਿਚਾਰ ਕੇ ਲੈ ਕੇ ਫੀਲਿੰਗਸ ਲੈ ਕੇ ਬੈਠ ਜਾਣਾ ਹੁੰਦਾ ਹੈ ਕਿ ਤਬ ਤੱਕ ਅਸੀਂ ਆਵਾਜ਼ਾਂ ਮਾਰੀ ਜਾएंगे जब तक तू सानू अपने साथ मिला नहीं लेता फिर जब ऐसी फीलिंग्स लेके ਅਸੀਂ आवाज मारेंगे ना ਤੇ ਵਾਹਿਗੁਰੂ ਸਾਡੇ ਤੇ ਕਿਰਪਾ ਹੋਣੀ ਹੀ ਹੋਣੀ ਹੈ ਫਿਰ ਸਾਨੂੰ ਕਿਸੇ ਤੋਂ ਜਾਂ ਧੰਨਾ ਭਗਤ ਜੀ ਨੂੰ ਦੇਖੋ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਨਹੀਂ ਥਾ लेकिन ज्ञान उन्होंने ता आया ज्ञान की चीज है आप कहने भी जो गुरबाणी गुरु है ये ज्ञान है लेकिन ये प्रैक्टिकल है तजर्बा है उन्होंने ते दुनियावी ज्ञान साने कंठ कर लिया गुरबाणी नु साने कंठ कर लिया और असी कथा विचार भी करने लगे जब तक साढ़े साथ वो चीज विचरदी नहीं तब तक साड़ी गल नहीं बननी साने ਉਸ ਅਵਸਥਾ ਦੇ ਵਿੱਚ ਚਲੇ ਜਾਣਾ ਹੈ ਜੋ ਅਵਸਥਾ ਗੁਰਬਾਣੀ ਗੁਰੂ ਸਾਨੂੰ ਦੱਸਦੇ ਹੈ ਕਿਉਂਕਿ ਸਾਡਾ ਮਨ ਵਿਰਾਗ ਦੇ ਵਿੱਚ ਚਲਾ ਜਾਵੇ ਜਦ ਵਿਰਾਗ ਦੇ ਵਿੱਚ ਚਲਾ ਜਾਊਗਾ ਤੇ ਵਿਚਾਰਾਂ ਤੋਂ ਰਹਿਤ ਹੋ ਜਾਊਗਾ ਥਿਰ ਹੋ ਜਾਊਗਾ ਜਦ ਥਿਰ ਹੋ ਜਾਊਗਾ ਤੇ ਨਾਮ ਸੁਣੂਗਾ ਜਦ ਨਾਮ ਸੁਣੂਗਾ ਤੇ ਨਾਮ ਨੂੰ ਸੁਣ ਕੇ ਉਹਦੀ ਸੇਵਾ ਕਰੂਗਾ ਅਗਲਾ ਪੁਆਇੰਟ ਹੁੰਦਾ ਕਿ ਨਾਮ ਨੂੰ ਸੁਣ ਕੇ ਸੇਵਾ ਕਰ ਲੇਕਿਨ ਸੇਵਾ ਤਾਂ ਆਪਾਂ ਕਰਾਂਗੇ ਜਦ ਆਪਾਂ ਉੱਥੇ ਹਾਜ਼ਰ ਹੋਵਾਂਗੇ ਜੇ ਆਪਾਂ ਫੇਰ ਨੀਚੇ ਥੱਲੇ ਤ੍ਰਿਗੁਣਾਂ ਦੇ ਵਿੱਚ ਆ ਗਏ ਤੇ ਫੇਰ ਸਾਨੂੰ ਉਧਰ ਨਾਮ ਦੀ ਸੇਵਾ ਅਸੀਂ ਨਹੀਂ ਕਰ ਸਕਦੇ ਅਸੀਂ ਫੇਰ ਭਵਸਾਗਰ ਦੇ ਵਿੱਚ ਗਿਰ ਗਏ ਤੇ ਸਭ ਤੋਂ ਮੇਨ ਚੀਜ਼ ਦੋ ਪੁਆਇੰਟ ਇਹਦੇ ਵਿੱਚ ਹੈ ਇੱਕ ਤਾਂ ਵਿਰਾਗ ਤੋਂ ਭਾਵ ਹੈ ਪ੍ਰੇਮ ਦੂਜਾ ਮਾਲਿਕ ਤੇ ਭਰੋਸਾ ਦੋਨੋਂ ਚੀਜ਼ਾਂ ਸਾਡੇ ਪਾਸ ਅੰਦਰ ਹੋਣੀਆਂ ਚਾਹੀਦੀਆਂ ਸਾਨੇ ਕੁਝ ਨਹੀਂ ਕਰਨਾ ਸਾਨੇ ਜੇ ਅਸੀਂ ਮਾਲਿਕ ਦੀ ਹੋਂਦ ਨੂੰ ਦੇਖਿਆ ਨਾ ਕਿ ਮਾਲਿਕ ਨੇ ਸਾਰੀ ਦੁਨੀਆ ਬਣਾਈ ਹੈ ਤੇ ਵਾਹਿਗੁਰੂ ਫਿਰ ਤਾਂ ਇਹ ਨਾਮੁਮਕਿਨ ਸੀ ਚੀਜ਼ ਇੱਕ ਮਹਿਸੂਸ ਹੁੰਦੀ ਹੈ कि परमात्मा ਨੂੰ ਪਾਣਾ ਇਹ ਤਾਂ ਬਹੁਤ ਬੜੀ ਬਾਤ ਹੈ ਲੇਕਿਨ ਨਹੀਂ ਉਹਨੂੰ ਆਪਣੇ ਆਪ ਦੇ ਰਾਹੀਂ ਕੋਈ ਰਿਸ਼ਤਾ ਮੰਨ ਲਓ ਕਿ ਆਪਣਾ ਮਿੱਤਰ ਬਣਾ ਲਓ ਆਪਣਾ ਮਾਂ ਮੰਨ ਲਓ ਆਪਣਾ ਪਿਤਾ ਮੰਨ ਲਓ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਬਤਾਇਆ ਗਿਆ ਕੋਈ ਐਸਾ ਰਿਸ਼ਤਾ ਬਣਾ ਲਓ ਜਿਹਦੇ ਕਿ ਤੁਸੀਂ ਖੁੱਲ ਕੇ ਵਿਚਾਰ ਕਰ ਸਕੋ ਜਿਹਦੇ ਸਾਹਮਣੇ ਤੁਸੀਂ ਬਿਲਕੁਲ ਖੁੱਲ ਜਾਓ ਔਰ ਫਿਰ ਐਸੀ ਫੀਲਿੰਗਸ ਨੂੰ ਲੈਂਦੇ ਹੋਏ ਜਦ ਤੁਸੀਂ ਉਹਨੂੰ ਆਵਾਜ਼ ਮਾਰੋ ਕਿ ਵੀ ਤੂੰ ਸਾਨੂੰ ਕਿਉਂ ਨਹੀਂ ਮਿਲ ਸਕਦਾ ਅਸੀਂ ਸਾਰੀਆਂ ਗਲਤੀਆਂ ਆਪਣੀ ਮੰਨ ਚੁੱਕੇ ਹਾਂ ਹੁਣ ਸਾਨੇ ਹੁਣ ਪੰਜਾਂ ਦਾ ਸੰਗ ਨਹੀਂ ਕਰਨਾ ਹੁਣ ਐਸੀ ਸੰਗਤ ਦੇ ਵਿੱਚ ਨਹੀਂ ਜਾਣਾ ਜੇ ਸਾਡੀ ਇਤਨੀ ਮਤ ਹੁੰਦੀ ਕਿ ਅਸੀਂ ਉਹਨੂੰ ਪੰਜਾਂ ਤੋਂ ਯੁੱਧ ਕਰਨਾ ਉਹਨਾਂ ਦੇ ਸਾਥ ਉਹਨਾਂ ਤੇ ਸਤਰਕਤਾ ਤੇ ਖੇਲਣਾ ਜਾਣਦੇ ਤਾਂ ਅੱਜ ਨੂੰ ਅਸੀਂ ਤੇ ਦੂਰ ਨਾ ਹੁੰਦੇ ਤੇ ਸਾਨੂੰ ਤੇਰੀ ਹੈਲਪ ਦੀ ਜ਼ਰੂਰਤ ਹੈ ਜੇ ਤੂੰ ਛੁਡਾਏਗਾ ਤਾਂ ਅਸੀਂ ਛੁਡेंगे ऐसे मालिक ਨੂੰ ਬੇਨਤੀਆਂ ਕਰਨੀਆਂ ਹੋਣੀਆਂ ਹੈ ਐਸੇ ਉਹਦੇ ਸਾਥ ਆਪਣਾ ਇੱਕ ਅੱਛਾ ਰਿਸ਼ਤਾ ਜਿਹਦੇ ਰਾਹੀਂ ਤੁਸੀਂ ਮਾਲਿਕ ਨੂੰ ਅੱਛੇ ਦੇ ਸੰਪਰਕ ਕਰ ਸਕੋ वैसा रिश्ता बनाएगा मालिक ਤੇ ਆਪਣੀ ਸਾਰੀ ਬਾਤਾਂ ਸਾਰਾ ਕੁਝ ਸਾਂਝਾ ਕਰਨਾ ਹੁੰਦਾ ਹੈ ਆਪਣਾ ਸਮੇਂ ਉਹਨੂੰ ਦੇਣਾ ਹੁੰਦਾ ਹੈ या नहीं है कि मालिक ਨੂੰ ਅੱਧਾ ਘੰਟਾ 1 घंटा 2 घंटे सिमरन ਦੇ ਰਾਹੀਂ दिया बाकी समय दुनिया ਨੂੰ ਦੇ दिया नहीं साने सारा समय अपना मालिक ਨੂੰ देना है ਕੰਮ ਕਾਜ ਕਰਦੇ हैं ਹੱਥ ਪੈਰਾਂ ਤੇ ਲੇਕਿਨ ਮਾਲਿਕ ਨੂੰ ਬੇਨਤੀਆਂ ਕਰ ਕਰਕੇ ਪ੍ਰੇਮ ਦੇ ਰਾਹੀਂ ਮਨਾ ਕੇ ਉਹ ਸਮੇਂ ਮਾਲਿਕ ਦੇ ਲੇਖੇ ਲਾਣਾ ਹੁੰਦਾ ਹੈ मालिक ਨੂੰ ਮਨਾਣਾ ਹੁੰਦਾ ਹੈ ਕਿ ਵਾਹਿਗੁਰੂ ਤੈਨੇ ਮੈਨੂੰ ਕੰਮ ਕਾਜ दिए हैं या मेरी मजबूरी है ये भी मैंने करने पड़ेंगे पर परमात्मा मैनू तेरे नाल मिलाप करना है ना जब तक तेरा हुक्म है कि इधर भी खेलना है तो मैं खेलूंगा ये कम काज तैने मैनू दिए हैं ये जिम्मेवारियां मेरे राही तू उठवाएगा तो मैं उठाने को तैयार हाँ लेकिन परमात्मा मेरी पहली मंग तेरे साथ मिलाप दी है मैनू अपने नाल रला ले अपने चरणा दी भीख मैनू दे दे चरण मालिक दे है मालिक दा नाम जो गुरबाणी गुरु दे विच कहने तब चरणन मन रहे हमारा
ਆਪਣਾ ਜਾਨ ਤੇ ਉਹ ਮਾਲਿਕ ਦੇ ਚਰਨਾਂ ਦੀ ਭੀਖ ਸਾਨੂੰ ਮਾਲਿਕ ਤੋਂ ਮੰਗਣੀ ਹੈ। ਔਰ ਆਪਣੇ ਆਪ ਨੂੰ ਕਬੀਰਦਾਸ ਜੀ ਨੂੰ ਦੇਖੋ, ਕਬੀਰਦਾਸ ਜੀ ਨੇ ਕੀ ਲਿਖਾ, ਕਹਿੰਦੇ ਹਮ ਕੁਕਰ ਤੇਰੇ ਦਰ ਸਾਧ ਸੰਗਤ ਜੀ ਆਪ ਉਹਨਾਂ ਦਾ ਅਨਮੋਟ ਕਰਿਓ ਪਲੀਜ਼, ਗਲਤੀ ਨਾਲ ਹੋ ਗਿਆ ਮੇਰੇ ਕੋਲ, ਹੱਥ ਲੱਗ ਗਿਆ, ਪਲੀਜ਼ ਕਰ ਦਿਓ, ਮਾਫ ਕਰਨਾ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਤੁਹਾਡੀ ਕਾਲ ਮਿਊਟ ਹੋ ਗਈ ਹੈ, ਤੁਸੀਂ ਆਪਣੀ ਕਾਲ ਅਨਮਿਊਟ ਕਰਿਓ। ਵਾਹਿਗੁਰੂ। ਹਾਂਜੀ ਹੋ ਗਿਆ। ਹਾਂਜੀ ਵਾਹਿਗੁਰੂ ਜੀ, ਹੁਣ ਸਹੀ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੇ ਅਸੀਂ ਗੁਰਸਿੱਖ ਤਾਂ ਬਣेंगे, गुरमुख ता बनेंगे, ब्रह्म ज्ञानी ता बनेंगे, संत दी पदवी ते ता जाएंगे, साधु दी पदवी ते ता जाएंगे जब पहले ਅਸੀਂ ਮਾਲਿਕ ਦੇ ਦਰ ਦੇ ਕੁੱਤੇ बनेंगे, है ना। ਆਪਾਂ ਦੇ ਵਿੱਚ ਕੋਈ ਹੋਮੇ ਨਹੀਂ ਹੋਣੀ चाहिए, कोई भी किसी तरीके ਦੀ, क्योंकि ज्ञानवान ਤਾਂ ਆਪਾਂ कभी हो ही नहीं सकते, क्योंकि जब मालिक अपनी दात बख्श देते हैं तो वो मालिक का खजाना होता है। मालिक साढ़े राही ਖਜ਼ਾਨਾ ਬਟ ਰਹੇ ਹੈ ਤੇ ਉਹ ਮਾਲਿਕ ਬਟ ਰਹੇ ਹੈ। ਅਸੀਂ ਕੌਣ ਹੈ? ਅਸੀਂ ਤਾਂ ਖੁਦ ਤ੍ਰੈ ਗੁਣਾ ਦੇ ਵਿੱਚ ਤੋਂ ਨਿਕਲ ਕੇ ਇਹੋ ਜਿਹੇ ਕੀਚੜ ਦੇ ਵਿੱਚ ਨਿਕਲ ਕੇ ਮਾਲਿਕ ਚਰਨਾਂ ਤੇ ਲਾ ਲਈਏ ਤੇ ਬਹੁਤ ਬੜੀ ਗੱਲ ਹੈ। ਤੇ ਹੋਮੇ ਕਿਸ ਚੀਜ਼ ਦੀ ਰਹਿ ਗਈ? ਸਦੋਗੁਣੀ ਹੋਮੇ ਵੀ ਨਹੀਂ ਫਿਰਾਣੀ, ਕਿਉਂਕਿ ਸਾਨੇ ਆਪਣੇ ਆਪ ਨੂੰ ਬਾਰ-ਬਾਰ ਝਾਕੀ ਮਾਰ ਕੇ ਦੇਖਣਾ ਕਿ ਵੀ ਅਰੇ ਤੂੰ ਤਾਂ ਕਿਹੋ ਜਿਹੀ ਅਵਸਥਾ ਦੇ ਵਿੱਚ ਮਾਲਿਕ ਤੈਨੂੰ ਲੈ ਕੇ ਆਇਆ, ਤੂੰ ਕਿੰਨੀ ਗੰਦੀ ਤੇਰੇ ਵਿਵਹਾਰ ਕਿਤਨਾ ਬੁਰਾ, ਤੇ ਤੂੰ ਕੁਛ ਨਹੀਂ ਹੈ। ਤੇ ਫਿਰ ਹੋਮੇ ਨਹੀਂ ਆਣੀ, ਉਸੇ ਟਾਈਮ ਹੋਮੇ ਖਤਮ ਹੋ ਜਾਊਗੀ, ਕਿਉਂਕਿ ਅਸੀਂ ਹੈ ਹੀ ਨਹੀਂ ਕੁਛ ਵੀ। ਤੇ ਮਾਲਿਕ ਦੇ ਲਈ ਵਾਹਿਗੁਰੂ ਇਹੋ ਚੀਜ਼ਾਂ ਨੂੰ ਆਪਾਂ ਨੂੰ ਅਵਸਾਨੇ ਮਾਲਿਕ ਨੂੰ 24 ਘੰਟੇ, ਜੇ ਸਾਨੂੰ ਰਾਤ ਨੂੰ ਵੀ ਅੱਖ ਖੁੱਲੇ ਨਾ ਤੇ ਇਹੀ ਯਾਦ ਆਵੇ ਕਿ ਅਰੇ ਸਾਡੇ ਤੇ ਹੁਣ ਨਾਮ ਦੀ ਕਿਰਪਾ ਨਹੀਂ ਹੋਈ, ਕਿਉਂ ਨਹੀਂ ਹੋਈ, ਤੇ ਅਸੀਂ ਉਸੇ ਟਾਈਮ ਸਿਮਰਨ ਕਰਨੇ ਲੱਗ ਜਾਵੇਂ, ਬੇਨਤੀ ਕਰਨੇ ਲੱਗ ਜਾਵੇਂ। ਤੇ ਵਾਹਿਗੁਰੂ ਮੇਰਾ ਮੰਨਣਾ ਹੈ ਕਿ ਜ਼ਿਆਦਾ ਸਮੇਂ ਨਹੀਂ, 8 ਪਹਿਰਾਂ ਦੇ ਵਿੱਚ ਹੀ ਕਿਰਪਾ ਹੋ ਜਾਊਗੀ, ਲੇਕਿਨ ਅਸੀਂ ਹਾਜ਼ਰ ਤਾਂ ਹੋ ਜਾਵੇਂ। ਅਸੀਂ ਗੈਰ ਹਾਜ਼ਰ ਹੋ ਕੇ ਮਾਲਿਕ ਨੂੰ ਯਾਦ ਕਰਦੇ ਹਾਂ। ਮਾਲਿਕ ਨੂੰ ਅਸੀਂ ਸੁਣਨ ਦੇ ਵਿੱਚ ਜਾਣਦੇ ਨਹੀਂ, ਅਸੀਂ ਸਿਮਰਨ ਕਰੀ ਜਾਂਦੇ। ਆਪਾਂ ਮੈਂ ਮੰਨਦੀ ਹਾਂ ਕਿ ਹੁਣੀ ਅਗਰ ਆਪਾਂ 5 ਮਿੰਟ ਵੀ ਅਗਰ ਸਿਮਰਨ ਕरें और मालिक ਨੂੰ ਅਗਰ ਮਹਿਸੂਸ ਕਰਕੇ ਸਿਮਰਨ ਕरें ਨਾ, ਵਾਹਿਗੁਰੂ ਵਿਰਾਗ ਕਰਨ ਦੀ ਜ਼ਰੂਰਤ ਨਹੀਂ ਹੈਗੀ, ਵਿਰਾਗ ਤਾਂ ਆਪਣੇ ਆਪ ਚੱਲ ਪਊਗਾ। ਤੇ ਇਸ ਕਰਕੇ ਆਪਾਂ ਨੂੰ ਮਾਲਿਕ ਦੇ ਅੱਗੇ ਹਾਜ਼ਰ ਹੋਣਾ ਪੜਦਾ ਹੈ, ਹਾਜ਼ਰ। और जब आप हाजिर होएंगे ना, महसूस करेंगे कि मालिक दे ਅਸੀਂ हाजिर हो गए ਅੱਗੇ, ਵਾਹਿਗੁਰੂ ਵਿਰਾਗ ਇੰਨਾ ਹੋ ਜਾਊਗਾ ਕਿ ਮਾਲਿਕ ਤੇਰੇ ਅੱਗੇ ਤਾਂ ਅਸੀਂ ਬਹਿਣੇ ਦੇ ਕਾਬਿਲ ਹੀ ਨਹੀਂ ਹੈਗੇ। ਤੇ ਫਿਰ ਅਸੀਂ ਮਿੰਨਤ ਜੋਦੜੀਆਂ ਕਰਾਂਗੇ, ਫਿਰ ਮਾਲਿਕ ਨੂੰ ਬੇਨਤੀਆਂ ਕਰਾਂਗੇ, ਕਹਿੰਦੇ ਜੇ ਤੂੰ ਮਿੱਤਰ ਅਸਾਡੜਾ ਹਿੱਕ ਕੋਰੀ ਨਾ ਛੋੜ। ਤੇ ਇਹੋ ਜਿਹੀ ਅਵਸਥਾ ਦੇ ਵਿੱਚ ਸਾਨੂੰ ਸੱਚੇ ਮੁੱਚੇ ਜਾਣਾ ਪੜੂਗਾ। ਯਾ ਨਹੀਂ ਦੇਖਣਾ ਕਿ ਅੱਜ ਦਾ ਮਾਹੌਲ ਕੀ ਹੈ, ਲੋग बिजनेस ਚ लगे पड़े हैं, कोई किसी चीज ਚ लगा पड़ा है, कोई किसी चीज ਚ लगा पड़ा है। नहीं, 36 ਭਗਤਾਂ ਵੇ ਗੁਰੂ ਸਾਹਿਬਾਨ ਜੀ ਨੂੰ ਦੇਖੋ, ਉਹਨਾਂ ਨੇ ਆਪਣਾ ਜੀਵਨ ਕਿਸ ਤਰੀਕੇ ਤੇ ਬਤੀਤ ਕਰਾ। ਸਾਨੇ ਵੀ ਸਾਡੇ ਕੋਲ ਮਾਲਿਕ ਨੇ ਮਾਇਆ ਦੀ ਹੈ ਵਰਤਣੇ ਨੂੰ, ਉਹ ਸਾਨੇ ਵਰਤਣੀ ਹੈ, ਲੇਕਿਨ ਅਗਰ ਸੱਚੀ ਮੁੱਚੀ ਮਾਲਿਕ ਨੂੰ ਮਿਲਣਾ ਹੈ ਤੇ ਮਾਲਿਕ ਦੇ ਲਈ ਮਾਲਿਕ ਦੇ ਗੁਣਾਂ ਨੂੰ ਧਾਰਨ ਕਰਨਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਉਹ ਆਵਾਜ਼ ਕਾਲ ਕੱਟ ਹੋ ਗਈ ਸੀਗੀ ਸਾਰਿਆਂ ਦੇ ਲਈ। ਤੁਸੀਂ ਹਾਂਜੀ ਵਾਹਿਗੁਰੂ ਦੁਬਾਰਾ ਤੋਂ ਸ਼ੁਰੂ ਕਰ ਲਓ। ਹਾਂਜੀ ਵਾਹਿਗੁਰੂ।
हाँ जी, वाहिगुरु जी का खालसा वाहिगुरु जी की फतेह। ਤੇ ਵਾਹਿਗੁਰੂ ਇਹ ਆਪਣੇ ਨਿੱਜੀ ਜੀਵਨ ਦੇ ਵਿੱਚ ਇਹ ਸਾਡੀਆਂ ਮਿਸਟੇਕਾਂ ਮਾਲਿਕ ਦੇ ਲਈ ਹੋਣੀਆਂ ਹੈ, ਜਿਸ ਕਰਕੇ ਕਿ ਸਾਡੀ ਅਵਸਥਾ ਦੇ ਵਿੱਚ बढ़ोतरी ਅਸੀਂ ਪ੍ਰੋਗਰੈਸ ਨਹੀਂ ਕਰ ਪਾਉਂਦੇ ਉਸ ਲਾਈਨ ਦੇ ਵਿੱਚ। ਤੇ ਇਹ ਚੀਜ਼ਾਂ ਨੂੰ ਸਾਨੇ ਦੇਖ ਕੇ ਚੱਲਣਾ ਹੈ। ਸਭ ਤੋਂ ਪਹਿਲੀ ਗੱਲ ਜੋ ਸਾਨੇ ਵਿਚਾਰ ਸ਼ੁਰੂ ਦੇ ਵਿੱਚ ਕੀ, ਉਹ ਸਭ ਤੋਂ ਮੇਨ ਇੰਪੋਰਟੈਂਟ ਵਿਚਾਰ ਹੈ ਕਿ ਵਾਹਿਗੁਰੂ ਮਾਲਿਕ ਨੂੰ ਇਹੋ ਜਿਹੀ ਬੇਨਤੀ ਕਰਨੀ ਤੇ ਸਮੇਂ ਦਾ ਪ੍ਰਭਾਵ, ਮਾਹੌਲ ਦਾ ਪ੍ਰਭਾਵ ਨਾ ਪੜੇ। ਜੇ ਅਸੀਂ ਘਰ ਤੇ ਆਪਣੇ ਨਿਕਲ ਰਹੇ ਹਾਂ, ਕਿਤੇ ਅਸੀਂ ਜਾ ਰਹੇ ਹਾਂ, ਤੇ ਵਾਹਿਗੁਰੂ ਮਾਲਿਕ ਨੂੰ ਇਹੋ ਜਿਹੀ ਬੇਨਤੀ ਕਰਕੇ ਘਰ ਤੋਂ ਬਾਹਰ ਜਾਏ ਕਿ ਸੱਚੇ ਪਾਤਸ਼ਾਹ ਅਸੀਂ ਜਾ ਰਹੇ ਹਾਂ, ਆਪਣੇ ਜੋ ਸਾਡਾ ਮਾਹੌਲ ਬਣਾਇਆ ਉਤੇ ਦੂਸਰੇ ਮਾਹੌਲ ਦੇ ਵਿੱਚ ਅਸੀਂ ਵਿਚਰਨਾ ਹੈ ਤੇ ਸੱਚੇ ਪਾਤਸ਼ਾਹ जी वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਬਾਰ-ਬਾਰ ਕਾਲ ਨਾ ਕੱਟ ਹੋ ਰਹੀ ਸੀਗੀ, ਇਸ ਕਰਕੇ ਸਾਰੇ ਹੀ ਸੰਗਤ ਦੇ ਡਿਸਕਨੈਕਸ਼ਨ ਹੋ ਗਈ ਸੀ। ਹੁਣ ਆ ਗਈ ਹੈ ਸੰਗਤ ਲਾਈਨ ਤੇ। ਹਾਂਜੀ ਵਾਹਿਗੁਰੂ, ਕਰ ਲਓ ਸ਼ੁਰੂ। ਜੀ ਤੇ ਜੋ ਸਭ ਤੋਂ ਪਹਿਲਾ ਵਿਚਾਰ ਕੀਤਾ ਕਿ ਵੀ ਸਾਡੇ ਤੇ ਮਾਹੌਲ ਦਾ ਫਰਕ ਨਹੀਂ ਪੜਨਾ ਚਾਹੀਏ। ਵਾਹਿਗੁਰੂ ਸਭ ਤੋਂ ਪਹਿਲੀ ਬੇਨਤੀ ਆ ਹੈ ਕਿ ਜਦ ਅਸੀਂ ਲਾਈਨ ਦੇ ਵਿੱਚ ਜੁੜੇ ਹਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਜਿਸ ਤਰੀਕੇ ਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚੱਲਣੇ ਦੇ ਲਈ ਕਹਿ ਰਹੇ ਹਨ, ਜੇ ਅਸੀਂ ਆਪ ਨੂੰ ਇਤਨੀ ਹਿੰਮਤ ਨਹੀਂ ਹੈਗੀ ਤੇ ਸਾਨੂੰ ਉਹਨਾਂ ਤੋਂ वो मत लेके और बेनतियां कर करके उस ज्ञान ਨੂੰ ਦ੍ਰਿੜ ਕਰਨੇ ਦੀ ਸੂਮਤ ਲੈਣੀ ਹੈ ਉਹਨਾਂ ਤੇ, ਔਰ ਬੇਨਤੀਆਂ ਪਾਣੀਆਂ ਕਿ ਸੱਚੇ ਪਾਤਸ਼ਾਹ ਜੇ ਸਾਨੂੰ ਤੁਹਾਨੇ ਆ ਗਿਆਨ ਦਿਆ ਹੈ ਤੇ ਸਾਨੂੰ ਇਹ ਇਸ ਤੇ ਚੱਲਣ ਦੀ ਵੀ ਸੂਮਤ ਦੋ। ਔਰ ਜਿਸ ਵਿਚਾਰ ਤੋਂ ਲੈ ਕੇ ਆ ਵਿਚਾਰ ਸਾਨੇ ਕੀਤੀ ਹੈ ਉਹਦੀ ਇੱਕ ਮੇਨ ਵਜ੍ਹਾ ਹੈ ਵਾਹਿਗੁਰੂ, ਜੇ ਆਪਾਂ ਗੁਰਸਿੱਖ ਹੈ ਤੇ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਧੱਕੇ ਨਾਲ ਤਾਂ ਅਸੀਂ ਨਹੀਂ ਕਰ ਸਕਦੇ, ਲੇਕਿਨ ਫੇਰ ਵੀ ਸਾਨੇ ਆਪਣੇ ਜੋ घर ਦੇ ਮਾਹੌਲ ਹੈ, ਚਾਲ ਚਲਨ ਹੈ, ਸਾਡੇ ਜੋ ਰੂਲ ਹੈ ਉਹਨਾਂ ਨੂੰ ਚੇਂਜ ਕਰਨਾ ਪੜੂਗਾ। ਸਾਨੂੰ ਦੁਨੀਆ ਐ ਨਹੀਂ ਹੈ ਕਿ ਵਾਹਿਗੁਰੂ ਜਬ ਇਹੋ ਜਿਹੇ ਲੋਕਾਂ ਦੇ ਵਿੱਚ ਜਾਏंगे ਤਾਂ ਸਾਨੂੰ ਵੈਸੇ ਹੀ ਵਿਚਰਨਾ ਪੜੂਗਾ। ਨਹੀਂ, ਸਾਨੇ ਦੁਨੀਆ ਤੋਂ ਵੱਖਰਾ ਚੱਲਣਾ ਹੈ, ਦੁਨੀਆ ਦੀ ਤਰ੍ਹਾਂ ਨਹੀਂ ਚੱਲਣਾ। ਜੇ ਸਾਨੂੰ ਲੋਕ ਅੱਛੇ ਬਣਾਉਂਦੇ ਤੇ ਕੋਈ ਗੱਲ ਨਹੀਂ, ਸਾਨੇ ਆਪਣੇ ਤੌਰ ਤਰੀਕੇ, ਬੱਚਿਆਂ ਦੀ ਮੈਰਿਜ, ਬੱਚਿਆਂ ਦਾ ਪਹਿਨਾਵਾ, ਬੱਚਿਆਂ ਦੀ ਲੈਂਗੁਏਜ, ਬੱਚਾ ਜੇ ਘਰ ਦੇ ਵਿੱਚ ਲਾ ਲਓ ਲੜਕੀ ਹੈ, ਸਾਡੇ ਬੱਚਾ ਹੈ, ਜੋ ਵੀ ਹੈ ਨਾ ਬੱਚੇ ਹੈ, ਤਾਂ ਵਾਹਿਗੁਰੂ ਉਹਨਾਂ ਨੂੰ ਇਹੋ ਜਿਹੀ ਸੋਚੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਤੋਂ ਇਹ ਚੀਜ਼ ਨੂੰ ਫੋਲੋ ਕਰਾਂਗੇ, ਕਿਉਂਕਿ ਸਾਨੂੰ ਹੱਕ ਦਿਆ ਹੈ ਮਾਲਿਕ ਨੇ ਉਸ ਚੀਜ਼ ਨੂੰ। ਅਸੀਂ ਕਹਿੰਦੇ ਜੀ ਬੱਚੇ ਕਰਦੇ ਨਹੀਂ, ਜੇ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ ਉਹ ਅੱਗੇ ਜਾ ਕੇ ਨਹੀਂ ਕਰਦੇ ਤਾਂ ਚਲੋ ਤੁਹਾਡੇ ਹੱਥ ਦੀ ਬਾਤ ਨਹੀਂ, ਲੇਕਿਨ ਜੇ ਸਾਡੇ ਉਹ ਘਰ ਦੇ ਵਿੱਚ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਇਹੋ ਜਿਹਾ ਗਿਆਨ, ਗੁਰਮਤਿ ਦਾ ਗਿਆਨ, ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਸਮੇਂ ਦੇ ਦ੍ਰਿੜ ਕਰਾਂਗੇ। ਔਰ ਆਪਣੇ ਜੋ ਸਾਨੂੰ ਗੁਰਸਿੱਖ ਬਣਾਇਆ ਹੈ ਨਾ, ਅਸੀਂ ਗੁਰਸਿੱਖੀ ਦੇ ਵਿੱਚ ਕਦਮ ਰੱਖਾ ਹੈ ਤੇ ਸਾਨੂੰ ਉਸੀ ਤੌਰ ਤਰੀਕੇ ਤੇ ਚੱਲਣਾ, ਆਨੰਦ ਕਾਰਜ ਕਰਾਣੇ। ਕਿਉਂਕਿ ਵਾਹਿਗੁਰੂ ਸਾਨੇ ਇੱਕ ਇਹੋ ਜਿਹਾ ਦੇਖਾ ਕੁਛ ਜੋ ਸਾਨੂੰ ਪਸੰਦ ਨਹੀਂ ਆਇਆ ਬਿਲਕੁਲ ਵੀ, ਤੇ ਇਸ ਕਰਕੇ ਬੇਨਤੀ ਹੈ ਆਪਾਂ ਸਾਰਿਆਂ ਦੇ ਲਈ ਹੈ ਮਾਲਿਕ ਦੀ ਤਰਫ ਤੇ ਕਿ ਵਾਹਿਗੁਰੂ ਔਰ ਲੋਕਾਂ ਤੋਂ ਵੀ ਇਹਦਾ ਬਹੁਤ ਬੜਾ ਇਫੈਕਟ ਪੜਦਾ ਹੈ। ਕਿਉਂਕਿ ਜੇ ਸਾਡੇ ਘਰ ਦੇ ਵਿੱਚ ਕੁਛ ਪ੍ਰੋਗਰਾਮ ਹੈ, ਠੀਕ ਹੈ ਜੀ, ਤੇ ਅਗਰ ਅਸੀਂ ਗੁਰਸਿੱਖੀ ਦੇ ਰਾਹੀਂ ਉਸ ਪ੍ਰੋਗਰਾਮ ਨੂੰ ਕਰਾਂਗੇ ਤਾਂ ਉਹਦੇ ਵਿੱਚ 100, 50, 200 ਜਿਤਨੇ ਵੀ ਲੋਕ ਆਨੇ ਤਾਂ ਉਹਤੇ ਉਹ ਪ੍ਰਭਾਵਿਤ ਹੋਏਗੇ ਕਿ ਵੀ ਲੋਕ ਇਹ ਦੇਖੋ ਸਾਧ ਸੰਗਤ ਤੇ ਜੁੜੇ ਹੋਏ ਤੇ ਇਹਨਾਂ ਦਾ ਕਿਤਨੇ ਸੰਸਕਾਰੀ ਤਰੀਕੇ ਦੇ ਕੰਮਕਾਜ ਹੋ ਰਹੇ ਹਨ, ਉਹਦਾ ਇਫੈਕਟ ਉਹਨਾਂ ਤੋਂ ਪੜੂਗਾ, ਹੈ ਨਾ। ਜੇ ਆਪਾਂ ਉਸ ਟਾਈਮ ਤੋਂ ਆ ਕੇ ਲੋਕਾਂ ਦੇ ਰਾਹੀਂ ਉਸ ਕੰਮ ਨੂੰ ਅਸੀਂ ਕਰਾਂਗੇ ਤੇ ਵਾਹਿਗੁਰੂ ਉਹਨਾਂ ਦੇ ਵਿੱਚ ਔਰ ਸਾਡੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਫਿਰ ਸਾਡਾ ਗੁਰਸਿੱਖ ਹੋਣੇ ਦਾ ਕੋਈ ਫਾਇਦਾ ਨਹੀਂ ਹੈ। ਆਪਾਂ ਗੁਰਸਿੱਖ ਹੈ ਹੀ ਨਹੀਂ, ਫਿਰ ਤਾਂ ਆਪਾਂ ਫਾਰਮੈਲਿਟੀ ਦੇ ਵਿੱਚ ਰਹਿ ਗਏ। ਤੇ ਇਸ ਕਰਕੇ ਵਾਹਿਗੁਰੂ ਇਹੋ ਚੀਜ਼ ਨੂੰ ਸਾਨੇ ਸਮਝਣਾ ਹੈ ਕਿ ਸਾਨੇ ਆਪਣੇ ਕੰਮ ਕਾਜ ਜਿਸ ਤਰੀਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ, ਬੜੇ ਹੀ ਸਹਿਜਤਾ ਦੇ ਸਾਰ ਇਵੇਂ ਹੋ ਕੇ, ਔਰ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅੱਗੇ ਰੱਖਦੇ ਹੋਇਆ, ਉਹਨਾਂ ਦੀ ਹਜ਼ੂਰੀ ਨੂੰ ਰੱਖਦੇ ਹੋਇਆ, ਉਹਨਾਂ ਨੂੰ ਮਹਿਸੂਸ ਆਪਣੇ ਘਰ ਦੇ ਵਿੱਚ ਹਾਜ਼ਰ ਨਾਜ਼ਰ ਮੰਨ ਕੇ ਉਹਨਾਂ ਦੇ ਗਿਆਨ ਨੂੰ, ਜੇ ਉਹਨਾਂ ਦੀ ਸਵਾਰੀ ਨਹੀਂ ਹੈ ਤੇ ਉਹਨਾਂ ਦੇ ਗਿਆਨ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹ ਕੰਮ ਕਾਜ
ਕਾਰਜ ਜੋ ਵੀ ਕੁਝ ਹੈ ਉਹਨੂੰ ਸਾਨੂੰ ਸੰਪੰਨ ਕਰਨਾ ਹੁੰਦਾ ਹੈ, ਕਿਉਂਕਿ ਉਹ ਸਾਡੀ ਬਹੁਤ ਬੜੀ ਮਿਸਟੇਕ ਹੁੰਦੀ ਹੈ ਇੱਕ, ਕਿਉਂਕਿ ਆ ਸਾਨੂੰ ਸੁਣਨੇ ਨੂੰ ਵੀ ਕਈ ਵਾਰ ਮਿਲ ਚੁੱਕਾ ਹੈ, ਕਹਿੰਦੇ ਜੀ ਇਹਨਾਂ ਤੋਂ ਤਾਂ ਅਸੀਂ ਬਿਨਾਂ ਗੁਰਸਿੱਖੀ ਠੀਕ ਹੈ। ਇਹ ਵਿਚਾਰ ਆਪਾਂ ਇਸ ਲਈ ਕਰ ਰਹੇ ਹਾਂ ਕਿ ਆਪਾਂ ਸਾਰੀ ਸੰਗਤ ਜੁੜੀ ਹੋਈ ਹੈ ਤੇ ਵਾਹਿਗੁਰੂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਬ ਜਾਂ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਦ੍ਰਿੜ ਕਰ ਰਹੇ ਤੇ ਸਾਨੂੰ ਉਹਨਾਂ ਦਾ ਅਪਮਾਨ ਨਹੀਂ ਕਰਨਾ, ਜਿਸ ਤਰੀਕੇ ਤੇ ਉਹ ਸਾਨੂੰ ਵਿਚਰਨੇ ਨੂੰ ਕਹਿੰਦੇ ਹੈ ਉਸ, ਕਿਉਂਕਿ ਦੇਖੋ ਆਪਾਂ ਸੁਖਮ ਗਿਆਨ ਤਾਂ ਲੈ ਹੀ ਰਹੇ हैं, लेकिन सुखम ज्ञान सारा बाहर भी दिखाई देना चाहिए। सुखम जो सानू सच्चे पातशाह दृढ़ करा रहे हैं ज्ञान, वो सारे बाहर काम काजां दे विच भी सारा बदलाव होना चाहिए। सारा अंदर दा आनंद रस अमृत रस वो सारिया चीजां तो सानू आई नहीं आएंगी, लेकिन सारा बाहरी पहनावा, साढ़े बोल चाल दा ढंग, साढ़े काम काज दा ढंग दुनिया तो वखरा हो चुका, ते वो ऐसा होना चाहिए। लेकिन आ नहीं है कि साड़ी चलो अंदर ते मालिक ने अवस्था बख्श रखी है, लेकिन असी दुनिया नू देखदे होए उन्हां दी तरह विचरे, क्योंकि वाहिगुरू माहौल ही इहो जिहा हैगा कि सानू विचरना पड़ा, ऐ नहीं होना चाहिए। जे सानू कोई कहंदा भी है ते सानू हथ जोड़ के बेनती कर देनी कि वाहिगुरू इस तरीके नाल नहीं असी चल सकदे, जिवें सानू गुरु साहब फरमान करदे साने इसी तरीके ते चलना है, क्योंकि मालिक दे साथ फॉर्मलिटी साने नहीं करनी हुंदी, उहदी सानू बहुत सजा मिलूगी। ठीक है जी, ते ए विचार सानू जरूर ही करनी पड़ी, ते जब आप साध संगत जी नू कुछ एहदे विच गलत लगा होया तो असी हथ जोड़ के माफी मंगदे हैं, लेकिन बेनती इस करके करनी पड़ी कि आपां सारियां दा ही वाहिगुरू फर्ज बनदा है कि जो संसार दे विच माहौल चल रहा है वाहिगुरू ओनू चेंज करना है, साड़ी खड़ी जिम्मेवारी बनदी है। सानू सच्चे पातशाह ज्ञान दृढ़ करा रहे हैं तो साड़ी जिम्मेवारी बनदी है कि सानू खालसा, जब आपां सुनते हैं ना वर्ड खालसा, ते वाहिगुरू खालसे दे कमकाज बहुत वखरे हैं, दुनिया जैसे नहीं है। गुरु गोबिंद सिंह जी जो सानू कह के उच्चारण करके गए कि राज करेगा खालसा आखी रहे ना कोई, ते वाहिगुरू साने इतने नीवापन दे साथ मालिक नू बेनती करनी कि सच्चे पातशाह जो राज खालसा करूगा उहदे विच साड़ा भी नाम होना चाहिए, ते साड़ा नाम तां होगा जे आपां हुक्म दे विच रहेंगे, तां साड़ा नाम उहनां दे विच आऊगा। और खालसे तो भाव की हुंदा, खालसे दे विच मालिक आप विचरदा है, लेकिन सानू खालसा बनना पड़ूगा, पहले मालिक दे हुक्म च रहना पड़ूगा, परचा नू जो मालिक परचे बने उन्होंने पास करना पड़ूगा, अपने आप नू तजना पड़ूगा, ते मालिक नू असी बहाएंगे। फिर मालिक साड़ी रसना तो आके, साड़ी नेत्रा तो आके अपनी सेज रसना दे द्वारा साध संगत नू ज्ञान दृढ़ कराएंगे। तो इस करके वाहिगुरू ए साड़ियां मिस्टेकां होनियां है जो सानू वाहिगुरू दी तरफ बढ़ने च सानू बाधा डाल दिया है। ठीक है जी, ते इन्ने एक विचार सानू करने थे, ते इन्ने विचार करते हुए गुरुमुखो आप जी दे सन्मुख ते साहिब श्री गुरु ग्रंथ साहब महाराज जी दी बाणी नू मुख रखदे होए विचार कीती है, ते एक ने अनेक प्रकार दे शब्द घटवत बोले गए होंगे, आप ते गुरु साहब बख्शण योग हो बख्श देना। बुलाओ फतेह। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਮਾਲਕ ਨੇ ਕਿਰਪਾ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੰਗਤ ਰੂਪ ਦੇ ਵਿੱਚ, ਪਰਿਵਾਰ ਰੂਪ ਦੇ ਵਿੱਚ ਇਕੱਠੇ ਕਰਕੇ ਸੋਝੀ ਬਖਸ਼ੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਾਰਿਆਂ ਤੇ ਕਿਰਪਾ ਕਰਨ, ਆਪਾਂ ਨੂੰ ਸਾਡਾ ਹਰ ਇੱਕ ਸਵਾਸ ਲੇਖੇ ਦੇ ਵਿੱਚ ਲੱਗੇ, ਤਾਂ ਕਿ ਅਸੀਂ ਮਾਲਕ ਦੇ ਨਾਲ ਜੋ ਸਾਡਾ ਵਿਛੋੜਾ ਹੈ, ਮਾਲਕ ਦੇ ਨਾਲ ਅਸੀਂ ਮਿਲਾਪ ਕਰ ਪਾਈਏ। ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰੋੜਾਂ ਕਰੋੜਾਂ ਵਾਰ ਧੰਨਵਾਦ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।